हाँ जी अच्छे। सो अज ना आपां एक टॉपिक स्टार्ट कर रहे हैं दैट इज़ मुनसिपैलिटीज़। ठीक है, मुनसिपैलिटीज़ एक बड़ा इंपॉर्टेंट टॉपिक आ साडे कॉन्स्टिट्यूशन का, संविधान का। ठीक है, ये इन्ना इंपॉर्टेंट टॉपिक क्यों आ ਜਾਂ ਕੀ ਕਾਰਨ ਆ कि ਇਹਨੂੰ ਆਪਾਂ ਨੂੰ बहुत इंपॉर्टेंस देनी पैंदी है इस टॉपिक ਨੂੰ। ठीक है, ਤਾਂ ਉਹਦੇ ਪਿੱਛੇ मैं कुछ कारण दसने ਚਾਹੁੰਦਾ। सब तो पहला ਤਾਂ कि ਜੇ ਤੁਹਾਨੂੰ ਕਿਸੇ ਚੀਜ਼ ਦਾ ਹਿਸਟੋਰੀਕਲ ਬੈਕਗਰਾਉਂਡ ਦਾ ਨਾ ਸਮਝ ਆਇਆ ਤਾਂ ਤੁਸੀਂ ਕਦੀ ਵੀ ਕਿਸੇ ਚੀਜ਼ 'ਚ ਆਪਣਾ ਇੰਟਰਸਟ ਸ਼ੋ ਨਹੀਂ ਕਰੋਗੇ। ਓਬਵੀਅਸ ਜੀ ਗੱਲ ਆ। ਤਾਂ ਸਾਡਾ ਜਿਹੜਾ ਕਨਸਟੀਟਿਊਸ਼ਨ ਟੌਪਿਕ ਆ, ਸੰਵਿਧਾਨ ਆ ਜਿਹੜਾ, ਤੁਸੀਂ ਇਹਦੇ 'ਚ ਆਪਣਾ ਇੰਟਰਸਟ ਤੁਸੀਂ ਆਪ ਦੱਸੋ ਕਿ ਤੁਸੀਂ ਕਿਉਂ ਸ਼ੋ ਕਰੋਗੇ ਜੇ ਤੁਹਾਨੂੰ ਪਤਾ ਹੀ ਨਹੀਂ ਹੋਊਗਾ ਕਿ ਆਹ ਚੀਜ਼ ਕਿਉਂ ਲਿਖੀ ਗਈ ਹੈ। ਠੀਕ ਹੈ, ਜਿਵੇਂ ਅਕਸਰ ਅਸੀਂ ਸਾਡੇ ਜਿਹੜੇ ਇੰਡੀਅਨਸ ਨੇ ਇਹ ਕਨਸਟੀਟਿਊਸ਼ਨ 'ਚ ਵੀ ਜ਼ਿਆਦਾ ਇੰਟਰਸਟ ਤਾਂ ਨਹੀਂ ਸ਼ੋ ਕਰਦੇ ਕਿਉਂਕਿ ਇਹਨਾਂ ਨੂੰ ਕਨਸਟੀਟਿਊਸ਼ਨ ਬਾਰੇ ਤਾਂ ਪਤਾ ਹੈ ਪਰ ਬਹੁਤਿਆਂ ਨੂੰ ਕਨਸਟੀਟਿਊਸ਼ਨਲਿਜ਼ਮ ਬਾਰੇ ਨਹੀਂ ਪਤਾ। ਸੰਵਿਧਾਨਕਤਾ ਕੀ ਚੀਜ਼ ਹੈ, ਇਜ਼ਮ, ਸੰਵਿਧਾਨਕਤਾ। ਹੁਣ ਇੱਕ ਗੱਲ ਦੱਸੋ ਯਾਰ, ਇੱਕ ਸਿੰਪਲ ਜੀ ਗੱਲ ਆ, ਅਸੀਂ ਕੀ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਨਾ ਬੜੇ ਧਰਮਾਂ ਦੇ ਆਧਾਰ 'ਤੇ ਵੰਡ ਰੱਖਿਆ ਹੈ। ਅਸੀਂ ਆਪਣੇ ਧਰਮ ਦੀਆਂ ਕਿਤਾਬਾਂ ਨੂੰ ਕਈ ਵਾਰੀ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਹਾਂ ਅਤੇ ਦੇਣੀ ਚਾਹੀਦੀ ਵੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਬਟ ਉਹਦੀਆਂ ਗੱਲਾਂ ਕਰਦੇ ਕਰਦੇ ਸੰਵਿਧਾਨ ਨੂੰ ਖਾਰਜ ਕਰ ਦਿੰਦੇ ਅਸੀਂ ਕਈ ਵਾਰੀ। ਸੰਵਿਧਾਨ ਵੀ ਸਾਨੂੰ ਇੱਕ ਜੀਵਨ ਜਾਂਚ ਦਿੰਦਾ ਹੈ ਕਿ ਅਸੀਂ ਕਿਵੇਂ ਦੇ ਰੂਲਸ ਦੇ ਮੁਤਾਬਕ ਇਸ ਸੁਸਾਇਟੀ 'ਚ ਰਹਿ ਸਕਦੇ ਹਾਂ। ਸਮਾਜ 'ਚ ਵਿਚਰਨ ਦਾ ਤਰੀਕਾ ਹੈ ਸੰਵਿਧਾਨ ਵੀ। ਅਤੇ ਜਿਹੜੇ ਦੇਸ਼ 'ਚ ਲਿਖਤ ਸੰਵਿਧਾਨ ਨਹੀਂ ਗਾ ਪਰ ਉੱਥੇ ਉਹ ਪੁਰਾਣੀਆਂ ਰਿਵਾਜ਼ਾਂ ਨੂੰ ਮੰਨ ਕੇ ਸੰਵਿਧਾਨ ਦੀ ਕਦਰ ਕਰਦੇ ਆ ਜਾਂ ਜਿੰਨਾ ਕੁ ਵੀ ਲਿਖਿਆ ਹੋਇਆ ਹੈ ਉਹਦੀ ਕਦਰ ਕਰਦੇ ਆ, ਤਾਂ ਮੈਂ ਕਹਿ ਸਕਦਾ ਕਿ ਉਹਨਾਂ ਦੇਸ਼ਾਂ 'ਚ ਬੇਸ਼ੱਕ ਸੰਵਿਧਾਨ ਨਹੀਂ ਹੈਗਾ, ਕਨਸਟੀਟਿਊਸ਼ਨ ਨਹੀਂ ਹੈਗਾ, ਬਟ ਸੰਵਿਧਾਨਕਤਾ ਹੈਗੀ ਹੈ, ਕਨਸਟੀਟਿਊਸ਼ਨਲਿਜ਼ਮ ਹੈਗਾ ਹੈ। ਇੰਡੀਆ 'ਚ ਕਨਸਟੀਟਿਊਸ਼ਨ ਤਾਂ ਹੈਗਾ ਹੈ, ਕਨਸਟੀਟਿਊਸ਼ਨਲਿਜ਼ਮ ਹੈਗਾ ਕਿ ਨਹੀਂ ਹੈਗਾ, ਇਹ ਬੜਾ ਸੋਚਣ ਵਾਲਾ ਸਵਾਲ ਆ। ਤਾਂ ਓਬਵੀਅਸ ਜੀ ਗੱਲ ਆ, ਤੁਸੀਂ ਖੁਦ ਵੀ ਸੋਚੋਗੇ ਕਿ ਯਾਰ ਇੰਡੀਆ 'ਚ ਸੰਵਿਧਾਨਕਤਾ ਲੋਕਾਂ 'ਚ ਹੈਗੀ ਆ, ਕਨਸਟੀਟਿਊਸ਼ਨਲਿਜ਼ਮ ਹੈਗਾ। ਖੈਰ ਇਹ ਤਾਂ ਪਹਿਲਾ ਪੁਆਇੰਟ ਹੋ ਗਿਆ। ਪੁਆਇੰਟ ਨੰਬਰ 2 ਜਿਹੜਾ ਹੁਣ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਉਹ ਇਹ ਆ ਕਿ ਇੰਡੀਆ ਦਾ ਕਨਸਟੀਟਿਊਸ਼ਨ ਆ, ਰਿਟਨ ਵੀ ਆ, ਬਹੁਤ ਸਖਤ ਵੀ ਆ। ਇਹਨੂੰ ਕਈ ਵਾਰ ਅਮੈਂਡ ਵੀ ਕੀਤਾ ਜਾ ਚੁੱਕਿਆ ਹੈ ਅਤੇ ਕਈ ਅਮੈਂਡਮੈਂਟਸ ਹੋਈਆਂ ਨਾ ਹੋਈਆਂ, ਸਭ ਕੁਛ ਆਪਾਂ ਬਹੁਤ ਜ਼ਿਕਰ ਕਰਦੇ ਇਹਦਾ। ਕਹਿੰਦੇ ਆ ਕਿ ਕਨਸਟੀਟਿਊਸ਼ਨ ਬਣਾਉਣ ਵਾਲਿਆਂ ਨੇ ਨਾ ਕਨਸਟੀਟਿਊਸ਼ਨ ਨੂੰ ਬੜੀ ਫੀਲਿੰਗ 'ਚ ਬਣਾਇਆ ਹੈ, ਬੜੀ ਰੀਝ ਨਾਲ ਤਿਆਰ ਕਰਿਆ ਹੈ। ਕਿਉਂ? ਸੰਵਿਧਾਨ ਬਣਾਉਣ ਵਾਲਿਆਂ ਦੇ ਅੱਗੇ ਸਭ ਤੋਂ ਵੱਡੀ ਸਿਚੁਏਸ਼ਨ ਇਹ ਸੀ ਕਿ ਸਾਡਾ ਸੰਵਿਧਾਨ ਕੋਈ ਸੌਖੀਆਂ ਸਥਿਤੀਆਂ 'ਚ ਨਹੀਂ ਬਣਿਆ, ਅਬਨੋਰਮਲ ਜੀਆਂ ਪ੍ਰਤੀਸਥਿਤੀਆਂ ਸੀਗੀ। ਜਦੋਂ ਸਾਡਾ ਸੰਵਿਧਾਨ ਬਣਿਆ ਪ੍ਰਤੀਕੂਲ ਪ੍ਰਤੀਸਥਿਤੀਆਂ 'ਚ ਜਾ ਕੇ ਸੰਵਿਧਾਨ ਬਣਿਆ ਹੈ। ਕਿਉਂ? ਮੈਂ ਉਹਨਾਂ ਸਥਿਤੀਆਂ ਨੂੰ ਪ੍ਰਤੀਕੂਲ ਸਥਿਤੀਆਂ ਕਿਉਂ ਕਹੂੰਗਾ, ਉਹਨਾਂ ਨੂੰ ਫੇਵਰਡ ਸਿਚੁਏਸ਼ਨਸ ਕਿਉਂ ਨਹੀਂ ਕਹਿ ਰਿਹਾ ਮੈਂ? ਕਿਉਂਕਿ ਜਦੋਂ ਇਸ ਦੇਸ਼ ਦਾ ਸੰਵਿਧਾਨ ਬਣਿਆ ਨਾ, ਜਦੋਂ ਇਸ ਦੇਸ਼ ਦਾ ਸੰਵਿਧਾਨ ਬਣਿਆ ਉਸ ਵੇਲੇ ਅਸੀਂ ਆਜ਼ਾਦੀ ਲੈ ਰਹੇ ਸੀਗੇ ਜਾਂ ਆਜ਼ਾਦੀ ਮਿਲੀ ਸੀ ਸਾਨੂੰ, ਫਿਰ ਤਾਂ ਬੜੀ ਅਨੁਕੂਲ ਸਥਿਤੀ ਸੀ ਸਾਡੀ। ਉਹ ਤਾਂ ਫਿਰ ਫੇਵਰਡ ਸਿਚੁਏਸ਼ਨ ਸੀ। ਉਹ ਕਿਵੇਂ ਪ੍ਰਤੀਕੂਲ ਹੋ ਗਈ ਸਿਚੁਏਸ਼ਨ ਸਾਡੇ, ਉਹ ਉਲਟ ਕਿਉਂ ਹੋ ਗਈ? ਉਹ ਇਸ ਕਰਕੇ ਕਿਉਂਕਿ ਉਸ ਟਾਈਮ ਅਸੀਂ ਤਾਜ਼ੇ ਦੰਗੇ ਹੰਢਾ ਕੇ ਹਟੇ ਸੀ। 10 ਲੱਖ ਲੋਕ ਮਰਵਾਤੇ ਸੀ ਅਸੀਂ ਪੰਜਾਬ ਦੇ ਬਾਰਡਰ 'ਤੇ ਅਤੇ ਬੰਗਾਲ ਦੇ ਬਾਰਡਰ 'ਤੇ। ਤਾਂ ਉਹ ਸਥਿਤੀਆਂ ਕਿਵੇਂ ਅਨੁਕੂਲ ਹੋਣਗੀਆਂ? ਉਹਨਾਂ ਸਿਚੁਏਸ਼ਨਸ ਦੇ ਵਿੱਚ ਸੰਵਿਧਾਨ ਲਿਖਿਆ ਜਾ ਰਿਹਾ ਹੈ। ਅਤੇ ਉਹ ਦੰਗੇ ਕਿਹਦੇ ਆਧਾਰ 'ਤੇ ਹੋਏ ਸੀ? ਧਰਮ ਦੇ ਆਧਾਰ 'ਤੇ, ਕਿ ਤੁਸੀਂ ਸਿੱਖ ਹਿੰਦੂ ਹੋ ਕਿ ਮੁਸਲਮਾਨ ਹੋ। ਖੈਰ ਉਸ ਤੋਂ ਬਾਅਦ ਪਾਕਿਸਤਾਨ 'ਤੇ ਤਾਂ ਸ਼ਾਇਦ ਉਹਦਾ ਐਡਾ ਵੱਡਾ ਇੰਪੈਕਟ ਨਹੀਂ ਪਿਆ ਹੋਊਗਾ ਬਿਕੋਜ਼ ਉੱਥੇ ਤਾਂ ਮੇਜਰ ਕਮਿਊਨਿਟੀ ਮੁਸਲਿਮ ਹੀ ਰਹੀ ਹੈ। ਇੰਡੀਆ ਵਾਸਤੇ ਬੜਾ ਸੋਚਣ ਦਾ ਵਿਸ਼ਾ ਸੀਗਾ ਕਿਉਂਕਿ ਇੰਡੀਆ 'ਚ ਤਾਂ ਬਹੁਤ ਵੱਡੀ ਮਾਤਰਾ 'ਚ ਮੁਸਲਮਾਨ ਵੀ ਆ ਅਤੇ ਹਿੰਦੂ ਸਿੱਖ ਵੀ ਆ। ਉਹਨਾਂ ਸਮਿਆਂ 'ਚ ਐਡੇ ਪ੍ਰੈਸ਼ਰ 'ਚ ਕਨਸਟੀਟਿਊਸ਼ਨ ਲਿਖ ਦੇਣਾ ਅਤੇ ਉਹਨੂੰ ਬੜਾ ਬੈਲੈਂਸਡ ਲਿਖ ਦੇਣਾ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ। ਬਹੁਤ ਟੈਲੈਂਟ ਚਾਹੀਦਾ ਸੀ ਇਹਦੇ ਵਾਸਤੇ। ਅਤੇ ਕਨਸਟੀਟਿਊਸ਼ਨ ਮੇਕਰਸ, ਸੰਵਿਧਾਨ ਨਿਰਮਾਤਾਵਾਂ ਨੇ ਸੰਵਿਧਾਨ ਬਣਾਉਂਦੇ ਹੋਏ ਬੜੀ ਗੌਰ ਕੀਤੀ ਇੱਕ ਗੱਲ 'ਤੇ। ਕਹਿੰਦੇ ਅਸੀਂ ਕਨਸਟੀਟਿਊਸ਼ਨ ਨੂੰ ਕਈ ਭਾਗਾਂ 'ਚ ਵੰਡਾਂਗੇ। ਅਸੀਂ ਸੰਵਿਧਾਨ ਦਾ ਜਿਹੜਾ ਪਹਿਲਾ ਭਾਗ ਆ ਉਹ ਇਸ ਦੇਸ਼ ਦੀ ਧਰਤੀ ਯਾਨੀ ਕਿ ਯੂਨੀਅਨ, ਇਸ ਦੇਸ਼ ਅਤੇ ਉਸ ਦੀ ਧਰਤੀ ਨੂੰ, ਟੈਰੀਟਰੀ ਨੂੰ ਸਮਰਪਿਤ ਕਰਾਂਗੇ। ਕਨਸਟੀਟਿਊਸ਼ਨ ਦਾ ਜਿਹੜਾ ਪਹਿਲਾ ਭਾਗ ਆ ਉਹਨੂੰ 4 ਆਰਟੀਕਲਸ, 4 ਅਨੁਛੇਦਾਂ ਦੀ ਲੋੜ ਪਈ ਆ ਕਨਸਟੀਟਿਊਸ਼ਨ ਦੇ ਪਹਿਲੇ ਪਾਰਟ ਨੂੰ ਲਿਖਣ ਵਾਸਤੇ। ਪਾਰਟ 1 ਯਾਨੀ ਕਿ 4 ਆਰਟੀਕਲ, ਆਰਟੀਕਲ 1, ਆਰਟੀਕਲ 2, ਆਰਟੀਕਲ 3 ਅਤੇ ਆਰਟੀਕਲ 4। ਪੰਜਾਬੀ ਭਾਸ਼ਾ 'ਚ ਕਹਾਂ ਅਨੁਛੇਦ 1, ਅਨੁਛੇਦ 2, ਅਨੁਛੇਦ 3 ਅਤੇ ਅਨੁਛੇਦ 4। ਦੂਜੇ ਨੰਬਰ 'ਤੇ ਇੰਪੋਰਟੈਂਸ ਦਿੱਤੀ ਆ ਦੇਸ਼ ਦੇ ਲੋਕਾਂ ਦੀ ਨਾਗਰਿਕਤਾ ਨੂੰ, ਆਰਟੀਕਲ 5 ਤੋਂ ਲੈ ਕੇ 12 ਤੱਕ।
फिर उन्होंने संविधान निर्मातावां ने गौर करो सब तो पहला जगह दी भारत ते उसकी सरजमीन नूं, दूजे भाग च 5वें आर्टिकल तो 12वें आर्टिकल तक जगह दी है किनू सिटीजनशिप, ते 13 तो लै 12 तक 12 तो लैके 35 तक देश के लोगों के बुनियादी हक फंडामेंटल राइट्स मूल अधिकार। उस तो बाद चौथे भाग दे विच फंडामेंटल राइट्स तो बाद भी लोगों के ही अधिकार ने, चौथे भाग विच भी लोगों के ही अधिकार ने। तुसीं कहोगे ये तो नहीं सुनिया कदी, हैगे आ बस वो अधिकार जे साडे ना पूरे होण असीं कोर्ट 'च नहीं जा सकते, इनडायरैक्टली वो साडे अधिकार नहीं गे, उस सरकार दियां साडे प्रति जिम्मेवारियां ने, उन्होंने कहते हैं डायरैक्टिव प्रिंसीपल्स ऑफ स्टेट पॉलिसीज DPSPs, समझ गए। चौथे भाग तो बाद फिर 5वें भाग च जदों सारा कुछ लोकां नूं देता संविधान निर्मातावां ने, फिर कहते हुण असीं ना पोलीटिकल लीडरां नूं देवांगे कुछ। पोलीटिकल लीडरां नूं इस तो बाद मिलिया जो भी मिलिया वो मिलिया 5वें भाग च 6वें भाग च 7वें भाग च ते 8वें भाग च ते 9वें भाग च, पार्ट 5, 6, 7, 8 एंड 9। इन्हां भागां च की मिलिया, ये उस समय दियां स्थितियां ते आ जाओ तुसीं 1950 दियां जदों साडा संविधान लिखिया जा रहा है, उन्हां समयां च साडे देश च 4 टाइप दियां स्टेट्स सीगियां, 4 भागां च स्टेटां वंडियां सी। एक वो टाइप दियां स्टेटां जिहड़ियां असीं अंग्रेज़ां तो आज़ादी दी लड़ाई करके खोईयां, उन्हां नूं कहा गया सी पार्ट A स्टेट्स, किहड़ियां भाग पहले वालियां स्टेटां, उन्हां दा नाम रखिया सी पार्ट A। दूजियां स्टेटां वो जिहड़ियां सानू सरदार वल्लभ भाई पटेल ने राजियां तो नैगोशिएशन करके प्रिंसली स्टेट्स जिहड़ियां साडे रियासतां सी वो दवाइयां, उन्हां नूं कहा गया पार्ट B स्टेट्स, किहड़ियां पार्ट B। तीजे नंबर ते वो स्टेटां जिहड़ियां साडियां मतलब कि अंग्रेज़ां दे वेले बहुत छोटे सी, अंग्रेज़ां ने जिन्हां स्टेटां नूं कदे भी वड्डे हक नहीं दिते, छोटियां छोटियां स्टेटां छोटे छोटे एरिए अज दे हिसाब दियां यूनीयन टैरेटरीज़, उन्हां नूं अंग्रेज़ कहंदे सी चीफ कमिश्नर प्रांत, चीफ कमिश्नर स्टेट्स जां प्रोविंसिस, उन्हां नूं असीं आज़ादी तो बाद नाम दिता पार्ट C वालियां स्टेटां। चौथे नंबर ते भारत दी वो हिस्से जिहड़े धरती नालों अटैच नहीं सीगे, जिहड़े समुंदरां दे विच सी साडे टापू आईलैंड्स, उन्हां नूं असीं नाम दिता पार्ट D दियां स्टेटां। कॉन्स्टिट्यूशन च कित्थे रखियां, 5वां भाग 6वां भाग 7वां भाग 8वां ते 9वां। 5वें भाग च रखियां A वालियां स्टेटां, 6वें भाग च 7वें भाग च रखियां B वालियां स्टेटां, कॉन्स्टिट्यूशन दे 8वें पार्ट च C वालियां ते 9वें पार्ट च D वालियां। इन्हां दे हक इन्हां दियां सरकारां किवें चलणगियां ये सब कुछ रखिया, ते इहदे च रखी सेंटर सरकार जिन्हों असीं यूनीयन गौरमेंट भी कह दिंदे आ, केंद्र सरकार। भारत च सेंटर सरकार दे वास्ते सेंटर शब्द की बजाय यूनीयन शब्द वरतिया जाता है। कॉन्स्टिट्यूशन के पहले भाग च भी यूनीयन शब्द आ, इत्थे यूनीयन का मतलब आ मेरा देश, 5वें भाग च भी यूनीयन आ, इत्थे यूनीयन का मतलब आ केंद्र सरकार। फर्क आ दोवां च, यूनीयन शब्द भी अखर भी उही आ, यू भी उवें पैंदा, N भी उवें, सब कुछ सेम आ, पर क्यों फर्क आ ये बाद दीयां गल्लां ने। एनी डाउट, क्लीयर गल। 9वें भाग तो बाद फिर 10वें भाग च जाके 5वें भाग च केंद्र सरकार सेंट्रल गौरमेंट यानी यूनीयन गौरमेंट, 6वें 7वें 8वें ते 9वें भाग च वक्रे वक्रे प्रकार दीयां स्टेटां। 10वें भाग च जाके फिर आया शेड्यूल्ड ते ट्राइबल एरिया, कुछ एवें जिहियां गल्लां फिर बाद च रखियां गईयां, ट्राइबल एरिया वगैरह वगैरह। फिर 11वां 12वां इस तरीके नाल जांदे जांदे कॉन्स्टिट्यूशन 25 भागां च 22 भागां च वंडिया, 22 पार्ट्स च, ते सारियां च किसी 1 तो लैके 4 5 तो 11 6 तो 5 तो 11 12 तो 35 एवें करदे करदे 295 आर्टिकल सीगे टोटल। किन्ने 295 आर्टिकल, 295 कि 395 395 सॉरी 395 आर्टिकल्स। ते किन्ने हिस्सियां च संविधान वंडिया गया सीगा 22 पार्ट्स च। किन्ने पार्ट्स च 22 पार्ट्स दे विच। एनी डाउट। तो कॉन्स्टिट्यूशन दे विच कई चीज़ां एवें दियां लगियां कि सर ये चीज़ां जिहड़ियां ना कॉन्स्टिट्यूशन दियां ये कुछ हाईलाइटेड पॉइंट ने, जिवें आप अपने नोट्स बना के कुछ बाहर नहीं लिख लेंदे वेरी वेरी इंपॉर्टेंट, एवें कॉन्स्टिट्यूशन मेकरस ने भी 8 चीज़ां एवें दियां सी जिन्हां नूं बाहर सूचीबद्ध कर लिया, जिन्हां नूं 8 शेड्यूल्स दे विच वक्रे तौर ते पेश करता, वक्रे तौर ते लिखता। वो किहड़ियां किहड़ियां चीज़ां सी जिहड़ियां इन्हां नूं लग्गिया कि है तां कॉन्स्टिट्यूशन दे किसी ना किसी पार्ट च पईयां ही होईयां है, पर उन्हां नूं बाहर करके हाईलाइट भी कर देना चाहिए है। उदाहरण के तौर पर मेरे देश दियां सारियां स्टेटां दे नाम ते देश का नाम, इनू पहला शेड्यूल कहा गया
ਕਿਤੇ ਨਾ ਕਿਤੇ ਤੇ ਸੀਗਾ ਹੀ। ਐਵੇਂ ਹੀ ਜਿਹੜੇ ਦੇਸ਼ ਦੇ ਲੋਕ ਆ, ਜਿਹੜੀਆਂ ਦੇਸ਼ ਦੀਆਂ ਟੌਪ ਪੋਜੀਸ਼ਨਸ ਨੇ, ਠੀਕ ਆ, ਉਹਨਾਂ ਨਾਲ ਸੰਬੰਧਿਤ ਉਹਨਾਂ ਦੀਆਂ ਤਨਖਾਹਾਂ, ਉਹਨਾਂ ਦੇ ਭੱਤੇ ਤੇ ਉਹਨਾਂ ਦੀ ਔਥ, ਤਨਖਾਹ, ਉਹਨਾਂ ਦੀ ਸਹੁੰ, ਐਫਰਮੇਸ਼ਨ, ਉਹਦੇ ਨਾਲ ਰਿਲੇਟਡ ਇੱਕ ਚੀਜ਼ ਸ਼ਡਿਊਲ 2 'ਚ ਰੱਖਤੀ ਤੇ ਇੱਕ ਚੀਜ਼ ਸ਼ਡਿਊਲ 3 'ਚ ਰੱਖਤੀ। ਰਾਜ ਸਭਾ ਦੀਆਂ ਸੀਟਾਂ, ਹੁਣ ਤੁਸੀਂ ਕਹੋਗੇ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਇਹ ਕਿੱਡੀ ਕਿ ਇੰਪੋਰਟੈਂਟ ਗੱਲ ਸੀ, ਇਹਨੂੰ ਇੱਕ ਵੱਖਰੇ ਸ਼ਡਿਊਲ 'ਚ ਕਿਉਂ ਰੱਖਿਆ ਗਿਆ? ਇਹਨੂੰ ਸਪੈਸ਼ਲੀ ਚੌਥੇ ਸ਼ਡਿਊਲ 'ਚ ਰੱਖਿਆ ਗਿਆ ਰਾਜ ਸਭਾ ਦੀਆਂ ਸਟੇਟਾਂ ਨੂੰ। ਫਿਰ ਲੋਕ ਸਭਾ ਦੀਆਂ ਨੂੰ ਕਿਉਂ ਨਹੀਂ ਰੱਖਿਆ ਗਿਆ? ਸ਼ਾਇਦ ਰਾਜ ਸਭਾ ਦੇਸ਼ ਵਾਸਤੇ ਜ਼ਰੂਰੀ ਹੈ, ਬਹੁਤ ਜ਼ਰੂਰੀ ਆ ਰਾਜ ਸਭਾ। ਕਿਉਂ ਜ਼ਰੂਰੀ ਆ ਕਿਤੇ ਬਾਅਦ 'ਚ ਦੇਖਾਂਗੇ, ਪਰ ਗੱਲ ਇਹ ਆ ਰਾਜ ਸਭਾ ਦੀਆਂ ਸੀਟਾਂ ਦੀ ਇੰਨੀ ਇੰਪੋਰਟੈਂਸ ਆ, ਕੌਨਸਟੀਟਿਊਸ਼ਨ ਦੇ ਕਿਸੇ ਭਾਗ ਦੇ ਕਿਸੇ ਆਰਟੀਕਲ 'ਚ ਤਾਂ ਜ਼ਿਕਰ ਆਇਆ ਹੀ ਹੋਊਗਾ, ਚੰਗੀ ਤਰ੍ਹਾਂ ਆਇਆ ਯਾਰ, ਬਹੁਤ ਚੰਗੀ ਤਰ੍ਹਾਂ ਆਇਆ, ਪਰ ਇਹਨੂੰ ਵੱਖਰਾ ਸ਼ਡਿਊਲ ਵੀ ਦਿੱਤਾ ਗਿਆ। ਕਿਹੜਾ ਸ਼ਡਿਊਲ ਦਿੱਤਾ ਗਿਆ? ਚੌਥਾ। 5ਵੇਂ ਤੇ 6ਵੇਂ ਸ਼ਡਿਊਲ 'ਚ ਦਿੱਤੀਆਂ ਗਈਆਂ ਸਾਡੇ ਦੇਸ਼ ਦੇ ਜਿਹੜੇ ਜਨਜਾਤੀ ਇਲਾਕੇ ਆ, ਜਨਜਾਤੀ ਇਲਾਕੇ ਵੀ ਸਾਡੇ ਦੇਸ਼ ਦੇ 2 ਨੇ, ਟਰਾਈਬਲ ਏਰੀਆਜ਼ ਵੀ। ਇੱਕ ਤਾਂ ਜਿਹੜੇ ਮੇਨਲੈਂਡ ਦੇ ਟਰਾਈਬਲਸ ਨੇ, ਜਿਹੜੇ ਇੰਡੀਆ ਸਾਡੇ ਆਮ ਲੋਕਾਂ ਵਰਗੇ ਹੀ ਆ, ਜਿਵੇਂ ਮੱਧ ਪ੍ਰਦੇਸ਼ ਦੇ ਟਰਾਈਬਲ, ਛੱਤੀਸਗੜ੍ਹ ਦੇ ਟਰਾਈਬਲ, ਆਪਣੇ ਗੁਜਰਾਤ ਦੇ ਟਰਾਈਬਲਸ, ਉਹਨਾਂ ਨੂੰ ਵੱਖਰਾ ਸ਼ਡਿਊਲ ਦੇ ਦਿੱਤਾ ਗਿਆ। ਤੇ ਜਿਹੜੇ ਸਾਡੇ ਨਾਲ ਹਜੇ ਸੰਪਰਕ 'ਚ ਵੀ ਨਹੀਂ ਗਏ, ਨਾਰਥ ਈਸਟ ਦੇ ਟਰਾਈਬਲਸ, ਉਹਨਾਂ ਨੂੰ ਇੱਕ ਵੱਖਰਾ ਸ਼ਡਿਊਲ। ਇਹਨਾਂ ਦੋਵਾਂ ਨੂੰ ਫਿੱਟ ਕਰਤਾ 5ਵੇਂ ਤੇ 6ਵੇਂ ਸ਼ਡਿਊਲ 'ਚ। ਗੱਲ ਸਮਝ ਆ ਗਈ? 7ਵੇਂ ਸ਼ਡਿਊਲ 'ਚ ਸਾਡੇ ਭਾਰਤ ਦੀਆਂ ਭਾਸ਼ਾਵਾਂ ਦਾ ਜ਼ਿਕਰ ਹੋਇਆ। ਤਾਂ ਭਾਸ਼ਾ ਐਡੀ ਇੰਪੋਰਟੈਂਟ ਚੀਜ਼ ਆ ਕਿ ਇਹਨੂੰ ਇੱਕ ਵੱਖਰਾ ਸ਼ਡਿਊਲ ਮਿਲਿਆ ਹੋਇਆ ਹੈ, ਠੀਕ ਆ। ਇਹਨਾਂ ਦਾ ਇਹਨੂੰ 8ਵੇਂ ਸ਼ਡਿਊਲ 'ਚ ਭਾਸ਼ਾਵਾਂ ਦਾ ਜ਼ਿਕਰ। ਤੇ 7ਵੇਂ ਸ਼ਡਿਊਲ 'ਚ ਇੱਕ ਬੜੀ ਇੰਪੋਰਟੈਂਟ ਚੀਜ਼ ਆ, ਕੌਨਸਟੀਟਿਊਸ਼ਨ 'ਚ ਭਾਰਤ ਦੇ ਵਿੱਚ ਫਲਾਣੀ ਚੀਜ਼ ਪੁਲਿਸ ਆ, ਪੁਲਿਸ ਨੂੰ ਲੈ ਕੇ ਕਾਨੂੰਨ ਕੇਂਦਰ ਬਣਾਊਗਾ ਕਿ ਸਟੇਟ ਬਣਾਊਗੀ? ਐਜੂਕੇਸ਼ਨ ਤੇ ਲਾਅ ਕੇਂਦਰ ਬਣਾਊਗਾ ਕਿ ਸਟੇਟ ਬਣਾਊਗੀ? ਰੇਲਵੇ ਤੇ ਕਾਨੂੰਨ ਕੇਂਦਰ ਬਣਾਊਗਾ ਕਿ ਸਟੇਟ ਬਣਾਊਗੀ? ਇਹਨੂੰ ਕਹਿੰਦੇ ਆ ਸੂਚੀਆਂ ਦੀ ਵੰਡ, ਵਿਸ਼ਿਆਂ ਦੀ ਵੰਡ, ਸਬਜੈਕਟਸ ਦੀ ਡਿਵੀਜ਼ਨ, ਕਿ ਬਈ ਇਹਦੇ ਤੇ ਲਾਅ ਸੈਂਟਰ ਬਣਾ ਸਕਦੀ ਹੈ, ਇਹਦੇ ਤੇ ਸਟੇਟ, ਇਹਦੇ ਤੇ ਦੋਵੇਂ ਬਣਾ ਸਕਦੇ ਆ। ਇਹਨੂੰ ਕਹਿੰਦੇ ਆ ਡਿਵੀਜ਼ਨ ਆਫ ਲਿਸਟ। ਇਹ ਚੀਜ਼ 7ਵੇਂ ਸ਼ਡਿਊਲ 'ਚ ਲਿਖਤੀ। ਕੌਨਸਟੀਟਿਊਸ਼ਨ 'ਚ ਵੀ ਹੈਗਾ ਆਰਟੀਕਲ, ਸਪੈਸ਼ਲ ਪਾਰਟ ਆ ਵਿੱਚ ਆਰਟੀਕਲ ਆ ਸਪੈਸ਼ਲ ਇੱਕ, ਪਰ ਗੱਲ ਇਹ ਆ ਕਿ ਇਹ ਇੰਪੋਰਟੈਂਟ ਬਹੁਤ ਸੀ, ਇਹਨੂੰ 7ਵੇਂ ਤੇ ਸ਼ਡਿਊਲ 'ਚ ਲਿਖਤਾ। 8ਵੇਂ 'ਚ ਲਿਖਤੀਆਂ ਲੈਂਗੁਏਜਿਸ। ਕੌਨਸਟੀਟਿਊਸ਼ਨ ਐਵੇਂ ਬਣਿਆ ਸੀਗਾ ਮੋਟੇ ਤੌਰ ਤੇ, ਜਦੋਂ ਕੋਈ ਕਹਿੰਦਾ ਹਾਂਜੀ ਇੰਡੀਆ ਦੇ ਕੌਨਸਟੀਟਿਊਸ਼ਨ ਬਾਰੇ 20 ਸ਼ਬਦ ਬੋਲੋ, ਭਾਰਤ ਦੇ ਓਰੀਜਨਲ ਕੌਨਸਟੀਟਿਊਸ਼ਨ ਬਾਰੇ 20 ਸ਼ਬਦ ਬੋਲੋ। ਭਾਰਤ ਦੇ ਓਰੀਜਨਲ ਕੌਨਸਟੀਟਿਊਸ਼ਨ ਵਿੱਚ 395 ਆਰਟੀਕਲ, 22 ਭਾਗ ਅਤੇ 8 ਸ਼ਡਿਊਲ ਹਨ। ਬਹੁਤ ਹੈ ਇੰਨਾ ਕੁ, ਠੀਕ ਆ। ਤਾਂ ਮਤਲਬ ਕਿ ਇਸ ਤਰੀਕੇ ਦੀ ਗੱਲ ਹੋ ਗਈ, ਮੋਟੇ ਤੌਰ ਤੇ ਆਪਾਂ ਨੂੰ ਗੱਲ ਸਮਝ ਆ ਗਈ ਕਿ ਆਹ ਕੌਨਸਟੀਟਿਊਸ਼ਨ ਆ। ਪਰ ਇਸ ਕੌਨਸਟੀਟਿਊਸ਼ਨ ਦੇ ਵਿੱਚ ਬੜੀ ਸੋਹਣੀ ਗੱਲ ਸੀ, ਇੱਕ ਆਰਟੀਕਲ ਆ 368। ਕਿਹੜਾ? 368, ਆਰਟੀਕਲ ਨੰਬਰ 368, ਪਾਰਟ 20 ਆਫ ਦੀ ਕੌਨਸਟੀਟਿਊਸ਼ਨ। ਕਹਿੰਦਾ ਜੇ ਸੰਵਿਧਾਨ 'ਚ ਕੋਈ ਚੀਜ਼ ਪਸੰਦ ਨਾ ਆਈ ਨਾ, ਤਾਂ ਅਸੀਂ ਸੰਵਿਧਾਨ ਨਿਰਮਾਤਾ ਇਸ ਦੇਸ਼ ਦੀ ਸੰਸਦ, ਜਾਨੀ ਕਿ ਲੋਕ ਸਭਾ ਜਮਾ ਰਾਜ ਸਭਾ ਜਮਾ ਰਾਸ਼ਟਰਪਤੀ ਨੂੰ ਇਹ ਹੱਕ ਦੇ ਕੇ ਜਾਂਦੇ ਆ ਕਿ ਉਹ ਮਿਲ ਵੰਡ ਕੇ ਇਸ ਸੰਵਿਧਾਨ 'ਚ ਜੇ ਕੋਈ ਅਮੈਂਡਮੈਂਟ ਜਾਨੀ ਕਿ ਸੋਧ ਕਰਨਾ ਚਾਹੁੰਦੇ ਆ ਤਾਂ ਕਰ ਲੈਣ। ਪਰ ਇੱਕ ਪ੍ਰੋਵੀਜ਼ਨ ਹੋਊਗੀ, ਇੱਕ ਪੈਟਰਨ ਹੋਊਗਾ ਕਿ ਇੰਨੇ ਜਾਣਿਆਂ ਦੀ ਹਾਂ ਲੋਕ ਸਭਾ 'ਚੋਂ, ਇੰਨੇ ਜਾਣਿਆਂ ਦੀ ਹਾਂ ਰਾਜ ਸਭਾ 'ਚੋਂ, ਫਿਰ ਰਾਸ਼ਟਰਪਤੀ ਦੇ ਸਾਈਨ। ਇਹ ਤਿੰਨੇ ਚੀਜ਼ਾਂ ਜ਼ਰੂਰੀ ਨੇ, ਬਿਕੋਜ਼ ਤਿੰਨੇ ਮਿਲ ਕੇ ਪਾਰਲੀਮੈਂਟ ਬਣਦੇ ਆ। ਫਿਰ ਉਹ ਪ੍ਰੋਵੀਜ਼ਨ ਦੱਸ ਕੇ ਗਏ ਹੋਣਗੇ, ਫਿਰ ਅਮੈਂਡਮੈਂਟ ਦਾ ਪ੍ਰੋਸੀਜਰ ਵੀ ਦੱਸ ਗਏ। ਫਿਰ ਐਵੇਂ ਦੀਆਂ ਅਮੈਂਡਮੈਂਟਸ ਹੋ ਵੀ ਗਈਆਂ ਸੁੱਖ ਨਾਲ। 105 ਅਮੈਂਡਮੈਂਟਸ ਅਸੀਂ 75 ਸਾਲਾਂ 'ਚ ਕਰ ਵੀ ਦਿੱਤੀਆਂ। ਲੱਭਦੇ ਅਸੀਂ ਕਿਤੇ 75 ਵੀ ਕਿਉਂ, 72 ਸਾਲ, ਕਿਉਂਕਿ ਸੰਵਿਧਾਨ ਬਣੇ ਨੂੰ ਤਾਂ ਹਜੇ ਆਜ਼ਾਦੀ ਤੋਂ ਵੀ 3 ਸਾਲ ਘੱਟ ਹੀ ਹੋਏ ਆ। ਜੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ ਤਾਂ ਸੰਵਿਧਾਨ ਦੀ ਤਾਂ 72ਵੀਂ ਕੀ ਹੋਊਗੀ ਹੁਣ। ਤਾਂ ਕੁੱਲ ਮਿਲਾ ਕੇ ਅਸੀਂ ਕਾਹਨੂੰ ਦੱਬਦੇ ਹਾਂ? ਅਸੀਂ ਇਸ ਤਰੀਕੇ ਨਾਲ ਆਪਣਾ ਸਾਰਾ ਹਿਸਾਬ ਕਿਤਾਬ ਰੱਖਿਆ। ਸੰਵਿਧਾਨ 105 ਵਾਰ ਸੋਧ ਲਿਆ ਸੀ, ਅਮੈਂਡ ਕਰ ਲਿਆ। ਸਭ ਤੋਂ ਇੰਟਰਸਟਿੰਗ ਅਮੈਂਡਮੈਂਟ ਆ 7ਵੀਂ। ਬਹੁਤ ਹੋਈਆਂ ਪਰ 7ਵੀਂ ਕਿਉਂ? ਕਿਉਂਕਿ ਜਿਹੜਾ ਚੈਪਟਰ ਮੈਂ ਅੱਜ ਪੜ੍ਹਾਉਣ ਜਾ ਰਿਹਾ ਮਿਊਨਿਸਪੈਲਿਟੀਜ਼, ਉਹਦਾ ਸੰਬੰਧ 7ਵੀਂ ਸੋਧ ਨਾਲ ਆ। ਜਦੋਂ 7ਵੀਂ ਅਮੈਂਡਮੈਂਟ ਹੋਈ ਤਾਂ ਕੀ ਹੋਇਆ? ਬਹੁਤ ਕੁਝ ਹੋਇਆ ਹੋਊਗਾ, ਪਰ ਇੰਪੋਰਟੈਂਟ ਗੱਲ ਕੀ ਆ? ਭਾਰਤ ਦੇ ਵਿੱਚ ਜਿਹੜੀਆਂ ਸਟੇਟਾਂ ਸੀ ਨਾ, ਪਾਰਟ ਏ ਵਾਲੀਆਂ ਸਟੇਟਾਂ, ਪਾਰਟ ਬੀ, ਪਾਰਟ ਸੀ, ਪਾਰਟ ਡੀ, ਇਹ ਕਿਸੇ ਨੂੰ ਪਸੰਦ ਨਹੀਂ ਆਈਆਂ। ਨਹਿਰੂ ਜੀ ਨੂੰ ਨਹੀਂ ਪਸੰਦ ਆਈਆਂ। ਉਹਨਾਂ ਨੇ ਇੱਕ ਜੱਜ ਫਜ਼ਲ ਅਲੀ ਦੀ ਕਮੇਟੀ ਬਣਾਤੀ ਕਿ 10 ਵੀ ਕਾਕਾ ਕਿਆ ਕੀਆ ਜਾਏ। ਫਿਰ ਉਹਨਾਂ ਨੇ ਸਿਰੇ ਲਾਤੀ, ਕਹਿੰਦੇ ਆ ਪਾਰਟ ਏ, ਪਾਰਟ ਬੀ, ਪਾਰਟ ਸੀ, ਵਾਟ ਇਜ਼ ਦਿਸ? ਕਹਿੰਦਾ ਖਤਮ ਕਰੋ ਇਹ ਸਾਰਾ ਝੰਜਟ, ਕੌਨਸਟੀਟਿਊਸ਼ਨ ਨੂੰ ਅਮੈਂਡ ਕਰੋ, ਕੌਨਸਟੀਟਿਊਸ਼ਨ ਦੀ ਰੀਸਟਰਕਚਰਿੰਗ ਕਰੋ। ਉਹਨਾਂ ਨੇ ਆ ਸਾਰਾ ਕੁਝ ਖਤਮ ਕਰਕੇ ਭਾਰਤ ਦੀਆਂ ਸਾਰੀਆਂ ਪਾਰਟ 6, 7, 8, 9 ਖਤਮ ਕਰਕੇ ਕਹਿਤਾ ਅੱਜ ਤੋਂ ਬਾਅਦ ਭਾਰਤ 'ਚ 2 ਹੀ ਚੀਜ਼ਾਂ ਹੋਣਗੀਆਂ, ਜਾਂ ਸਟੇਟ ਤੇ ਜਾਂ ਯੂਨੀਅਨ ਟੈਰੀਟਰੀਜ਼। ਯੂਨੀਅਨ ਟੈਰੀਟਰੀਜ਼ ਸ਼ਬਦ ਸਭ ਤੋਂ ਪਹਿਲੀ ਵਾਰ ਕਦੋਂ ਆਇਆ? 1956, 7ਵੀਂ ਕੌਨਸਟੀਟਿਊਸ਼ਨਲ ਅਮੈਂਡਮੈਂਟ ਤੋਂ ਬਾਅਦ। ਕਿਹੜੀ ਅਮੈਂਡਮੈਂਟ ਤੋਂ ਬਾਅਦ? 7ਵੀਂ ਕੌਨਸਟੀਟਿਊਸ਼ਨਲ ਅਮੈਂਡਮੈਂਟ ਤੋਂ ਬਾਅਦ ਆਇਆ ਇਹ ਸ਼ਬਦ।
ਐਨੀ ਡਾਊਟ? ਤਾਂ ਕੀ ਹੋਇਆ, 6ਵੇਂ ਪਾਰਟ 'ਚ ਤਾਂ ਰਹਿ ਗਈਆਂ ਸਟੇਟਸ, 7ਵਾਂ ਖਾਲੀ, 8ਵੇਂ 'ਚ ਰਹਿ ਗਈਆਂ ਯੂਨੀਅਨ ਟੈਰੀਟਰੀਜ਼, 9ਵਾਂ ਖਾਲੀ। ਭਾਰਤ ਦੇ ਕੌਂਸਟੀਟਿਊਸ਼ਨ 'ਚ ਇੱਕ ਬੜਾ ਸ਼ੌਕਿੰਗ ਦੇਖਣ ਨੂੰ ਮਿਲਿਆ, ਸ਼ੌਕ ਦੇਖਣ ਨੂੰ ਮਿਲਿਆ। ਕੌਂਸਟੀਟਿਊਸ਼ਨ ਦੇ 22 ਭਾਗ ਹੁਣ 22 ਨਹੀਂ ਰਹੇ, ਕਿੰਨੇ ਰਹਿ ਗਏ? 20। ਕਿਉਂ? 7ਵਾਂ ਖਾਲੀ ਹੈ ਤੇ 9ਵਾਂ ਖਾਲੀ ਹੈ, ਤਾਂ 22 - 2 ਕੀ ਹੋ ਗਿਆ? 20। ਕੌਂਸਟੀਟਿਊਸ਼ਨ 'ਚ ਹੁਣ ਇੱਕ ਨਵੀਂ ਚੀਜ਼ ਆ ਗਈ, ਜਾਂ ਸਾਡੇ ਦੇਸ਼ 'ਚ ਸਟੇਟਸ ਨੇ ਤੇ ਜਾਂ ਕੀ ਹੈ? ਯੂਨੀਅਨ ਟੈਰੀਟਰੀਜ਼। 31 ਅਕਤੂਬਰ 1956 ਜਾਂ 1 ਨਵੰਬਰ 1956, ਇਹ ਦੋ ਤਰੀਕਾਂ 'ਚ ਕੋਈ ਇੱਕ ਤਰੀਕ ਸੀ ਜਿਸ ਦਿਨ ਇਹ ਅਮੈਂਡਮੈਂਟ ਲਾਗੂ ਹੋਈ। ਉਸ ਦਿਨ ਬਹੁਤ ਵੱਡਾ ਫਰਕ ਪਿਆ। ਪਾਰਟ B ਦੀਆਂ ਸਟੇਟਾਂ ਜਿਹੜੀਆਂ ਸੀਗੀਆਂ ਨਾ, ਉਹਨਾਂ ਨੂੰ ਚੱਕ ਕੇ ਕਿਹਦੇ 'ਚ ਮਰਜ ਕਰ ਦਿੱਤਾ ਗਿਆ? ਪਾਰਟ A 'ਚ। ਇਹਦਾ ਸਾਡੇ ਤੇ ਕੋਈ ਅਸਰ ਪਿਆ? ਪੰਜਾਬੀਆਂ ਤੇ, ਆਪਾਂ ਜਿਹੜੇ ਤੁਸੀਂ ਮੈਂ ਜਿਹੜੇ ਪੰਜਾਬ 'ਚ ਰਹਿੰਦੇ ਆ, ਬਹੁਤ ਅਸਰ ਪਿਆ। ਪੈਪਸੂ ਉਦੋਂ ਇੱਕ ਸਟੇਟ ਹੁੰਦੀ ਸੀਗੀ, ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ, ਉਹ ਉਸ ਦਿਨ ਪੰਜਾਬ 'ਚ ਵੀ ਮਰਜ ਹੋਈ ਹੈ। ਪੰਜਾਬ ਉਸ ਦਿਨ ਪੰਜਾਬ ਨਹੀਂ ਰਿਹਾ, ਮਹਾ ਪੰਜਾਬ ਹੋ ਗਿਆ ਸੀਗਾ। ਯਾਦ ਆ? ਸਮਝ ਗਏ? ਹੁਣ ਤੁਸੀਂ ਕਹੋਗੇ ਕਿ ਹਾਂ ਅਸੀਂ ਪੰਜਾਬ ਦੀ ਹਿਸਟਰੀ ਪੜ੍ਹਾਂਗੇ। ਜਦੋਂ ਤੁਸੀਂ ਪੰਜਾਬ ਦੀ ਹਿਸਟਰੀ ਜਦੋਂ ਗੁਰੂ ਕਾਲ ਤੋਂ ਲੈ ਕੇ ਜਦੋਂ ਆਜ਼ਾਦੀ ਤੋਂ ਬਾਅਦ ਜਾਓਗੇ ਤਾਂ ਅਚਾਨਕ 1956 'ਚ ਇੱਕ ਤਰੀਕ ਆਊਗੀ ਕਿ ਪੈਪਸੂ ਪੰਜਾਬ 'ਚ ਮਰਜ ਹੋ ਗਿਆ ਜੀ। ਉਹ ਐਵੇਂ ਥੋੜ੍ਹਾ ਹੋਇਆ ਸੀ, ਉਹ ਤਾਂ ਪੋਲਿਟੀ ਦੇ ਇਸ ਐਂਗਲ ਤੋਂ ਫਰਕ ਪਤਾ ਲੱਗ ਗਿਆ ਕਿ ਪੈਪਸੂ ਪੰਜਾਬ 'ਚ ਕਿਉਂ ਮਰਜ ਹੋਇਆ ਹੈ। ਗੱਲ ਕਲੀਅਰ ਹੋ ਗਈ? ਤਾਂ ਉਹ ਕਹਾਣੀ ਆ ਸੀ, ਪੈਪਸੂ ਦਾ ਪੰਜਾਬ 'ਚ ਮਰਜ ਹੋਣਾ ਵੀ ਪਾਰਟ B ਟਾਈਪ ਦੀਆਂ ਸਟੇਟਾਂ ਦਾ ਪਾਰਟ A ਵਾਲੀਆਂ ਸਟੇਟਾਂ 'ਚ ਮਰਜ ਹੋਣਾ ਸੀਗਾ। ਪਰ ਪਾਰਟ B ਸੀ ਪੈਪਸੂ ਜਿਹੜੀ ਰਾਜਿਆਂ ਤੋਂ ਲਈ ਸੀ, ਪਾਰਟ A ਸੀ ਪੰਜਾਬ ਜੋ ਅੰਗਰੇਜ਼ਾਂ ਤੋਂ ਸਿੱਧੀ ਖੋਈ ਸੀ, B ਦਾ A 'ਚ ਮਰਜ ਹੋ ਗਏ। ਸਾਡੇ ਚੈਪਟਰ ਨਾਲ ਕੀ ਸੰਬੰਧ ਇਹਦਾ? ਸੰਬੰਧ ਹਜੇ ਤੱਕ ਵੀ ਨਹੀਂ ਸਮਝ ਆਇਆ। ਉਸ ਤੋਂ ਬਾਅਦ ਅੱਗੇ ਜਾ ਕੇ ਵਕਤ ਬਦਲਿਆ, ਇੰਦਰਾ ਗਾਂਧੀ ਇਸ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਹੋਊਗੀ। ਇੰਦਰਾ ਗਾਂਧੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਅੱਗੇ ਵੀ ਆਏ ਤੇ ਪਹਿਲਾਂ ਵੀ ਆਏ ਸੀਗੇ। ਭਾਰਤ ਦੇ ਸੰਵਿਧਾਨ 'ਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਸੀਗਾ ਕਿ ਤੀਜੇ ਟਾਇਰ ਦੀ ਸਰਕਾਰ ਹੋਵੇ। ਕਿਹੜੀ ਸਰਕਾਰ ਹੋਵੇ? ਤੀਜੇ ਟਾਇਰ ਦੀ। ਪਹਿਲੇ ਟਾਇਰ ਦੀ ਸਰਕਾਰ ਹੁੰਦੀ ਹੈ ਕੇਂਦਰ ਸਰਕਾਰ, ਦੂਜੇ ਟਾਇਰ ਦੀ ਸਰਕਾਰ ਹੁੰਦੀ ਹੈ ਸੂਬਾ ਸਰਕਾਰ ਸਟੇਟ ਗੌਰਮੈਂਟ, ਤੇ ਤੀਸਰੇ ਟਾਇਰ ਦੀ ਸਰਕਾਰ ਹੁੰਦੀ ਹੈ ਲੋਕਲ ਗੌਰਮੈਂਟ ਸਥਾਨਕ ਸਰਕਾਰਾਂ, ਜਿਨ੍ਹਾਂ ਨੂੰ ਸ਼ਹਿਰਾਂ 'ਚ ਮੁਨਸੀਪੈਲਿਟੀਆਂ ਕਿਹਾ ਜਾਂਦਾ ਹੈ, ਨਗਰ ਪਾਲਿਕਾਵਾਂ ਕਿਹਾ ਜਾਂਦਾ ਤੇ ਪਿੰਡਾਂ 'ਚ ਪੰਚਾਇਤਾਂ ਕਿਹਾ ਜਾਂਦਾ ਹੈ। ਇਸ ਤੀਸਰੇ ਟਾਇਰ ਦੀ ਸਰਕਾਰ ਦਾ ਭਾਰਤੀ ਸੰਵਿਧਾਨ 'ਚ ਕਿਤੇ ਜ਼ਿਕਰ ਹੀ ਨਹੀਂ ਸੀਗਾ, ਹੈ ਹੀ ਨਹੀਂ ਸੀ ਜ਼ਿਕਰ ਕਿਤੇ। ਮਾੜਾ ਮੋਟਾ ਜਾ ਕਿਤੇ ਨਾ ਆ ਜਿਹੜੀਆਂ ਸਰਕਾਰ ਦੀਆਂ ਨੈਤਿਕ ਜ਼ਿੰਮੇਵਾਰੀਆਂ ਨਹੀਂ ਪਾਰਟ 4 'ਚ, ਇੱਥੇ ਆਰਟੀਕਲ 40 'ਚ ਵਿੱਚ ਜੇ ਲਿਖਿਆ ਸੀ ਕਿ ਜੇ ਸਰਕਾਰਾਂ ਦਾ ਮੂਡ ਬਣੇ ਤਾਂ ਪੰਚਾਇਤਾਂ ਬਣਾ ਦੇਣ। ਗੱਲ ਬਣਦੀ ਹੈ ਕੋਈ? ਨਹੀਂ ਸੀ ਇੰਨਾ ਜ਼ਿਕਰ। ਪਰ ਇਹਦੇ ਪਿੱਛੇ ਟੈਕਨੀਕਲ ਕਾਰਨ ਸੀਗਾ ਕਿ ਪੰਚਾਇਤਾਂ ਨੂੰ ਸੰਵਿਧਾਨਕ ਦਰਜਾ ਦੇਣ ਪਿੱਛੇ ਕਿਹੜਾ ਬੰਦਾ ਸੀਗਾ ਕਿ ਪੰਚਾਇਤਾਂ ਨੂੰ, ਮੁਨਸੀਪੈਲਿਟੀਆਂ ਨੂੰ, ਯਾਨੀ ਕਿ ਸਥਾਨਕ ਲੋਕਲ ਸਰਕਾਰਾਂ ਨੂੰ ਦਰਜਾ ਦਿਓ? ਮਹਾਤਮਾ ਗਾਂਧੀ। ਤੇ ਕੌਣ ਅੜੀ ਕਰੀ ਬੈਠਾ ਸੀ ਕਿ ਨਹੀਂ ਦੇਣਾ? BR ਅੰਬੇਦਕਰ। ਇੱਕ ਬੜਾ ਪ੍ਰੋਗਰੈਸਿਵ ਬੰਦਾ ਜਿਹਨੂੰ ਅਸੀਂ ਫਾਦਰ ਆਫ ਇੰਡੀਅਨ ਕੌਂਸਟੀਟਿਊਸ਼ਨ ਕਹਿੰਦੇ ਆ। ਇਹ ਕਿਵੇਂ ਹੋ ਸਕਦਾ ਯਾਰ ਕਿ ਉਹ ਬੰਦਾ ਭਾਰਤ 'ਚ ਸਥਾਨਕ ਸਰਕਾਰਾਂ, ਲੋਕਲ ਗੌਰਮੈਂਟ ਨੂੰ ਬਣਾਉਣ ਦੇ ਅਗੇਂਸਟ ਹੋਵੇ? ਇਜ਼ ਇਟ ਪੋਸੀਬਲ? ਲੱਗਦਾ ਤੁਹਾਨੂੰ ਕਿ ਉਹ ਐਵੇਂ ਕਰ ਸਕਦਾ ਹੈ? ਕਰ ਸਕਦਾ ਹੈ ਬਿਕੋਜ਼ ਗਰਾਊਂਡ ਲੈਵਲ ਦੀ ਰਿਐਲਿਟੀ ਤੋਂ ਜਿਹੜਾ ਬੰਦਾ ਵਾਕਿਫ ਹੋਵੇ ਨਾ, ਤੇ ਜਿਹੜਾ ਬੰਦਾ ਦਫ਼ਤਰਾਂ 'ਚ ਬਹਿ ਕੇ ਪਾਲਿਸੀਆਂ ਬਣਾਉਂਦਾ ਹੈ, ਬੜਾ ਫਰਕ ਹੁੰਦਾ ਦੋਵਾਂ 'ਚ। ਕਈ ਵਾਰੀ ਜਿਹੜੇ ਮਤਲਬ ਕਿ ਗਰਾਊਂਡ ਲੈਵਲ ਦੀ ਰਿਐਲਿਟੀ ਤੋਂ ਵਾਕਿਫ ਨਹੀਂ ਹੁੰਦੇ, ਉਹ ਕਈ ਵਾਰੀ ਦਫ਼ਤਰਾਂ 'ਚ ਬੈਠੇ ਕਰੀਕੁਲਮ ਬਦਲ ਦਿਓ ਜੀ, ਜੇ ਦੇਸ਼ ਪੰਜਾਬ ਦੀ ਤਰੱਕੀ ਕਰਨੀ ਆ, ਪੰਜਾਬ 'ਚ ਐਜੂਕੇਸ਼ਨ ਸਿਸਟਮ ਨੂੰ ਸੁਧਾਰਨਾ ਹੈ ਤਾਂ ਟੀਚਰਸ ਨੂੰ ਐਂ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ ਹੈ, ਠੀਕ ਆ, ਟੀਚਰਸ ਦੀਆਂ ਵਰਕਸ਼ਾਪਸ ਲਾਉਣੀਆਂ ਚਾਹੀਦੀਆਂ। ਉਹ ਕੁਛ ਨਹੀਂ ਲੋੜ, ਤੁਸੀਂ ਇੱਕ ਵਾਰੀ ਗਰਾਊਂਡ ਲੈਵਲ 'ਤੇ ਜਾਓ ਤਾਂ ਸਹੀ। ਉਹ ਉਹਨਾਂ ਨੂੰ ਮਿਡ ਡੇ ਮੀਲ ਦੀ ਮਾਂਹ ਦੀ ਦਾਲ 'ਚੋਂ ਬਾਹਰ ਕੱਢ ਦਿਓ, ਠੀਕ ਆ। ਜਦੋਂ ਇੱਕ ਮਾਸਟਰ ਨੂੰ ਟੈਨਸ਼ਨ ਇਹ ਆ, ਉਹ ਖੰਡ ਮੁੱਕ ਗਈ ਭੈਣ ਜੀ, ਆਇਆ ਮੈਂ ਖੰਡ ਲੈ ਕੇ, ਉਹ ਕੀ ਪੜ੍ਹਾ ਲੂ ਵਿਚਾਰਾ, ਕਿਹੜੇ ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਪੜ੍ਹਾ ਲੂਗਾ। ਗਰਾਊਂਡ ਲੈਵਲ ਦੀ ਰਿਐਲਿਟੀ ਤੋਂ ਸ਼ਾਇਦ ਅਸੀਂ ਵਾਕਿਫ ਨਹੀਂ ਹੁੰਦੇ, ਜਾਂ ਅਸੀਂ ਦੇਖ ਕੇ ਅੱਖਾਂ ਮੀਚ ਲੈਂਦੇ ਹਾਂ ਕਿ ਚਲੋ ਯਾਰ ਜਿਵੇਂ ਚੱਲਣ ਦਿਓ, ਠੀਕ ਆ। ਸੋ ਇਹ ਸੱਚਾਈ ਆ। ਉਹ ਤਾਂ ਹੀ ਤਾਂ ਪੰਗਾ ਪੈਂਦਾ ਜਦੋਂ ਕੋਈ SDM DC ਛਾਪਾ ਮਾਰ ਲੈਂਦਾ ਸਕੂਲਾਂ 'ਚ ਤੇ ਟੀਚਰਾਂ ਦੇ ਗਲ ਪੈ ਜਾਂਦੇ ਆ। ਟੀਚਰ ਅੱਗੇ ਸਮਝਾਉਂਦੇ ਰਹਿ ਜਾਂਦੇ ਆ। ਦੋਵਾਂ ਦਾ ਦੇਖੋ, ਇੱਕ DC ਬਣੇ ਬੰਦੇ ਦਾ ਤੇ ਇੱਕ ਟੀਚਰ ਦੇ ਬੈਕਗਰਾਊਂਡ 'ਚ ਬੜਾ ਫਰਕ ਆ। ਕਹਿਣ ਦੀ ਗੱਲ ਆ, ਹਜੇ ਵੀ ਇੱਕ ਸੱਚ ਆ ਕਿ ਇਸ ਦੇਸ਼ 'ਚ IAS IPS PCS PPS ਦੀ ਪੜ੍ਹਾਈ ਜਿਹੜੀ ਹੈ ਨਾ, ਉਹ ਐਲੀਟ ਆ, ਬਹੁਤ ਅਮੀਰਾਂ ਦੀ ਪੜ੍ਹਾਈ ਆ। ਤੁਸੀਂ ਇਹ ਕਹਿ ਸਕਦੇ ਹੋ ਕਿ ਠੀਕ ਆ ਯਾਰ, ਅਸੀਂ ਤਾਂ ਬੜੇ ਪਿੰਡਾਂ ਦੇ ਸਕੂਲਾਂ 'ਚ ਪੜ੍ਹੇ ਹੋਵੋਗੇ, ਪਰ ਜਦੋਂ ਤੁਸੀਂ ਅਫਸਰ ਲੱਗੇ ਹੋ ਤਾਂ ਅਫਸਰ ਤੁਸੀਂ ਕੋਚਿੰਗ ਇੰਸਟੀਟਿਊਟਾਂ 'ਚ ਪੜ੍ਹ ਕੇ ਲੱਗ ਗਏ। ਤੁਸੀਂ ਬਦਲ ਗਏ ਯਾਰ ਉਦੋਂ ਤੋਂ ਬਾਅਦ, ਕਿਉਂਕਿ ਤੁਹਾਨੂੰ ਲੱਗਣ ਲੱਗ ਪਿਆ ਕਿ ਸਾਰਾ ਸਿਸਟਮ ਹੀ ਐਵੇਂ ਚੱਲਣ ਲੱਗ ਪਿਆ, ਤਾਂ ਤੁਸੀਂ ਵੀ ਫਿਰ ਨਾ ਕਿਤਾਬਾਂ ਪੜ੍ਹ ਕੇ ਕਿਤਾਬੀ ਹੋ ਗਏ। ਤੁਸੀਂ ਵੀ ਉਹਨਾਂ ਰਿਐਲਿਟੀਜ਼ ਤੋਂ ਵਾਕਫੀਅਤ ਜਿਹੜੀ ਆ ਮੂੰਹ ਮੋੜ ਲਿਆ। ਤੁਹਾਨੂੰ ਵੀ ਲੱਗਣ ਲੱਗ ਪਿਆ ਕਿ ਜੇ ਇੱਥੇ ਬੱਚੇ ਨਹੀਂ ਪੜ੍ਹ ਰਹੇ ਤਾਂ ਟੀਚਰ ਦਾ ਕਸੂਰ ਆ ਜਾਂ ਬੱਚਿਆਂ ਦਾ ਕਸੂਰ ਆ। ਹਾਲਾਤਾਂ ਨੂੰ ਅਸੀਂ ਵਿੱਚੋਂ ਇਗਨੋਰ ਕਰਤਾ।
ਅਸੀਂ ਤਾਂ ਉਹ ਫਿਜ਼ਿਕਸ ਦੇ ਸਟੂਡੈਂਟ ਵਰਗੇ ਹੋ ਗਏ ਜਿਹਨੂੰ ਇੱਕ ਫਾਰਮੂਲਾ ਯਾਦ ਆ ਕਿ v = u + at, ਕਿ ਜੇ ਇੰਨੀ ਸਪੀਡ ਨਾਲ ਇੰਨੇ ਐਂਗਲ ਤੇ ਗੇਂਦ ਸਿੱਟਾਂਗੇ ਤਾਂ ਗੇਂਦ ਸਭ ਤੋਂ ਵੱਧ ਦੂਰੀ ਤੈਅ ਕਰੂਗੀ, ਹੌਰੀਜ਼ੋਨਟਲ ਰੇਂਜ, ਫਲਾਣਾ ਟਮਕਾਣਾ। ਅਸੀਂ ਕਦੀ ਦੇਖਦੇ ਵੀ ਨਹੀਂ ਕਿ ਵਿੱਚ ਨਾ ਇੱਕ 에ਅਰ ਫ੍ਰਿਕਸ਼ਨ ਵੀ ਹੁੰਦੀ ਹੈ। ਹੁਣ ਤੁਹਾਨੂੰ ਕਿਸੇ ਨੇ ਕਹਿਤਾ ਕਿ ਤੁਸੀਂ ਪਲਾਸਟਿਕ ਦੀ ਗੇਂਦ ਇੰਨੇ ਐਂਗਲ ਤੇ ਸਿੱਟੋ ਤੇ ਉਹ ਸਭ ਤੋਂ ਵੱਧ ਦੂਰੀ ਤੈਅ ਕਰੂਗੀ, ਠੀਕ ਆ। ਜੇ ਉਦੋਂ ਹਵਾ ਚੱਲ ਗਈ ਫੇਰ, ਠੀਕ ਆ, ਤੇ ਹਵਾ ਚੱਲ ਗਈ ਤੇ ਹਵਾ ਆਈ ਵੀ ਉਲਟ ਪਾਸਿਓਂ ਤਾਂ ਤੁਹਾਡੀ ਗੇਂਦ ਹਿੱਲਣ ਲੱਗੀ, ਉੱਧਰ ਨੂੰ ਉੱਡ ਗਈ, ਕਿੱਥੇ ਗਈ ਤੁਹਾਡੀ ਫਿਜ਼ਿਕਸ? ਤੁਹਾਡੀ ਲਿਖੀ ਹੋਈ ਥਿਊਰੀ ਉਦੋਂ ਬਦਲ ਜਾਂਦੀ ਆ ਜਦੋਂ ਬਾਹਰੀ ਤਾਕਤਾਂ, ਜਿਵੇਂ ਇੱਥੇ ਹਵਾ ਨੇ ਕੀਤਾ, ਬਾਹਰੀ ਹਾਲਾਤ ਜਦੋਂ ਤੁਹਾਡਾ ਸਾਰਾ ਕੁਝ ਬਦਲ ਦੇਣ। ਇੱਕ ਸਕੂਲ, ਇੱਕ ਟੀਚਰ ਜਿਹੜਾ ਕਿ ਯਾਰ ਇੱਕ ਗੱਲ ਦੱਸੋ, ਟੈਟ ਅਤੇ ਮਾਸਟਰ ਕੈਡਰ ਤੇ ਮੈਥ ਸਾਇੰਸ ਦੇ ਪੇਪਰ ਕਿਤੇ ਸੌਖੇ ਹੁੰਦੇ ਆ? ਜਿਹੜਾ ਇੰਨਾ ਕੁਝ ਪੜ੍ਹ ਕੇ ਕਰਕੇ ਗਿਆ ਕਿ ਉਹ 9ਵੀਂ ਵਾਲੇ ਨੂੰ ਪੜ੍ਹਾ ਨਹੀਂ ਸਕਦਾ, ਬੀਐਡ ਚੋਂ ਇੰਨਾ ਕੁਝ ਸਿੱਖ ਕੇ ਗਿਆ, ਪੜ੍ਹਾ ਨਹੀਂ ਸਕਦਾ? ਸਭ ਕੁਝ ਕਰ ਸਕਦਾ ਹੈ, ਕਰਨ ਦੇ ਨਹੀਂ, ਠੀਕ ਹੈ। ਰੌਲਾ ਹੀ ਇਹ ਹੈ। ਖੈਰ ਉਹਨਾਂ ਦੀ ਵੀ ਆਪਣੀਆਂ ਕੁਝ ਮਜਬੂਰੀਆਂ, ਕੁਝ ਉਹਨਾਂ ਦੀਆਂ ਕਮੀਆਂ ਵੀ ਹੋਣਗੀਆਂ, ਉਹਨਾਂ ਨੂੰ ਮੈਂ ਖਾਰਜ ਨਹੀਂ ਕਰਦਾ, ਉਹ ਵੀ ਬਹੁਤ ਨੇ, ਪਰ ਹਾਂ ਸਭ ਕੁਝ ਬਦਲਣਾ ਪਊਗਾ। ਹੁਣ BR ਅੰਬੇਦਕਰ ਗਰਾਊਂਡ ਲੈਵਲ ਦੀ ਰਿਐਲਿਟੀ ਤੋਂ ਵਾਕਫ ਬਹੁਤ ਸੀ, ਮਹਾਤਮਾ ਗਾਂਧੀ ਘੱਟ ਵਾਕਫ ਸੀ। ਮਹਾਤਮਾ ਗਾਂਧੀ ਨੇ ਪੂਰੇ ਭਾਰਤ ਦਾ ਭ੍ਰਮਣ ਕੀਤਾ ਜ਼ਰੂਰ ਸੀ, ਪਰ BR ਅੰਬੇਦਕਰ ਤੇ ਮਹਾਤਮਾ ਗਾਂਧੀ 'ਚ ਕੀ ਸੀ ਫਰਕ ਸੀਗਾ? ਮਹਾਤਮਾ ਗਾਂਧੀ ਇਸ ਭਾਰਤ ਦੇ ਸਾਰੇ ਦਲਿਤ ਵਰਗ ਦੇ ਲੋਕਾਂ ਨੂੰ ਮਿਲੇ ਸੀ, ਇਸ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ। ਅੰਬੇਦਕਰ ਖੁਦ ਦਲਿਤ ਸੀ, ਸਭ ਕੁਝ ਹੰਢਾਇਆ ਸੀ। ਹੰਢਾਉਣ ਵਾਲੇ ਤੇ ਸਮਝਣ ਵਾਲੇ 'ਚ ਬੜਾ ਫਰਕ ਆ। ਕਹਿੰਦੇ ਆ ਨਾ ਕਿ ਜੇ ਔਰਤਾਂ ਦੀ ਹੱਕ ਦੀ ਲੜਾਈ ਆ, ਇੱਕ ਔਰਤ ਹੀ ਲੀਡ ਕਰੇ ਤਾਂ ਜ਼ਿਆਦਾ ਵਧੀਆ ਹੈ। ਮਰਦ ਕਦੇ ਔਰਤਾਂ ਦੀ ਹੱਕ ਦੀ ਲੜਾਈ ਨੂੰ ਲੀਡ ਨਹੀਂ ਕਰ ਸਕਦੇ। ਵਜ੍ਹਾ ਸ਼ਾਇਦ ਇੱਕ ਮਰਦ ਔਰਤ ਨੂੰ ਸਮਝ ਤਾਂ ਬਹੁਤ ਸਕਦਾ ਹੈ, ਠੀਕ ਆ, ਪਰ ਆਪਣੇ ਤੇ ਉਹਦੀ ਪੀੜਾ ਨੂੰ ਸਹਿਣ ਨਹੀਂ ਕਰ ਸਕਦਾ, ਬਿਕੋਜ਼ ਸ਼ਾਇਦ ਉਹ ਇਸ ਚੀਜ਼ ਨੂੰ ਸਮਝ ਹੀ ਨਹੀਂ ਸਕਦਾ ਕਿ ਜੇ ਇੱਕ ਔਰਤ ਲਗਾਤਾਰ 30 ਦਿਨ ਸੰਘਰਸ਼ ਤੇ ਬੈਠੀ ਆ ਤਾਂ ਸ਼ਾਇਦ ਉਹ ਵਿੱਚੋਂ 7 ਦਿਨ ਆਪਣੀ ਕਿਸੇ ਬਾਇਓਲੋਜੀਕਲ ਸਿਚੁਏਸ਼ਨ ਕਰਕੇ ਨਾ ਤੰਗ ਹੋਵੇ, ਉਹ ਤਾਂ ਨਹੀਂ ਮਰਦ ਆਪਣੇ ਤੇ ਚੱਲ ਸਕਦਾ ਨਾ। ਤਾਂ ਇੱਕ ਔਰਤ ਦੇ ਹੱਕ ਸਿਰਫ ਇੱਕ ਔਰਤ ਹੀ ਜ਼ਿਆਦਾ ਵਧੀਆ ਦਵਾ ਸਕਦੀ ਆ। ਇਹਦਾ ਸ਼ਾਇਦ ਤੁਹਾਡੇ ਨਾਲੋਂ ਵੱਧ, ਜੇ ਔਰਤਾਂ ਨਾਲੋਂ ਵੱਧ, ਤੇ ਇੱਕ ਦਲਿਤ ਹੀ ਸ਼ਾਇਦ ਦਲਿਤ ਮੂਵਮੈਂਟ ਨੂੰ ਜ਼ਿਆਦਾ ਵਧੀਆ ਲੀਡ ਕਰ ਸਕਦਾ ਹੈ, ਦੂਜਾ ਸ਼ਖਸ ਨਹੀਂ ਕਰ ਸਕਦਾ। ਖੈਰ BR ਅੰਬੇਦਕਰ ਕਿਉਂ ਗਰਾਊਂਡ ਲੈਵਲ ਦੀ ਰਿਐਲਿਟੀ ਤੋਂ ਵਾਕਫ ਸੀ? ਉਹ ਕਹਿੰਦਾ ਜੇ ਮੈਂ ਪਿੰਡਾਂ ਦੀਆਂ ਪੰਚਾਇਤਾਂ ਤੇ ਸ਼ਹਿਰ ਦੀਆਂ ਮੁਨਸੀਪੈਲਿਟੀਆਂ ਨੂੰ ਹੱਕ ਦੇਤੇ ਨਾ, ਜੇ ਮੈਂ ਪਿੰਡਾਂ ਦੀਆਂ ਪੰਚਾਇਤਾਂ ਤੇ ਸ਼ਹਿਰ ਦੀਆਂ ਮੁਨਸੀਪੈਲਿਟੀਆਂ ਨੂੰ ਹੱਕ ਦੇਤੇ ਨਾ, ਕਹਿੰਦਾ ਇੱਥੋਂ ਹੀ ਤਾਂ ਸਾਡਾ ਜਾਤੀਵਾਦ ਉੱਠਿਆ ਸੀਗਾ। ਕਹਿੰਦਾ ਇਹਨਾਂ ਨੂੰ ਸੰਵਿਧਾਨਕ ਦਰਜਾ ਦੇਦਾ, ਇੱਕ ਸਾਡਾ ਕੱਢ ਜਲੂਸ ਦੇਣਗੇ। ਸੋ ਇਸ ਕਰਕੇ ਅੰਬੇਦਕਰ ਸਾਹਿਬ ਨੇ ਇਸ ਚੀਜ਼ ਤੇ ਅੜੀ ਰੱਖੀ ਕਿ ਇੱਥੋਂ ਸੰਵਿਧਾਨਕ ਦਰਜਾ ਨਹੀਂ ਦੇਣਾ, ਸਭ ਉੱਪਰੋਂ ਚੱਲੂਗਾ। ਜੇ ਕੇਂਦਰ ਸਰਕਾਰ ਧੱਕਾਸ਼ਾਹੀ ਕਰੂਗੀ ਤਾਂ ਸਭ ਦੇ ਛਿੱਤਰ ਬਰਾਬਰ ਬਹਿਣ। ਫਿਰ ਇਹ ਕਿਉਂਕਿ ਦਲਿਤਾਂ ਨੂੰ ਤੇ ਜ਼ਿਆਦਾ ਐਕਸਪਲੋਇਟੇਸ਼ਨ, ਇਹ ਸੱਚ ਸੀਗਾ ਉਹਨਾਂ ਦਾ ਜੋ ਦੱਸਣਾ ਚਾਹੁੰਦੇ ਸੀ। ਤੇ ਗਾਂਧੀ ਜੀ ਜਿਹੜਾ ਸੱਚ ਸੁਣਨਾ ਨਹੀਂ ਸੀ ਚਾਹੁੰਦੇ। ਗਾਂਧੀ ਹਮੇਸ਼ਾ ਹੀ ਫੇਵਰ 'ਚ ਰਹੇ ਸੀਗੇ ਕਿ ਪੰਚਾਇਤਾਂ ਨੂੰ ਤੇ ਮੁਨਸੀਪੈਲਿਟੀਆਂ ਨੂੰ ਸੰਵਿਧਾਨ 'ਚ ਸਪੈਸ਼ਲ ਪਾਰਟ ਬਣਾ ਕੇ ਭਾਗ ਦਿਓ। ਖੈਰ ਫਿਰ ਕੌਨਸਟੀਟਿਊਸ਼ਨ ਮੇਕਰਸ ਨੇ ਵਿਚਲਾ ਰਾਹ ਲੱਭਿਆ, ਕਹਿੰਦੇ ਨਾ ਦਿਓ ਨਾ, ਇਹਦਾ ਕੌਨਸਟੀਟਿਊਸ਼ਨ ਦਾ ਜਿਹੜਾ ਭਾਗ ਚੌਥਾ ਜਿੱਥੇ ਸਰਕਾਰ ਦੀਆਂ ਜ਼ਿੰਮੇਵਾਰੀਆਂ, ਉੱਥੇ ਆਰਟੀਕਲ 40 'ਚ ਲਿਖ ਦਿਓ ਕਿ ਜਿੱਦਣ ਸਰਕਾਰ ਦਾ ਮੂਡ ਹੋਵੇ ਉਦਣ ਪੰਚਾਇਤਾਂ ਬਾਰੇ ਸੋਚਿਆ ਜਾਵੇ। ਉੱਥੇ ਲੈ ਕੇ ਚਲੇ ਗਏ ਆਰਟੀਕਲ 40 'ਚ, ਬਸ ਫਿਰ ਕੀ ਲੋੜ ਸੀ। ਫਿਰ ਇਸ ਦੇਸ਼ 'ਚ ਇੱਕ ਲੜਾਈ ਚੱਲੀ 1950 ਤੋਂ ਬਾਅਦ ਪੰਚਾਇਤਾਂ ਤੇ ਮੁਨਸੀਪੈਲਿਟੀਆਂ ਨੂੰ ਹੱਕ ਦਿਵਾਉਣ ਦੀ। ਕਮੇਟੀਆਂ ਬਣੀਆਂ, ਬਲਵੰਤ ਰਾਏ ਮਹਿਤਾ ਕਮੇਟੀ ਬਣੀ, ਫਿਰ ਉਸ ਤੋਂ ਬਾਅਦ ਅਸ਼ੋਕ ਮਹਿਤਾ ਕਮੇਟੀ ਬਣੀ। ਇਹ ਮੈਂ ਮੁਨਸੀਪੈਲਿਟੀਆਂ ਤੋਂ ਪਹਿਲਾਂ ਇੱਕ ਚੈਪਟਰ ਪੜ੍ਹਾਇਆ ਹੋਇਆ ਪੰਚਾਇਤੀ ਰਾਜ, ਉਹ 'ਚ ਮੈਂ ਦੱਸਿਆ ਕਿ ਕਮੇਟੀਆਂ ਬਣੀਆਂ, ਮੁਨਸੀਪੈਲਿਟੀ ਕਮੇਟੀਆਂ। ਕਿਸੇ ਕਮੇਟੀ ਨੇ ਕਹਿਤਾ ਕਿ ਜਿਹੜੀਆਂ ਸਥਾਨਕ ਸਰਕਾਰਾਂ ਨੇ, ਲੋਕਲ ਗੌਰਮੈਂਟਸ ਨੇ, ਇਹਨਾਂ ਦੇ ਵਿੱਚ ਅੱਗੇ ਵੀ 3 ਟਾਇਰ ਹੋਣੇ ਚਾਹੀਦੇ ਆ। ਇੱਕ ਜ਼ਿਲ੍ਹਾ ਪੱਧਰੀ ਜ਼ਿਲ੍ਹਾ ਪਰਿਸ਼ਦ, ਇੱਕ ਬਲਾਕ ਪੱਧਰ ਤੇ ਬਲਾਕ ਪਰਿਸ਼ਦ, ਜਿਹਨੂੰ ਆਪਾਂ ਪੰਚਾਇਤ ਸਮਿਤੀ ਜਾਂ ਬਲਾਕ ਸਮਿਤੀ ਕਹਿ ਦਾਂਗੇ, ਤੇ ਇੱਕ ਪਿੰਡ ਦੇ ਲੈਵਲ ਤੇ ਸਰਪੰਚ। ਕਿਸੇ ਨੇ ਕਿਹਾ ਨਾ 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 ਇਹ ਨਹੀਂ ਚੱਲਣਾ, ਇੱਕ ਜ਼ਿਲ੍ਹਾ ਪਰਿਸ਼ਦ ਹੋਵੇ ਤੇ ਇੱਕ ਨਾ ਪਿੰਡਾਂ ਤੇ ਬਲਾਕ ਦੇ ਵਿੱਚ 4-4 5-5 ਜਿਵੇਂ 8-9 10-12 ਪਿੰਡਾਂ ਦਾ ਬਲਾਕ ਆ, ਇੱਕ ਪਿੰਡ ਆ। ਕਹਿੰਦਾ ਉੱਥੇ ਨਾ ਦੂਜਾ ਇਹਨਾਂ ਦੋਵਾਂ ਦੇ ਵਿੱਚ ਵਿਚਾਲੇ ਇੱਕੋ ਹੀ ਟਾਇਰ ਰੱਖ ਲਓ, ਮੰਡਲ ਸਮਿਤੀ ਬਣਾ ਦਿਓ। 5 ਪਿੰਡਾਂ ਦੀ, 5 ਪਿੰਡਾਂ ਦਾ ਸਰਪੰਚ ਬਣਾਓ। ਇੱਕ ਕਹਿੰਦਾ ਅੱਗੇ 2 ਟਾਇਰ ਜ਼ਿਲ੍ਹਾ ਤੇ ਮੰਡਲ, ਇੱਕ ਕਹਿੰਦਾ 3 ਟਾਇਰ ਜ਼ਿਲ੍ਹੇ ਦੇ ਅੰਦਰ ਬਲਾਕ, ਤੇ ਬਲਾਕ ਦੇ ਅੰਦਰ ਪੰਚਾਇਤਾਂ। ਫਿਰ ਉਸ ਤੋਂ ਬਾਅਦ ਪਾਵਰਾਂ ਕਿਹਦੇ ਕੋਲ ਚਾਹੀਦੀਆਂ? ਜ਼ਿਲ੍ਹਾ ਪਰਿਸ਼ਦ ਹੋਊਗੀ, ਜ਼ਿਲ੍ਹੇ ਲੈਵਲ ਦੀ ਜਿਹੜੀ ਸਿਸਟਮ ਹੋਊਗਾ ਉਹਦੇ ਪ੍ਰਧਾਨ ਕੋਲ, ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਕੋਲ ਚਾਹੀਦੀ, ਕਿ ਬਲਾਕ ਵਾਲੇ ਕੋਲ ਚਾਹੀਦੀ, ਕਿ ਪਿੰਡ ਦੇ ਸਰਪੰਚ ਕੋਲ ਪਾਵਰ ਚਾਹੀਦੀ ਹੈ। ਇਹਨੂੰ ਲੈ ਕੇ ਰੌਲਾ ਪੈ ਗਿਆ।
फिर सारिया स्टेटां नूं ये कहता कि जिन्ना चिर संविधान च कोई जिक्र नहीं आता आपो अपने लैवल ते पंचायतां जे बनाउणियां बना लो। सिस्टम चलते गए, कमेटियां बनदियां गईयां, किसी कमेटी की रिकमेंडेशन आ गई कि सरपंच कोल पावर, किसी की रिकमेंडेशन आ गई जिले परिषद के चेयरमैन कोल पावर। एक कमेटी कह रही है कि मंडल ते जिला परिषद होनी चाहिए, एक कह रही है 3 होने चाहिए, 3 अंदर भी जाके सब टायर भी 3 होने चाहिए, एक तो उपरों 3rd टायर है, ये भी 3 टायर होने चाहिए। रौले चलते रहे, उदों तक नहीं रौले मुक्के जदों तक इस संविधान, फिर 1-2 बार संविधान की पार्लीमेंट च बिल पेश भी किया गया, शायद 65वां बिल पेश किया गया पंचायती राज नूं लैके, 64वां ते 65वां बिल, 64वां पंचायती राज नूं ते 65वां बिल पेश किया गया मुनसिपैलिटी नूं। बिल उदों तक नहीं पास होंदा जदों तक लोक सभा ते राज सभा चों जिन्ने जिन्ने मैंबर अमेंडमेंट लई जरूरी आ 2/3 जरूरी हुंदे आ, वो मैं पढ़ाऊँगा किते, वो पूरे नहीं होए, बिल लैप्स कर गए। फिर नवें सिरों एक बिल पेश किया गया, 72वां बिल पंचायती राज का ते 73वां बिल मुनसिपैलिटीज़ का। अद्धे किने तो वीडियो इत्थे बंद कर देनी है कि जिन्हों ये भी नहीं पता कि ये 73वीं ते 74वें आ, ये 72वां ते 73वां कह रहा है, पहला सीख के आ पर सुन लैन मैनू 2 मिनट। 72वां बिल पंचायती राज का पेश किया गया, 73वां बिल किहदा पेश किया गया, मुनसिपैलिटीज़ का। राजीव गांधी का वेला सीगा, ठीक है, उस तो बाद नरसिम्हा राव का वेला सीगा, ठीक है, जो बिल पेश किए गए। पर इस तो बाद आए बिल पास हो गए, ये लमक गया रह गया विच। जदों ये पास होया उस टाइम इस तो दूजे बिल पास हो के नंबर च अगे वध गए। ये जिदन पास होया बिल तो 72वां सी, पर जिस दिन पास हो के अमेंडमेंट बनी, सोध बनी, उस दिन 73वीं बनी। जिहड़ा 73वां बिल जो पास होया, क्योंकि उस तो पुराने जिहड़े अगले बिल सी वो अगे लंघ गए सीगे, तो जिदन पास होया 73वां बिल उस दिन 74वीं अमेंडमेंट बनी। जिन्ना चिर पास नहीं होया उन्ना चिर बिल हुंदा, जो पास हो गया फिर ये एक्ट बन जाता है। ये एक्ट 73वें ते 74वें ने, पर बिल 72वें ते 73वें ने। दोवें बिलों की स्टोरी सेम आ, थोड़ा थोड़ा फर्क आ बस इन्हां दा। पंचायती राज मैं किसी होर लैक्चर च डिस्कस किया होया, ठीक है, तो मुनसिपैलिटीज़ बारे मैं हुण डिस्कस कर रहा, ठीक है, स्टोरी समझ आ गई। सो असल च जो पंचायती राज ते मुनसिपैलिटीज़ बन गईयां, फिर एक रौला होर आ गया कि कॉन्स्टिट्यूशन च किहड़े पार्ट च इन्हां नूं रखिया जावे। फिर आओ कहते कॉन्स्टिट्यूशन च किन्नू किहड़ा पार्ट मिलना है, ये बहुत घैंट गल आ। कॉन्स्टिट्यूशन मेकरस ये दस के गए सी उदों, ते तुहानूं पता साडी संसद बहुत सियाणी आ। पंचायती राज नूं कित्थे क रखना चाहिदा सीगा, जिथे एक गल सरकारां दी है। सरकार 5वें भाग च किहड़ी सरकार दी गल आ, सेंटर। 6वें च 7वां खाली, 7वीं च रख सकते सीगे पर नहीं जचिया नहीं। कहते 7वें तो बाद 8वां की आ, यूनीयन टैरेटरीज़ आ जिहड़ियां केंद्र शासित प्रदेश ने साढ़े 7-8 जिन्ने भी हुण। कहते पंचायतां इस तो छोटे लैवल की चीज़ आ। 8वें तो बाद 9वां खाली भी लभ गया, चेप उहदे च खाली लभ गया ना। जे 9वां खाली ना हुंदा तो फिर पता की करदे, 9A बना लेंदे। रखना इत्थे सी किते जिथे कि सैटिंग बैठी आ, तां 9वें भाग च की रखिया पंचायतां। 10वें च शेड्यूल्ड एरिया पहला ही आ, हुण मुनसिपैलिटीज़ रखनियां सी, उहदे वास्ते नवां पार्ट इंट्रोड्यूस किया, किहड़ा भला 9A। उस तो बाद 2011 च होर महत्तड़ आ गए, कहते जी कोऑपरेटिव सोसाइटियां भी संविधानक दर्जा दवो। कोऑपरेटिव सोसाइटियां मुनसिपैलिटी ते पंचायतों तो भी छोटे लैवल की इकाई है एक, उहदे वास्ते किहड़ा भाग लिआंदा फिर 9B। सो अमेंडमेंट्स के नाल एवें भाग भी ऐड होंदे गए आ, पार्ट भी ऐड होंदे होए आ। 22 चों 2 घट के किन्ने रह गए सीगे, 20, 3 मैं हुण दसते, 2 वैसे भी ऐड होए होए आ। टोटल अज 25 पार्ट ने। किन्ने भाग आ, 25 पार्ट आ कॉन्स्टिट्यूशन च। पर गल दसो कि जे कोई पूछे कि पंचायती राज का किहड़ा शेड्यूल आ, तुसीं कहोगे 9। कई तुहाडे चों कारीगर होणगे, ओ यार ये दसो जिहड़ी भी नवीं चीज़ ऐड होई होऊगी वो किसी नवें शेड्यूल च ऐड होई होऊगी, 9 तो पुराना ही होऊगा। फिर 9 दे विच पंचायती राज किवें आ गया, क्योंकि 9 पहला की हो गया सी, खाली हो गया सी। स्टोरी समझ आ गई। 9A च मुनसिपैलिटीज़ आ, 9 की आ पंचायती राज, 73वीं अमेंडमेंट ते 72वां बिल, ते 9A की आ मुनसिपैलिटीज़, 73वां बिल ते 74वीं अमेंडमेंट। एनी डाउट? नो डाउट। क्लीयर है कंसैप्ट। सो इत्थों मुनसिपैलिटीज़ की कहानी निकली है। मुनसिपैलिटीज़ नूं फिर की किया गया, साडे संविधान च एक होर इंपॉर्टेंट चीज़ है शेड्यूल। की चीज़ है जी? शेड्यूल। किन्ने शेड्यूल आ जी? 8 तो बाद 9वां ते 10वां शेड्यूल समय दे नाल ऐड हुंदे गए विच जे। 2 शेड्यूल होर ऐड करते सी। मैं क्यों पढ़ावां यार, मैं किहड़ा शेड्यूल पार्ट्स की जानकारी दे रहा। मेरा मकसद की है, सिर्फ मुनसिपैलिटी ते पंचायतां पढ़ाउणा। जदों
संविधान बने जदों आ दोवें चीज़ ऐड हुई 73वीं ते 14वीं, फिर किसी की एक मंग रखी कि सर इन्हां दो चीज़ों की इंपॉर्टेंस नूं समझते हुए इनू शेड्यूल च भी रखो। तो कईयां नूं ऐ लगता है कि पंचायती राज नूं रखता 11वें शेड्यूल च ते मुनसिपैलिटी नूं रखता 12वें शेड्यूल च। बिल्कुल गलत आ। इत्थे आपां ट्रैप हो जाने आ। 11वें ते 12वें शेड्यूल च 11वें शेड्यूल होया जी 73वीं अमेंडमेंट नाल ऐड ते ये होया 74वीं नाल ऐड। गल भी सही है कि 73वीं तो पंचायती राज की सीगी, फिर इत्थे पंचायती राज नहीं हैगा, इत्थे मुनसिपैलिटीज़ नहीं गियां ना, इन्हां दा ही कुछ हिस्सा है पर सारे का सारा पंचायती राज ते 11वें शेड्यूल च फिट नहीं हैगा ते सारी दी सारी मुनसिपैलिटी 12वें शेड्यूल च फिट नहीं हैगी। सिर्फ इक्को आर्टिकल इन्हां दा। मतलब हैरान होए तुसीं कि सिर्फ इक्को आर्टिकल आ। जे मैनूं कोई कहे वट इज़ पंचायती राज तो मैं कहूँगा 243 आर्टिकल तो लैके 243 MNO आर्टिकल तक जिहड़े आ ना कॉन्स्टिट्यूशन च पंचायती राज आ। इस सिर्फ इक्को ही आर्टिकल पंचायती राज का 11वें शेड्यूल च रखा गया, पंचायती राज दीआं जिम्मेवारियां, लोकां प्रति जिम्मेवारियां। यही गल शायद किसी नूं सारियां तो वड्डी सियाणी लगी होगी। सिर्फ यही गल किसी दी सब तो सियाणी लगी होगी। इस करके पंचायती राज का जिहड़ा इक्को आर्टिकल कि पंचायतां दीआं लोकां प्रति 29 जिम्मेवारियां उन्होंने 11वें शेड्यूल च रखा है तो मुनसिपैलिटी का भी इक्को ही आर्टिकल रखा है किहड़ा भला मुनसिपैलिटी दीआं लोकां प्रति 18 जिम्मेवारियां। सो ये चीज़ां 12वें ते 11वें ते 12वें शेड्यूल च रखियां गई। कई मूँह चक के कह दे कि सारा मुनसिपैलिटी सारी पंचायती राज है उहदे च ऐड आ। सिर्फ इक्को आर्टिकल सर्च करियो कि पंचायती राज का किहड़ा आर्टिकल आ जिहड़ा इत्थे रखा गया है, क्योंकि इक्को ही आर्टिकल है ना 243A 243B, तो ये तो है ही है। हुण तुहाडे दिमाग च आऊगा कि पंचायती राज के आर्टिकल्स जिहड़े आ वो 200 फंडामेंटल राइट्स दे है 12 13 14 15, ये 243A 243B क्यों आ? भुल गए? ये बाद ऐड होए आ। जो सीधा कॉन्स्टिट्यूशन बनया होगा उदों तो आर्टिकल 1 2 3 4 5 होणगे। ठीक है। अज जिस दिन इन्होंने 9वां शेड्यूल हटाया सीगा खत्म किया सी उहदा 243 आर्टिकल तो बन गया, लभ गया, उत्थों ही चक लिया, खाली हो गया सीगा। फिर 243 तो बाद बाकी का की करते 244 45 46 जिहड़े सी वो तो अगे यूज़ हो गए सी 10वें शेड्यूल च जां 11वें 10वें पार्ट च जां 11वें 12वें पार्ट च वो तो अगे यूज़ होए हुए आ। सो नवे आर्टिकल एवें विच बनते हैं। जे अज 1 तो लैके 395 आर्टिकल तक हैगे आ ना, जे इन्ने आर्टिकल आ गिणती अज भी आर्टिकल इन्ने ही आ, फिर तुसी क्यों कहते हो कि हुण तां जी साडे कॉन्स्टिट्यूशन के आर्टिकल 490 भी टप गए, शायद 500 भी टप गए। हुण क्यों टप गए भला? क्योंकि ये आ बहुत ऐड होया 243A 243B, इस करके गिणती वध गई कॉन्स्टिट्यूशन के आर्टिकल्स की। किसी को कोई डाउट? सो एक गल तो समझ आ गई कि मुनसिपैलिटीज़ की होंद किवें आई है, क्यों आई है, कहानी समझ आ गई। बस जिन्हों आ गल समझ आ गई तो समझ लो कि वो इस चैप्टर में पढ़न के मूड च हैगा मुनसिपैलिटीज़ नूं। कहते जी अर्बन लोकल गौरमेंट मतलब शहरी स्थानक सरकारां, लोकल गौरमेंट का मतलब आ स्थानक सरकारां, लोकल लैवल दी सरकारां, पिंडां दीयां पंचायतां ते शहरां दीयां मुनसिपैलिटीज़। कहते इन्हां चों मैं पंचायती राज इज़ अ डिफरेंट टॉपिक ते मुनसिपैलिटी इज़ अ डिफरेंट टॉपिक। एनी डाउट? आ जाओ भी हुण अगे। कहते थोड़ा जिहा गल कर लैंदे आ। ये मुनसिपैलिटीज़ नगर पालिकावां 8 प्रकार दियां हुंदियां ने। जे थोड़ा जिहा समझण की कोशिश करिए, एक हुंदियां कॉरपोरेशनां, वड्डे वड्डे शहरां दे मुनसिपैलिटी एरिए बहुत वड्डे हुंदे आ। उत्थे जिहड़ा मुखी हुंदा है ना, 2 मुखी लाउणे पैंदे आ, एक विधानक मुखी एक कार्यकारी मुखी। मतलब की होई गल इहदा मतलब सिर्फ इन्ना कि निकल के आया कि उत्थे ना आपां नूं स्पैशल एक मेयर लाउणा पैंदा है। की लाउणा पैंदा है? मेयर लाउणा पैंदा है, जिहड़ा कि चुनिया होया नुमाइंदा हुंदा है, जिहड़ा कि उस नगर दीयां सारियां समस्यावां देखे। पर वो मेयर कल्ला काम नहीं कर सकता, फिर उत्थे एक स्पैशल IAS जां PCS पद्धर का अफसर जिहड़ा है वो उत्थों का कमिश्नर लाउणा पैंदा, मुनसिपल कमिश्नर, ताकि वो मुनसिपैलिटी दे कम्मां नूं एग्जीक्यूट भी कर सके। ठीक है। उन्हां एरियाज़ नूं कहंदे आ कॉरपोरेशनां, जिथे मुनसिपल एरिया इत्थे कहंदे मुनसिपल कौंसल, मुनसिपैलिटी ना कि लिखो मुनसिपल कौंसल, दूजे नंबर ते हुंदी है मुनसिपल कौंसल, नगर कौंसल। इत्थे की हुंदा है? प्रधान तां लाउणा पैंदा है। जिवें कॉरपोरेशन च प्रधान नूं की कह दिंदे मेयर, इत्थे प्रधान नूं मेयर नहीं कहंदे, प्रधान नूं प्रधान साहब ही, होर भी अपनी मुनसिपल कौंसल दा प्रधान साहब ने। ठीक है। उत्थे
ਜਿਵੇਂ ਇੱਥੇ ਕਮਿਸ਼ਨਰ ਲਾਇਆ ਸੀ ਉੱਥੇ ਲਾਉਂਦੇ ਕਿਸੇ ਨੂੰ ਨਹੀਂ, ਉੱਥੇ ਜਿਹੜਾ ਉਸ ਸ਼ਹਿਰ ਦਾ SDM ਵਗੈਰਾ ਹੁੰਦਾ ਨਾ ਉਹਨੂੰ ਹੀ ਚਾਰਜ ਦੇ ਦਿੰਦੇ ਆ ਕਿ ਬਈ ਬਾਹਲਾ ਵੱਡਾ ਕੰਮ ਤਾਂ ਹੈ ਨਹੀਂ, ਤੂੰ ਹੀ ਸਾਂਭ ਸਾਰਾ ਕੁਝ। ਇਸ ਕਰ ਗੱਲ ਸਮਝ ਆ ਗਈ। ਫਿਰ ਉਸ ਤੋਂ ਛੋਟੇ ਲੈਵਲ ਤੇ ਆਉਂਦੇ ਆ ਆਪਣੇ ਤੀਸਰੇ ਨੰਬਰ ਤੇ ਆਉਂਦੇ ਆ ਟਾਊਨ ਏਰੀਆ ਕਮੇਟੀ, ਜਿਹੜੀਆਂ ਆਪਣੀਆਂ ਨਗਰਪਾਲਿਕਾ, ਹੋਰ ਛੋਟੇ ਸ਼ਹਿਰ ਜਿਹੜੇ ਪਿੰਡਾਂ ਤੋਂ ਸ਼ਹਿਰ ਵੱਲ ਨੂੰ ਆ ਰਹੇ ਆ, ਕਸਬੇ, ਛੋਟੇ ਕਸਬੇ, ਉੱਥੇ ਟਾਊਨ ਕਮੇਟੀ ਏਰੀਆਜ਼ ਬਣ ਜਾਂਦੇ ਆ, ਨਗਰ ਪੰਚਾਇਤਾਂ, ਛੋਟੀਆਂ ਪੰਚਾਇਤਾਂ ਬਣ ਜਾਂਦੀਆਂ, ਠੀਕ ਆ। ਉੱਥੇ ਵੀ ਸੇਮ ਪ੍ਰਧਾਨ ਜਿਹੜਾ ਉੱਥੋਂ ਦਾ SDM ਹੁੰਦਾ ਹੈ, ਕਈ ਤਾਂ ਛੋਟੇ ਸ਼ਹਿਰ ਇਹੋ ਜਿਹੇ ਜਿੱਥੇ SDM ਹੁੰਦਾ ਹੀ ਨਹੀਂ, ਤਹਿਸੀਲਦਾਰ ਨੂੰ ਹੀ ਪਾਵਰਾਂ ਦੇ ਦਿੰਦੇ ਆ, ਉੱਥੋਂ ਦੀਆਂ ਐਗਜ਼ੀਕਿਊਟਿਵ ਪਾਵਰਾਂ ਉਹ ਸਾਂਭ ਲੈਂਦਾ, ਕਾਰਜਕਾਰੀ ਪਾਵਰਾਂ। ਇੱਕੋ ਜਗ੍ਹਾ ਤੇ ਕਾਰਜਕਾਰੀ ਅਫਸਰ ਸਪੈਸ਼ਲ ਲਾਉਣਾ ਪੈਂਦਾ ਹੈ, ਕਿੱਥੇ ਭਲਾ? ਕਾਰਪੋਰੇਸ਼ਨਾਂ 'ਚ, ਕਿਉਂਕਿ ਬਹੁਤ ਵੱਡਾ ਏਰੀਆ ਹੁੰਦਾ ਹੈ। 3 ਪ੍ਰਕਾਰ ਦੀਆਂ ਸਮਝਾਤੀਆਂ। ਇਸ ਤੋਂ ਬਿਨਾਂ ਫਿਰ ਚੌਥੇ ਨੰਬਰ ਤੇ ਆ ਜਾਂਦੇ ਆ ਆਪਣੇ ਨੋਟੀਫਾਈਡ ਏਰੀਆ ਕਮੇਟੀ। ਗੌਰ ਕਰਿਓ, ਨੋਟੀਫਾਈਡ ਏਰੀਆ ਕਮੇਟੀ ਇਹ ਚੌਥੇ ਪ੍ਰਕਾਰ ਦੀ ਇੱਕ ਸਪੈਸ਼ਲ ਇੱਕ ਚੀਜ਼ ਹੁੰਦੀ ਆ, ਜਿਹਦੇ 'ਚ ਆਪਾਂ ਨੂੰ ਜਿਵੇਂ ਕਹਿ ਦਿੰਦੇ ਆ ਕਿ ਇੱਕ ਵੱਖਰਾ ਏਰੀਆ ਨੋਟੀਫਾਈ ਕਰਕੇ ਉਹਨੂੰ ਵਿਕਸਿਤ ਕੀਤਾ ਗਿਆ ਹੈ। ਜਿਵੇਂ ਪੰਜਾਬ ਦੇ ਵਿੱਚ ਮੋਹਾਲੀ ਨੂੰ ਵਿਕਸਿਤ ਕੀਤਾ ਗਿਆ ਸੀ ਨੋਟੀਫਾਈਡ ਏਰੀਆ, ਕਿ ਫਿਕਸ ਟਾਰਗੇਟ ਫਿਕਸ ਕਰ ਲਿਆ, ਉਹਦੇ ਅੰਦਰ ਸ਼ਹਿਰ ਨੂੰ ਵਿਕਾਸ ਕੀਤਾ ਗਿਆ। ਉਸ ਤੋਂ ਬਿਨਾਂ ਕੈਂਟੋਨਮੈਂਟ ਬੋਰਡ, ਜਿਹੜੇ ਸ਼ਹਿਰ ਦੇ ਵਿੱਚ ਕੈਂਟ ਏਰੀਆ ਹੁੰਦਾ ਹੈ, ਉੱਥੇ ਉਸ ਏਰੀਏ 'ਚ ਜਿਵੇਂ ਅੰਬਾਲਾ ਏ ਜਾਂ ਜਲੰਧਰ ਆ, ਉੱਥੋਂ ਦੇ ਕੈਂਟ 'ਚ ਇਕੱਲੇ ਲੋਕ ਥੋੜ੍ਹਾ ਰਹਿੰਦੇ ਆ ਜਾਂ ਇਕੱਲੇ ਫੌਜੀ ਥੋੜ੍ਹਾ ਰਹਿੰਦੇ ਆ, ਸਾਰੇ ਰਹਿੰਦੇ ਆ। ਉੱਥੇ ਫਿਰ ਜਿਹੜਾ ਬੋਰਡ ਬਣਦਾ ਨਾ ਉਹ ਸਿਵਿਲੀਅਨਸ, ਆਮ ਲੋਕਾਂ ਦਾ ਤੇ ਫੌਜੀਆਂ ਦਾ ਮਿਕਸ ਕਰਕੇ ਬਣਦਾ ਹੈ। ਪ੍ਰਧਾਨ ਉਹਦਾ ਹਮੇਸ਼ਾ ਫੌਜੀਆਂ 'ਚੋਂ ਰੱਖਿਆ ਜਾਂਦਾ ਹੈ, ਪਰ ਬੋਰਡ ਹਮੇਸ਼ਾ ਐਵੇਂ ਬਣਦਾ ਹੈ, ਉੱਥੋਂ ਦਾ ਸਿਸਟਮ ਅੱਡ ਹੁੰਦਾ ਹੈ। ਫਿਰ ਟਾਊਨਸ਼ਿਪ, ਜਿਵੇਂ ਕਿਤੇ ਕੋਈ ਵੱਖਰੀ ਕਲੋਨੀ ਬਣ ਗਈ, ਜਿਵੇਂ ਇੰਪਰੂਵਮੈਂਟ ਟਰਸਟ ਟਾਈਪ ਬਣ ਗਏ ਜਿਹੜੇ, ਠੀਕ ਆ। ਉਹ ਜਿਹੜੇ ਆ ਜਦੋਂ ਇੱਕ ਸ਼ਹਿਰ ਦੇ ਵਿੱਚ ਇੱਕ ਵੱਖਰੀ ਕਲੋਨੀ ਵੱਖਰੇ ਟਾਊਨਸ਼ਿਪ ਦੇ ਤੌਰ ਤੇ ਵਿਕਸਿਤ ਹੋਵੇ, ਉਹ ਵੀ ਅੱਜ ਇੱਕ ਨਵੇਂ ਤਰੀਕੇ ਦੇ ਸ਼ਹਿਰ ਵਸਾਉਣ ਦਾ ਤਰੀਕਾ ਹੈ। ਇਹੋ ਜਿਹੇ ਤਰੀਕੇ ਬੜੇ ਕਾਮਯਾਬ ਹੋ ਰਹੇ ਆ ਸ਼ਹਿਰਾਂ ਦੇ ਵਿੱਚ, ਕਿਉਂਕਿ ਇਹਦੇ ਨਾਲ ਨਾ ਟਾਰਗੇਟ ਦੇ ਦਿੱਤਾ ਜਾਂਦਾ ਹੈ ਕਿ 8 ਕਲੋਨੀਆਂ ਤੁਹਾਡੀਆਂ ਹੈ, ਜ਼ਮੀਨ ਖਰੀਦ ਕੇ ਕਲੋਨੀ ਵਸਾਓ, ਲੋਕਾਂ ਨੂੰ ਆਕਰਸ਼ਿਤ ਕਰੋ ਸ਼ਹਿਰਾਂ ਵੱਲ। ਸੋ ਇਹ ਬੜਾ ਵਧੀਆ ਮਾਡਲ ਚੱਲ ਰਿਹਾ। ਤੇ ਬੰਦਰਗਾਹਾਂ ਦੇ ਨੇੜੇ ਪੋਰਟ ਟਰਸਟ ਬਣਦੇ ਆ ਉੱਥੋਂ ਦੇ ਲੋਕਾਂ ਵਾਸਤੇ, ਬਿਕੋਜ਼ ਉੱਥੇ ਸੈਂਟਰ ਸਰਕਾਰ ਨੇ ਥੋੜੇ ਜਿਹੇ ਆਪਣੇ ਹੱਕ ਵੱਧ ਰੱਖਣੇ ਹੁੰਦੇ ਆ, ਕਿਉਂਕਿ ਉੱਥੇ ਸੈਂਟਰ ਸਰਕਾਰ ਦੇ ਕਸਟਮ ਡਿਊਟੀ 'ਚ ਕੰਮ ਕਰਨ ਵਾਲੇ ਮੁਲਾਜ਼ਮ ਰਹਿੰਦੇ ਆ, ਉਹਦੇ ਵਾਸਤੇ ਪੋਸਟ ਟਰਸਟ ਬਣਦੇ ਆ, ਠੀਕ ਆ। ਫਿਰ ਸਪੈਸ਼ਲ ਪਰਪਸ ਏਜੰਸੀ, ਅੱਜ ਕੱਲ੍ਹ ਤਾਂ ਸਟੇਟ ਗੌਰਮੈਂਟਾਂ ਸ਼ਹਿਰਾਂ ਦੇ ਵਿਕਾਸ ਲਈ ਸਪੈਸ਼ਲ ਏਜੰਸੀਆਂ ਹੀ ਬਣਾਉਣ ਲੱਗ ਪਈਆਂ, ਜਿਵੇਂ ਪੁੱਡਾ, ਗਲਾਡਾ, ਗਮਾਡਾ, ਇਹ ਸਪੈਸ਼ਲ ਏਜੰਸੀਆਂ। ਇਹ ਵੀ ਇਹਨਾਂ ਦੇ ਤਰੀਕੇ ਥੋੜੇ ਜਿਹੇ ਕਾਰਪੋਰੇਸ਼ਨ ਤੋਂ ਅੱਡ ਹੁੰਦੇ ਆ। ਇਹ 8 ਪ੍ਰਕਾਰ ਦੀਆਂ ਮੁਨਸੀਪੈਲਿਟੀਜ਼ ਨੇ, ਨਗਰਪਾਲਿਕਾਵਾਂ ਨੇ, ਜਿਹੜੀਆਂ ਅੱਜ ਤੁਹਾਡੇ ਨੇੜੇ ਤੇੜੇ ਤੁਹਾਨੂੰ ਦਿਸਦੀਆਂ ਹੋਣਗੀਆਂ, ਠੀਕ ਆ ਨਾ। ਸੋ ਖੈਰ, ਜੇ ਕੋਈ ਕਵੇ ਕਿ ਜੀ ਇਹ ਸੰਵਿਧਾਨ 'ਚ ਕਦੋਂ ਦਰਜ ਹੋਈ ਹੈ ਚੀਜ਼, 1992 'ਚ ਹੋਈ ਆ, 73ਵਾਂ ਬਿੱਲ ਆ, 74ਵੀਂ ਅਮੈਂਡਮੈਂਟ ਆ, ਠੀਕ ਆ। ਗੌਰ ਕਰਨ ਵਾਲੀ ਗੱਲ ਆ। ਤੇ ਜੇ ਕੋਈ ਮੈਨੂੰ ਪੁੱਛੇ ਕਿ ਸੈਂਟਰ ਲੈਵਲ ਤੇ ਅਰਬਨ ਗੌਰਮੈਂਟ ਨੂੰ ਕੌਣ ਰੈਗੂਲੇਟ ਕਰਦਾ ਹੈ, ਤਾਂ ਉੱਥੇ ਸਾਡੀ ਇੱਕ ਮਿਨਿਸਟਰੀ ਆਫ ਅਰਬਨ ਡਿਵੈਲਪਮੈਂਟ ਐਂਡ ਹਾਊਸਿੰਗ ਬਣੀ ਹੋਈ ਆ, ਠੀਕ ਆ। ਤੇ ਮਿਨਿਸਟਰੀ ਆਫ ਡਿਫੈਂਸ ਜਿਹੜੀ ਆ, ਜਿਵੇਂ ਹੁਣ ਸਪੋਜ਼ ਕਰੋ ਕੋਈ ਮੈਨੂੰ ਕਹਿ ਦੇ ਕਿ ਜੀ ਭਾਰਤ ਦੇ ਅਰਬਨ ਏਰੀਏ ਕਿਹੜੀ ਮਿਨਿਸਟਰੀ ਦੇ ਅੰਡਰ ਆ, 3 ਮਿਨਿਸਟਰੀਆਂ ਦੇ ਅੰਡਰ ਨੇ। ਯੂਨੀਅਨ ਟੈਰੀਟਰੀਜ਼, ਕੇਂਦਰ ਸ਼ਾਸਿਤ ਪ੍ਰਦੇਸ਼ ਆ ਜਿਹੜੇ, ਜਿਵੇਂ ਚੰਡੀਗੜ੍ਹ ਆ, ਉਹ ਸਾਰੇ ਦਾ ਸਾਰਾ ਕੰਟਰੋਲ ਕਰਦੀ ਆ ਹੋਮ ਮਿਨਿਸਟਰੀ। ਕੈਂਟ ਏਰੀਆ ਨੂੰ ਕੰਟਰੋਲ ਕਰਦੀ ਆ ਮਿਨਿਸਟਰੀ ਆਫ ਡਿਫੈਂਸ। ਤੇ ਬਾਕੀ ਦੇ ਸਾਰੇ ਸ਼ਹਿਰਾਂ ਦੇ ਵਿਕਾਸ ਲਈ ਜ਼ਿੰਮੇਵਾਰ ਆ, ਬਾਕੀ ਦੇ ਸਾਰੇ ਸ਼ਹਿਰਾਂ ਦੇ ਵਿਕਾਸ ਲਈ ਜ਼ਿੰਮੇਵਾਰ ਆ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ। 3 ਮਿਨਿਸਟਰੀਆਂ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ, ਪ੍ਰਤੱਖ ਜਾਂ ਅਪ੍ਰਤੱਖ ਤੌਰ ਤੇ ਯੋਗਦਾਨ ਹੈਗਾ ਇਹ ਭਾਰਤ 'ਚ ਅਰਬਨ ਡਿਵੈਲਪਮੈਂਟ ਵਾਸਤੇ। ਤਿੰਨੇ ਮਿਨਿਸਟਰੀਆਂ ਬਾਰੇ ਮੈਂ ਬੜੀ ਸੋਹਣੇ ਤਰੀਕੇ ਨਾਲ ਗੱਲ ਕਲੀਅਰ ਕਰਤੀ ਹੈ। ਕੋਈ ਡਾਊਟ? ਆ ਜਾਓ ਹੁਣ ਅੱਗੇ। ਹੁਣ ਥੋੜਾ ਜਿਹਾ ਇਤਿਹਾਸ, ਕਿ ਭਾਰਤ 'ਚ ਇਹ ਅਰਬਨ ਗੌਰਮੈਂਟ ਦਾ ਇਤਿਹਾਸ ਕਿੱਥੋਂ ਚੱਲਦਾ ਹੈ, ਕਿਵੇਂ ਭਾਰਤ ਅਰਬਨਾਈਜ਼ ਹੋਇਆ। ਅੰਗਰੇਜ਼ਾਂ ਤੋਂ ਪਹਿਲਾਂ ਭਾਰਤ ਜਿਹੜਾ ਸੀਗਾ, ਉਹਨੂੰ ਮੈਂ ਮਾਡਰਨ ਇੰਡੀਆ ਤਾਂ ਨਹੀਂ ਮੰਨਦਾ, ਮੈਡੀਵਲ ਇੰਡੀਆ ਦੇ ਵੇਲੇ ਤਾਂ ਸਿਰਫ ਅਸੀਂ ਅੰਗਰੇਜ਼ਾਂ ਦੇ ਵੇਲੇ ਤੋਂ ਸ਼ੁਰੂ ਕਰਦੇ ਹਾਂ। 1687-88 'ਚ ਅੰਗਰੇਜ਼ ਪਹਿਲੀ ਵਾਰੀ ਕਾਰਪੋਰੇਸ਼ਨ ਬਣਾਉਂਦੇ ਆ ਮਦਰਾਸ 'ਚ, ਸਭ ਤੋਂ ਪਹਿਲੀ ਕਾਰਪੋਰੇਸ਼ਨ। ਸਮਾਂ ਬਦਲਦਾ ਹੈ, ਬੰਬੇ ਤੇ ਕਲਕੱਤਾ ਨੂੰ ਕਾਰਪੋਰੇਸ਼ਨ ਬਣਾਇਆ ਜਾਂਦਾ ਹੈ, ਠੀਕ ਆ। ਉਸ ਤੋਂ ਬਾਅਦ ਇਸ ਦੇਸ਼ 'ਚ ਸ਼ਹਿਰੀ ਵਿਕਾਸ ਲਈ, ਅਰਬਨ ਇਨਫਰਾਸਟ੍ਰਕਚਰ ਲਈ ਜਿਹੜਾ ਇੱਕ ਅੰਗਰੇਜ਼ ਜ਼ਿੰਮੇਵਾਰ ਸੀ, ਲਾਰਡ ਮਾਇਓ, ਜਿਹਨੂੰ ਇੰਡੀਆ 'ਚ ਅਸੈਸੀਨੇਟ ਕਰ ਦਿੱਤਾ ਗਿਆ ਸੀ। 1857 ਦੀ ਕ੍ਰਾਂਤੀ ਤੋਂ ਬਾਅਦ ਲਾਰਡ ਮਾਇਓ ਭਾਰਤ 'ਚ ਇੱਕ ਗਵਰਨਰ ਜਨਰਲ ਬਣਿਆ। ਹਿਸਟਰੀ ਤੋਂ ਵਾਕਫ ਹੋ? ਨਹੀਂ, ਚੰਗੀ ਨਹੀਂ ਵਾਕਫ ਤਾਂ ਮਾੜੀ ਗੱਲ ਆ, ਚੰਗੀ ਹੋਣੀ ਚਾਹੀਦੀ ਹੈ ਕਿ ਤੁਸੀਂ ਹਿਸਟਰੀ ਪੜ੍ਹੋ, ਮਾਡਰਨ ਹਿਸਟਰੀ। ਲਾਰਡ ਮਾਇਓ 1870 ਦੇ ਦਹਾਕੇ 'ਚ ਇੱਕ ਮਤਾ ਪਾਸ ਕਰਦਾ ਹੈ ਤੇ ਪਹਿਲੀ ਵਾਰੀ ਭਾਰਤ 'ਚ ਸਰਕਾਰੀ, ਮਤਲਬ ਕਿ ਉਹ ਇੱਕ ਕਹਿ ਲਓ ਕਿ ਇੱਕ ਜਿਹੜੇ ਸਾਡੇ ਉਹ ਨੇ ਲੋਕਲ ਗੌਰਮੈਂਟਸ ਨੇ, ਪੰਚਾਇਤਾਂ ਤੇ ਮੁਨਸੀਪੈਲਿਟੀਆਂ ਦੇ ਵਿਕਾਸ ਦੀ ਗੱਲ ਕਰਦਾ ਹੈ।
पर कहते आ कि उस तो बाद लॉर्ड रिपन जो अगला गवर्नर जनरल बनया वो पहली बारी एक मता लैके आया। कई बार ये कहा जाता है कि लॉर्ड मायो ने भारत च सैल्फ गौरमेंट को लैके रूल बनाता। ना 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 रूल नहीं बनाया, उन्हें सिर्फ मता पाया सीगा जिहड़ा कि अगे जाके पास होया है। लॉर्ड रिपन भारत च एक मता पाउंदा है कि भारत दे विच जिहड़ी सैल्फ लोकल गौरमेंट है ना, पंचायतां ते मुनसिपैलिटियां, इन्हां ते काम करन दा हक पंजाबी कहता भारतीयां नूं ही दे देना चाहिए है। इट मीनस उस बंदे ने गल की सी लोकल गौरमेंट की नहीं, लोकल सैल्फ गौरमेंट की, कि इहदा हक भारतीयों ही दे दो। सो उन्हें लोकल सैल्फ गौरमेंट की गल की है। सो बड़ी इंटरस्टिंग गल है जी मैं तुहाडे नाल शेयर कर रहा। तो इस करके ना अंग्रेज़ों वास्ते एक बड़ी सोहनी गल आ, अंग्रेज़ों का एक राजा होया किंग जॉन 1215 च 13वीं सदी च। उन्हां समयां च ना 1213 च 15वीं सदी च अंग्रेज़ों के इंग्लैंड दे विच इंग्लैंड दे अमीरां कोल भी कोई हक नहीं सी हैगे, फंडामेंटल राइट्स भी नहीं सी। तां उत्थों दे जिहड़े शहरी सी, अमीर शहरी जिन्हां नूं बैरन्स कहा जांदा सी, राजे कोल चले गए। उन्होंने जाके हक मंगे, राजा प्रैशराइज्ड किया, राजा प्रैशर च आया, राजे ने हक देते। तो राजे ने जिहड़ा कागज़ लिख के दिता सी ना, उहदे ते लिखिया सी मैगना कार्टा, कि तुहाडे हक्कां दा दस्तावेज। इंग्लैंड दे विच अज भी ये चीज़ है कि जदों तुसीं अपने हक मंगण च सफल हो जाते हो ना, तो जिहड़े डॉकूमेंट ते तुहानूं हक लिख के दिते जाते हैं उहनूं मैगना कार्टा कहा जाता है। सो इंपॉर्टेंट गल आ, लॉर्ड मायो दे इस मते नूं असीं मैगना कार्टा ऑफ सैल्फ गौरमेंट भी कह दिंदे आ, कि भारतीयां नूं स्वै राज दा एक मैगना कार्टा दे रूप च, एक हक्कां दे दस्तावेज के रूप च इस डॉकूमेंट नूं देखिया जाता है, उहदे रेजोल्यूशन नूं। खैर उस तो बाद इसे मते नूं ध्यान च रखते एक कमीशन भी अपॉइंट किया गया 1907 च, जिन्हें अपनी रिपोर्ट सबमिट की ते जिहदे हॉब्स हाउस चेयरमैन बने। तो उस तो बाद की होया, भारत च ये विचार चलन लग पिया अंग्रेज़ों च कि यार भारतीयों नूं हक देने चाहिए आ, मुनसिपैलिटियां दे पंचायतां दे हक भारतीयों कोल राखवें होने चाहिए आ। 1919 च जदों अंग्रेज़ भारत च एक एक्ट लैके आउंदे आ, गौरमेंट ऑफ इंडिया एक्ट 1919, तो उहदे च ये कहते हैं डायरकी के आधार पर कि भारत च जिहड़ियां प्रोविंसिस ने, प्रांत ने, उत्थे जिन्ने भी मंत्री बनणगे वो सारे मंत्री पद, मंत्रियों के महकमे सिर्फ अंग्रेज़ों वास्ते रिजर्व नहीं होणगे। कुछ इंडियन मंत्रियों नूं ट्रांसफर कर दिते जाणगे। कुछ विषय अंग्रेज सरकार ने अपने मंत्रियों लिए रिजर्व रख ले, तो कुछ इंडियन मंत्रियों को ट्रांसफर कर दिते। दिस कंसैप्ट वाज कॉल्ड डायरकी। इसे डायरकी के तहत जिहड़ा लोकल गौरमेंट से किन्हां नूं मिलिया, इंडियन मंत्रियों को कि अंग्रेज़ों नूं, इंडियनस नूं। सो लोकल गौरमेंट जिहड़ा सी स्थानक सरकारां वाला महकमा वो इंडियनस नूं ट्रांसफर कर दिता गया। इंपॉर्टेंट गल समझ आ जानी चाहिए, ठीक है। सो आ गल चंगी तरह समझ आ गई। 1924 च अंग्रेज़ों ने एक एक्ट पास किया, कंटोनमेंट एक्ट, ये तहत भारत च एक्ट बने, ठीक है। 1935 च क्लीयर तौर पर स्पष्ट कर दिता गया कि सैल्फ गौरमेंट, लोकल गौरमेंट जिहड़ी आ, ये जिहड़ी तुसीं एक गल होर सुनो, मैं हुणे पढ़ा के हटिया संविधान कॉन्स्टिट्यूशन दे विच तीन लिस्टां ने 7वें शेड्यूल च। आ जी सैल्फ लोकल गौरमेंट आ, नगर पालिकावां ने, ये स्टेट लिस्ट आ। किहड़ी लिस्ट है? इत्थे सारे हक स्टेटां दे आ। ये चीज़ अंग्रेज़ 1935 च लिख गए सी, तां ही तो कई बार कह दिंदे कि लिस्टां वाला कंसैप्ट असीं कित्थों चक्किया है, अंग्रेज़ों के 1935 वाले एक्ट तो। साडे कॉन्स्टिट्यूशन का बहुत हिस्सा अंग्रेज़ों के 1935 च बनाए हुए भारत च जिहड़ा एक्ट बनाया सी गौरमेंट ऑफ इंडिया एक्ट 1935, उहदे तो प्रभावित आ। नलैक ने वो लोग जिहड़े कह दिंदे कॉपी पेस्ट आ, कॉपी पेस्ट कुछ नहीं हैगा, प्रभावित आ, तो प्रभावित असीं किसी तो भी हो सकते हैं, ठीक है ना। सो खैर स्टेट लिस्ट च आ, तो ये उन्हां टाइमां च स्टेट लिस्ट नूं प्रोविंशियल लिस्ट कहंदे सी। तो 1935 के एक्ट च अंग्रेज़ों ने लिखता सी कि जिहड़ा लोकल गौरमेंट आ एक स्टेट लिस्ट च जाऊगा, जानी कि प्रोविंशियल लिस्ट च जाऊगा। सो उम्मीद करदा कि कहानी सारी समझ आ गई। उस तो बाद 1947 तो बाद तुसी भी पता है, तो मैं भी एक स्टोरी सुनाई है कि अंबेडकर साहब की सोच लैके आए सी कि सैल्फ लोकल गौरमेंट जिहड़े आ, चाहे वो स्थानक सरकारां पंचायतां ने, तो चाहे मुनसिपैलिटीज़ ने, मैं नहीं इन्हां नूं कित्थे जाण दिंदा, कॉन्स्टिट्यूशन च दर्ज होण दिंदा। फिर उस तो बाद दर्ज होया नहीं। फिर उस तो बाद कई कमेटियां बणियां, मुनसिपैलिटी के इंपलॉयज़ नूं लैके नूरुद्दीन कमेटी बनी, पेंडू शहरी संबंधां ते AP जैन कमेटी बनी,
ठीक है। उस तो बाद कि जिन्ने भी लोकल बॉडीज़ ने, ठीक है, इन्हों रिसोर्सिस जिहड़े आ, ठीक है, इन्हों किवें वधाउणा है, ये लैके रफिया ज़ाकरिया कमेटी बनी। उस तो पहला लोकल फाइनांस की इनकुआयरी वास्ते PK वटल कमेटी बनी। उस तो बाद टैक्सेशन नूं लैके जॉन मैथई साडे पहले मिनिस्टर भी रहे आ, ठीक है, उन्हों की कमेटी बनी। सो इस तरीके दीयां कई कमेटियां बनियां जिन्हां ने वक्रे वक्रे पद्धर ते मतलब कि भारत च ये दर्ज कराया कि जे किते पंचायतां वांग मुनसिपैलिटियां नूं भी संविधानक दर्जा मिल जे, जिवें कि उन्हां नूं कोशिश चल रही है, तां क्यों ना गल बन जे। फिर पार्लीमेंट च बिल भी पेश किए गए, जिवें 64वां ते 65वां बिल। 64वां बिल जिहड़ा सी 64th अमेंडमेंट बिल पंचायतां नूं ते 65वां बिल मुनसिपैलिटियां नूं संविधान च ऐड कराउण वास्ते राजीव गांधी सरकार लैके आई, पर वह बिल लैप्स कर गया, डिग गया बिल, क्योंकि संसद च उदों बिल लैप्स कर जाते हैं जो तुहाडी सरकार डिग जे तो उस तो पहला तुसीं उस अमेंडमेंट नूं सिरे ना चढ़ा सको। फिर 72वां ते 73वें बिल के तौर पर दोबारा फिर आए, ठीक है। फिर एक नवीं कोशिश हुई, नैशनल फ्रंट सरकार आई VP सिंह दी, ठीक है, वो बिल लैके आई, वो लैप्स हो गया। उस तो बाद आई नरसिम्हा राव की सरकार, वो फिर 73वां बिल लैके आई, फिर वो बिल पास होके 74वीं अमेंडमेंट बनया 1992 च, ते 1 जून 1993 तो ये लागू हो गया। 24 अप्रैल 1993 ਨੂੰ लागू होया सीगा अपना पंचायती राज, ते 1 जून 1993 तो लागू हो गया मुनसिपैलिटी एक्ट। संविधान च हुण एक नवां परिवर्तन आ चुकिया है। कॉन्स्टिट्यूशन च 9A नाम का नवा पार्ट ऐड हो चुकिया है, उहदे अंदर आर्टिकल्स ऐड हो चुके हैं, ते पंचायत मुनसिपैलिटी का एक आर्टिकल मुनसिपैलिटी दियां लोकां प्रति जिम्मेवारियां जिहड़ियां ने 18 एप्लीकेशनस की काम उन्होंने मिलणगे, उहदे वास्ते वखरा 12वां शेड्यूल भी तैयार हो चुकिया है। ये सब कुछ किहड़ी अमेंडमेंट नाल होया? 74वीं नाल। 74वीं अमेंडमेंट नाल एक पार्ट ऐड होया, उहदे अंदर आर्टिकल ऐड होए, ते संविधान च एक वखरा की ऐड होया? शेड्यूल ऐड होया। ये सब कुछ 74वीं अमेंडमेंट की देन आ। तो बिल किनवा सी? 73वां। आ गल समझ आ गई? सो उम्मीद जिहड़ी है मैं करदा क्लीयर हो जानी चाहिए है। आ लो जी, इहदे नाल कॉन्स्टिट्यूशन दे विच एक पार्ट ऐड होया, की भला? पार्ट 9A। आर्टिकल 243 तो लैके 243O तक ऑलरेडी पंचायतां दे कवर सीगे। MNO तो बाद की आउंदा है? P। 243P तो लैके 243ZG तक मुनसिपैलिटी नूं आर्टिकल मिल गए। ये की होया? 243P, 243Q, 243R, 243S, 243TU VW X, 243Y, 243Z। 243Z ते आके गिनती मुक गई, आर्टिकल हजे होर चाहिए सीगे। फिर 243ZA, 243ZB, 243ZC ते जांदे जांदे 243ZG, इत्थों तक आर्टिकल्स बने। फिर ये नाल की होया? एक वखरा शेड्यूल ऐड होया, 12वां शेड्यूल। 12वें शेड्यूल च 243 का W रखा गया, सिर्फ 243 का किहड़ा? W, जिहदे च की कहा गया है कि मुनसिपैलिटी नूं 18 काम लोकां वास्ते करने पैणगे। सिर्फ मुनसिपैलिटी दीयां रिस्पोंसिबिलिटीज़ ऐड हुई हैं 12वें शेड्यूल च। किते मूँह चक के कह दो अच्छा जी 243P तो लैके 243P तो लैके 243ZG तक सारे आर्टिकल 12वें शेड्यूल च, नहीं, सिर्फ 243W ऐड उहदे च। एनी डाउट? उम्मीद करना कि सारा उधरों 243 आई थिंक जे मैं गलत ना होवां तो 243G, जिहदे च पंचायती राज दीयां 29 जिम्मेवारियां ऐड ने बस 11वें शेड्यूल च। ते 12वें शेड्यूल की गल दस रहा मैं तुहानूं। मैनूं लगदा कॉन्सैप्ट जे क्लीयर नहीं होऊगा तो तुसीं कदे भी नहीं। वो अजकल होर प्रॉब्लम है ना, PPSC जिहड़ी है ना, जां होर वड्डे अदारे जिहड़े पेपर सैट कर रहे UPSC टाइप, ये कॉन्स्टिट्यूशन का खैड़ा छड्ड के इधरले पासे नूं चल गए आ। इनू कोई कह दिंदा सिविक्स कह दिंदा, कोई अपने टाइम ते ना इनू कह दिंदा है एक मतलब कि गवर्नेंस। हुण देखो मैनूं नहीं पता कि जिहड़ा पेपर तुसीं देना है उहदे च इस विषय का नाम पॉलिटी आ कि गवर्नेंस आ कि सिविक्स आ। हर एक बोर्ड आपो अपने हिसाब नाल नाम लिख लेंदा है, पर कॉन्स्टिट्यूशन च तो हैगा है, पर कॉन्स्टिट्यूशन दे विच नहीं आउंदा, उह च फंडामेंटल राइट्स टाइप आ जाता है। ये गवर्नेंस आइदर गवर्नेंस और सिविक्स दे नाम नाल तुहाडे पेपर च किते लिखिया होऊगा कि तुहाडा पेपर मुनसिपैलिटियां चों आऊगा। इंपॉर्टेंट है चीज़, असी पढ़ते भी नहीं कई बारी, क्योंकि सानूं ऐ लगदा हुंदा अच्छा पॉलिटी आ तो फिर तो तुहानूं पता होना चाहिए कि किहड़ी स्टेट कदों बनी है, जां सिटीजनशिप के एक्ट किहड़े आ, जां फंडामेंटल राइट्स किहड़ा है। तैनूं पता 25 की है, 25A की है, बस वही कॉन्स्टिट्यूशन नहीं गा, सानूं अगे वध के सोचना पऊगा। आ गल दसो समझ आ गई? तो मुनसिपैलिटीज़ जिहड़ियां ने किसी टाइम संविधान के दायरे च नहीं सीगियां, पर हुण वो मुनसिपैलिटीज़ संविधान के दायरे च आ गईयां।
ਐਨੀ ਡਾਊਟ? ਮੁਨਸੀਪੈਲਿਟੀਜ਼ ਜੋ ਸੰਵਿਧਾਨ ਦੇ ਦਾਇਰੇ 'ਚ ਨਹੀਂ ਸੀਗੀਆਂ ਉਹ ਹੁਣ ਸੰਵਿਧਾਨ ਦੇ ਦਾਇਰੇ 'ਚ ਆ ਗਈਆਂ। ਮੈਂ ਉਮੀਦ ਕਰਦਾ ਕਿ ਤੁਹਾਨੂੰ ਆ ਸਾਰੀ ਕਹਾਣੀ ਸਮਝ ਆ ਗਈ ਹੋਊਗੀ, ਠੀਕ ਆ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਅੱਜ ਸਾਡੀਆਂ ਮੁਨਸੀਪੈਲਿਟੀਜ਼ ਬਾਰੇ ਸਾਨੂੰ ਪਤਾ ਲੱਗ ਗਿਆ। ਤਾਂ ਕੁੱਲ ਕਿੰਨੇ ਪ੍ਰਕਾਰ ਦੀਆਂ ਮੁਨਸੀਪੈਲਿਟੀਜ਼ ਨੇ? ਵੈਸੇ ਤਾਂ ਲੋਕ 3 ਪ੍ਰਕਾਰ ਦੀਆਂ ਕਹਿ ਕੇ ਖਹਿੜਾ ਛਡਾ ਲੈਂਦੇ ਆ, ਕਾਰਪੋਰੇਸ਼ਨ, ਮੁਨਸੀਪਲ ਕੌਂਸਲ ਤੇ ਇੱਕ ਨਗਰ ਪੰਚਾਇਤ। ਜਿਹੜੇ ਸ਼ਹਿਰਾਂ ਨੂੰ ਮੈਂ ਜਾਣਦਾ, ਜੇ ਮੈਂ ਉਹਨਾਂ ਦੀ ਗੱਲ ਕਰਾਂ ਤਾਂ ਮੈਂ ਇਹ ਕਹੂੰਗਾ ਕਿ ਪਟਿਆਲੇ ਸ਼ਹਿਰ 'ਚ ਕਾਰਪੋਰੇਸ਼ਨ ਆ, ਕਿਉਂਕਿ ਸ਼ਹਿਰ ਬਹੁਤ ਵੱਡਾ ਹੈ, ਠੀਕ ਆ। ਸੰਗਰੂਰ ਸਮਾਣਾ ਇੱਥੇ ਕੌਂਸਲ ਆ, ਠੀਕ ਆ। ਤੇ ਸਾਡਾ ਸ਼ਹਿਰ ਆ ਖਨੌਰੀ, ਉੱਥੇ ਨਗਰ ਪੰਚਾਇਤ ਆ, ਠੀਕ ਆ। ਹੋਰ ਵੀ ਕਿਸੇ ਤੁਹਾਡੇ ਪਿੰਡਾਂ ਸ਼ਹਿਰਾਂ 'ਚ ਜਿਹੜੇ ਛੋਟੇ ਛੋਟੇ ਕਸਬੇ ਨੇ ਉੱਥੇ ਸ਼ਾਇਦ ਨਗਰ ਪੰਚਾਇਤਾਂ ਹੋਣ। ਤਾਂ ਦੇਖੋ ਜੇ ਕਾਰਪੋਰੇਸ਼ਨ ਆ ਤਾਂ ਤੁਹਾਨੂੰ ਪਤਾ ਹੈ ਕਿ ਤੁਹਾਡਾ ਲੈਜਿਸਲੇਟਿਵ ਮੁਖੀ ਜਿਤਨੇ ਤੁਹਾਡੇ ਕਾਨੂੰਨ ਬਣਾਉਣੇ ਆ ਉਹ ਮੇਅਰ ਆ, ਚੁਣਿਆ ਜਾਂਦਾ ਹੈ। ਤੇ ਜਿੰਨੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਨਾ ਉਹ ਕਮਿਸ਼ਨਰ ਆ, ਜਿਹੜਾ ਸਪੈਸ਼ਲ ਅਫਸਰ ਪੁਆਇੰਟ ਆ। ਜਿਹੜੀਆਂ ਮੁਨਸੀਪਲ ਕੌਂਸਲਾਂ ਏ ਤੇ ਨਗਰ ਪੰਚਾਇਤਾਂ ਏ ਉੱਥੇ ਜਿਹੜਾ ਲੈਜਿਸਲੇਟਿਵ ਮੁਖੀ ਹੁੰਦਾ ਉਹਨੂੰ ਮੇਅਰ ਨਾ ਕਹਿ ਕੇ ਪ੍ਰਧਾਨ ਹੀ ਕਹਿ ਦਿੰਦੇ ਆ, ਪ੍ਰੈਜ਼ੀਡੈਂਟ। ਤੇ ਉੱਥੇ ਜਿਹੜਾ ਸਰਕਾਰੀ ਅਫਸਰ ਸਭ ਤੋਂ ਵੱਡਾ ਹੁੰਦਾ ਹੈ ਉਹਨੂੰ ਹੀ ਐਡੀਸ਼ਨਲ ਚਾਰਜ ਦੇ ਦਿੰਦੇ ਆ ਉਹਦੀ ਐਗਜ਼ੀਕਿਊਸ਼ਨ ਦਾ, ਕਿਸੇ ਐਸਡੀਐਮ ਜਾਂ ਤਹਿਸੀਲਦਾਰ ਨੂੰ ਕਿ ਤੂੰ ਹੀ ਸਾਂਭੀ ਚੱਲ ਇੱਥੇ, ਜਾਂ ਕਿਸੇ ਸਰਕਾਰੀ ਅਫਸਰ ਨੂੰ। ਉੱਥੇ ਸਪੈਸ਼ਲ ਕਮਿਸ਼ਨਰ ਨਹੀਂ ਅਪਾਇੰਟ ਕੀਤਾ ਜਾਂਦਾ, ਜਾਂ ਉੱਥੇ ਇਸ ਲੈਵਲ ਦਾ ਕੋਈ ਅਫਸਰ ਨਹੀਂ ਅਪਾਇੰਟ ਕੀਤਾ ਜਾਂਦਾ, ਉਹ ਕਿਹੜਾ ਕਾਰਪੋਰੇਸ਼ਨ ਆ, ਠੀਕ ਆ। ਸੋ ਕੌਂਸਲ ਤੇ ਇਹ ਚੀਜ਼ਾਂ ਮੋਟੇ ਤੌਰ ਤੇ ਤਾਂ ਲੋਕ ਇਹਨਾਂ ਨੂੰ 3 ਹਿੱਸਿਆਂ 'ਚ ਹੀ ਗਿਣ ਲੈਂਦੇ ਆ ਕਿ ਛੋਟਾ ਹਿੱਸਾ ਜਿਹੜਾ ਹੈ ਉੱਥੇ ਕੌਂਸਲ ਆ, ਵੱਡੇ ਹਿੱਸੇ 'ਚ ਕਾਰਪੋਰੇਸ਼ਨ, ਉਸ ਤੋਂ ਵੀ ਛੋਟੇ ਹਿੱਸੇ 'ਚ ਨਗਰ ਪੰਚਾਇਤ ਆ, ਠੀਕ ਆ। ਨਗਰ ਪੰਚਾਇਤ ਜਿਹਨੂੰ ਆਪਾਂ ਕਹਿ ਦਿੰਦੇ ਆ। ਪਰ ਟੈਕਨੀਕਲੀ 3 ਨਹੀਂ, ਇਸ ਤੋਂ ਵੀ ਬਿਨਾਂ ਸਪੈਸ਼ਲ ਪਰਪਸ ਏਜੰਸੀ ਵਗੈਰਾ ਜਿਹੜੇ ਸੀਗੇ, ਪੋਰਟ ਟਰਸਟ, ਕੈਂਟੋਨਮੈਂਟ ਬੋਰਡ, 8 ਪ੍ਰਕਾਰ ਦੇ। ਤੇ ਮੈਂ 8 ਦੀ ਐਕਸਪਲੇਨੇਸ਼ਨ ਦੇਤੀ ਹੈ, ਠੀਕ ਆ। ਤੇ ਮੋਟੇ ਤੌਰ ਤੇ 3, ਪਰ ਡੈਪਥ 'ਚ ਜਾਓ ਤਾਂ ਮੁਨਸੀਪੈਲਿਟੀਜ਼ ਕਿੰਨੇ ਪ੍ਰਕਾਰ ਦੀਆਂ ਨੇ? 8 ਪ੍ਰਕਾਰ ਦੀਆਂ। ਆ ਜਾਓ ਹੁਣ। ਤਾਂ ਹੁਣ ਆਪਾਂ ਕੀ ਕਰਦੇ ਹਾਂ, ਹੁਣ ਇਹਦੇ 'ਚ ਨਾ ਬਹੁਤ ਇੰਪੋਰਟੈਂਟ ਆ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਆਰਟੀਕਲਸ ਨੇ, ਠੀਕ ਆ। ਹੁਣ 243 P ਤੋਂ ਲੈ ਕੇ 243 ZZ ਤੱਕ ਦੇ ਜਿਹੜੇ ਆਰਟੀਕਲਸ ਨੇ, ਜਦੋਂ ਤੁਹਾਨੂੰ ਇਹ ਨੋਟਸ ਮਿਲਣਗੇ ਨਾ ਤਾਂ ਉਦੋਂ ਐਵੇਂ ਨਹੀਂ ਹੋਣਗੇ ਕੰਪੋਜੀਸ਼ਨ ਦੇ ਬ੍ਰੈਕਟ 'ਚ ਅੱਗੇ ਆਰਟੀਕਲ ਲੱਗਿਆ ਹੋਊਗਾ ਕਿ ਅੱਛਾ ਇਹ 243 ਕਿਉਂ ਆ, ਐਵੇਂ ਸ਼ਾਇਦ ਇਹ ਕਿਉਂ ਹੀ ਆ। ਮੈਂ ਗਲਤ ਵੀ ਹੋ ਸਕਦਾ, ਪਰ ਮੈਂ ਆਰਟੀਕਲ ਇਹਨਾਂ ਦੇ ਅੱਗੇ ਆਰਟੀਕਲ ਪਤਾ ਕਿਉਂ ਲਿਖਣਾ ਚਾਹੁੰਦਾ, ਕਿਉਂਕਿ ਮੈਂ ਦੱਸਣਾ ਚਾਹੁੰਦਾ ਕਿ ਜੋ ਤੁਹਾਨੂੰ ਮੈਂ ਪੜ੍ਹਾ ਰਿਹਾ ਨਾ ਉਹ ਪਤਾ ਕੀ ਆ, ਮੈਂ ਆਰਟੀਕਲ ਹੀ ਪੜ੍ਹਾ ਦੇਣੇ ਸਾਰੇ। 243 ਤੋਂ ਲੈ ਕੇ 243 ਕਿਉਂ ਤੋਂ ਲੈ ਕੇ 243 P ਤੋਂ ਲੈ ਕੇ 243 G ਤੱਕ। ਤੁਸੀਂ ਕਹੋਗੇ ਫਿਰ ਇੱਥੇ ਪੀ ਤੋਂ ਕਿਉਂ ਨਹੀਂ ਸ਼ੁਰੂ ਕੀਤਾ? ਪੀ 'ਚ ਤਾਂ ਬਸ ਇਹੀ ਲਿਖਿਆ ਦੇਅਰ ਸ਼ੈਲ ਬੀ ਅ ਮੁਨਸੀਪੈਲਿਟੀ, ਠੀਕ ਆ। ਹੁਣ ਮੈਂ ਕੀ ਕੀਤਾ, ਸਾਰੇ ਆਰਟੀਕਲਸ ਜਿਹੜੇ ਆ ਜਦੋਂ ਤੁਹਾਨੂੰ ਨੋਟਸ ਦਊਂਗਾ ਤਾਂ ਉਹਦੇ ਤੇ ਅੱਗੇ ਆਰਟੀਕਲ ਵੀ ਲਿਖੇ ਹੋਣਗੇ। ਤੁਹਾਡੇ ਥੱਲੇ ਜਿਹੜੀ ਵੀਡੀਓ ਦੇ ਥੱਲੇ PDF ਚੱਲੂਗੀ ਨਾ, ਜਦੋਂ ਤੁਹਾਡੀ PDF ਤੁਹਾਡੀ ਐਪ 'ਚ ਚੱਲੂਗੀ ਉਹਦੇ ਅੱਗੇ ਇੱਥੇ ਹਾਈਲਾਈਟਡ ਆਰਟੀਕਲ ਵੀ ਹੋਣਗੇ, ਠੀਕ ਆ। ਜਿਹੜੇ ਤੁਹਾਡੇ ਘਰਾਂ 'ਚ ਮੈਂ ਹੈਂਡ ਰਿਟਨ ਨੋਟਸ ਪਹੁੰਚਾਤੇ ਆ ਉਹ ਐਵੇਂ ਹੀ ਆ, ਉੱਥੇ ਤੁਸੀਂ ਆਪ ਐਡ ਕਰ ਲਿਓ, ਅੱਖਰ ਹੀ ਤੇ ਲਿਖਣਾ ਹੋਊਗਾ। ਕਿਉਂਕਿ ਹੁਣ ਮੈਂ ਪੜ੍ਹਾਉਂਦੇ ਹੋਏ ਮੈਨੂੰ ਫੀਲ ਹੋਇਆ ਕਿ ਯਾਰ ਮੈਂ ਆਰਟੀਕਲ ਵੀ ਸਾਹਮਣੇ ਲਿਖ ਦਿੰਦਾ ਤਾਂ ਜ਼ਿਆਦਾ ਵਧੀਆ ਸੀ। ਇਸੇ ਬਹਾਨੇ ਆਰਟੀਕਲ ਰੱਟ ਵੀ ਜਾਂਦੇ ਆ, ਯਾਦ ਵੀ ਹੋ ਜਾਂਦੇ ਆ, ਠੀਕ ਆ। ਖੈਰ ਆ ਜਾਓ ਹੁਣ ਮੇਰਾ ਕਰਕਸ ਸਮਝਾ ਦਿੰਦਾ ਤੁਹਾਨੂੰ ਕਿ ਹੈ ਕੀ ਆ। ਸਭ ਤੋਂ ਪਹਿਲਾਂ ਮੁਨਸੀਪੈਲਿਟੀਜ਼ ਦੀ ਕੰਪੋਜੀਸ਼ਨ, ਕੱਲੀ ਚੀਜ਼ ਤੇ ਗੌਰ ਕਰਿਓ, ਬਹੁਤ ਇੰਪੋਰਟੈਂਟ ਆ, ਠੀਕ ਆ। ਸਭ ਤੋਂ ਪਹਿਲਾਂ ਕਨਸਟੀਟਿਊਸ਼ਨ 'ਚ ਕੀ ਲਿਖਿਆ ਹੋਇਆ ਹੈ। ਦੇਖੋ ਜੇ ਤੁਸੀਂ ਕਨਸਟੀਟਿਊਸ਼ਨ 'ਚ ਲਿਖੀ ਹੋਈ ਗੱਲ ਸਮਝ ਗਏ ਨਾ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਅੱਛਾ ਸਾਡੀਆਂ ਮੁਨਸੀਪੈਲਿਟੀਜ਼ ਕਿਵੇਂ ਕੰਮ ਕਰਦੀਆਂ। ਸਭ ਤੋਂ ਪਹਿਲਾਂ ਮੈਂ ਗੱਲ ਕਰਨ ਜਾ ਰਿਹਾ ਕੰਪੋਜੀਸ਼ਨ ਦੀ। ਕਹਿੰਦੇ ਜਿਹੜੇ ਵੀ ਇੱਕ ਮੁਨਸੀਪਲ ਏਰੀਏ 'ਚ ਲੋਕ ਆਉਂਦੇ ਆ, ਠੀਕ ਆ, ਉਹ ਸਾਰੇ ਦੇ ਸਾਰੇ ਹੀ ਆਲ ਦੀ ਮੈਂਬਰ ਆਫ ਮੁਨਸੀਪੈਲਿਟੀ ਸ਼ੈਲ ਬੀ ਇਲੈਕਟਡ ਡਾਇਰੈਕਟਲੀ ਉਸ ਏਰੀਏ ਦੇ ਲੋਕਾਂ ਦੁਆਰਾ ਚੁਣੇ ਜਾਣਗੇ। ਪਹਿਲੀ ਗੱਲ, ਠੀਕ ਆ। ਹਰ ਮੁਨਸੀਪੈਲਿਟੀ ਨੂੰ ਛੋਟੇ ਹਿੱਸਿਆਂ 'ਚ ਵੰਡਿਆ ਜਾਊਗਾ। ਗੌਰ ਕਰਿਓ, ਜਿਹੜੇ ਹਰ ਮੁਨਸੀਪੈਲਿਟੀ ਏਰੀਏ ਨੂੰ ਛੋਟੇ ਹਿੱਸਿਆਂ 'ਚ ਵੰਡਿਆ ਜਾਊਗਾ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਲਕੇ। ਤੁਸੀਂ ਸੁਣਿਆ ਕਦੀ ਕਿ ਜਿਵੇਂ ਸਪੋਜ਼ ਕਰੋ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਆ ਤੇ ਪੰਜਾਬ ਕਿੰਨੇ ਹਲਕਿਆਂ 'ਚ ਵੰਡਿਆ ਜਾਂਦਾ ਹੈ? 13। ਇਟ ਮੀਨਸ ਪੰਜਾਬ 'ਚ ਪਾਰਲੀਮੈਂਟ ਦੇ ਇਲੈਕਸ਼ਨਾਂ ਵੇਲੇ 13 ਕਨਸਟੀਟੂਐਂਸੀਜ਼ ਨੇ। ਪਰ ਜਦੋਂ ਪੰਜਾਬ 'ਚ ਅਸੈਂਬਲੀ ਦੀਆਂ ਚੋਣਾਂ ਹੁੰਦੀਆਂ ਸਟੇਟ ਦੇ ਲੈਵਲ ਦੀਆਂ, ਉਦੋਂ ਪੰਜਾਬ ਨੂੰ ਕਿੰਨੇ ਹਿੱਸਿਆਂ 'ਚ ਵੰਡਿਆ ਜਾਂਦਾ ਹੈ? 117। ਤਾਂ ਪੰਜਾਬ 'ਚ ਲੈਜਿਸਲੇਟਿਵ ਅਸੈਂਬਲੀ ਦੇ ਕਿੰਨੇ ਹਲਕੇ ਆ? 117। ਜਦੋਂ ਇੱਕ ਸ਼ਹਿਰ 'ਚ ਵੋਟਾਂ ਪੈਂਦੀਆਂ ਹੈ ਤਾਂ ਇੱਕ ਸ਼ਹਿਰ ਨੂੰ ਮੁਨਸੀਪੈਲਿਟੀ ਦੀਆਂ ਚੋਣਾਂ ਵਾਸਤੇ ਕਈ ਹਿੱਸਿਆਂ 'ਚ ਵੰਡ ਲਿਆ ਜਾਂਦਾ ਹੈ। ਉਹਨੂੰ ਕਹਿੰਦੇ ਆ ਮੁਨਸੀਪੈਲਿਟੀ ਕਨਸਟੀਟੂਐਂਸੀਜ਼। ਅਜੀਬ ਜਿਹਾ ਨਹੀਂ ਲੱਗਿਆ ਵਰਡ? ਇਹਦਾ ਇੱਕ ਸ਼ਾਰਟ ਵਰਡ ਹੈਗਾ ਵਾਰਡ।
ਵਾਰਡ ਹੈਗਾ ਏ। ਹਾਂ ਹੁਣ ਤੁਸੀਂ ਕਹੋਗੇ ਸਰ ਇਹ ਦੱਸ ਦਿਓ ਪਾਰਲੀਮੈਂਟਰੀ ਕਨਸਟੀਟੂਐਂਸੀਜ਼ ਸੰਸਦੀ ਹਲਕਿਆਂ ਦਾ ਕੋਈ ਸ਼ਾਰਟ ਫਾਰਮ ਹੈਗੀ ਹੈ? ਨਹੀਂ ਹੈਗੀ, ਨਹੀਂ ਤਾਂ ਨਹੀਂ, ਫਿਰ ਨਹੀਂ ਤਾਂ ਗੱਲ ਖਤਮ। ਹਾਂ ਮੁਨਸੀਪੈਲਿਟੀ ਕਨਸਟੀਟੂਐਂਸੀਜ਼ ਦੀ ਸ਼ਾਰਟ ਫਾਰਮ ਹੈਗੀ ਹੈ ਕੀ ਭਲਾ? ਵਾਰਡ। ਸੁਣੀ ਵੀ ਹੋਣੀ ਹੈ ਤੁਸੀਂ ਕਿ ਅਸੀਂ ਫਲਾਣੀ ਵਾਰਡ 'ਚ ਅਸੀਂ ਉਹ ਮੁਨਸੀਪੈਲਿਟੀ ਦਾ ਪੂਰਾ ਏਰੀਆ ਉਹਨੂੰ ਛੋਟੇ ਛੋਟੇ ਹਲਕਿਆਂ 'ਚ ਵੰਡ ਲਿਆ ਜਾਂਦਾ ਹੈ ਤੇ ਹਰ ਟੈਰੀਟੋਰੀਅਲ ਹਲਕੇ ਨੂੰ ਕਿਹਾ ਜਾਂਦਾ ਕੀ ਭਲਾ? ਵਾਰਡ। ਕਲੀਅਰ ਹੈ ਗੱਲ? ਤੇ ਇੱਕ ਗੱਲ ਹੋਰ ਬੜੀ ਕਲੀਅਰ ਗੱਲ ਆ, ਤੇ ਹੁਣ ਦੇਖੋ ਇੱਕ ਬੜੀ ਸਿੰਪਲ ਜੀ ਗੱਲ ਆ ਕਿ ਮੁਨਸੀਪੈਲਿਟੀ 'ਚ ਇਸ ਹਰ ਵਾਰਡ ਦੇ ਵਿੱਚੋਂ ਜਿਹੜੀ ਆ ਉਹ ਵੋਟ ਪੈਂਦੀ ਹੈ, ਠੀਕ ਆ। ਹਰ ਵਾਰਡ ਆਪਣੇ ਵਿੱਚੋਂ ਇੱਕ ਬੰਦੇ ਨੂੰ ਇਲੈਕਟ ਕਰਦਾ ਹੈ, ਉਹਨੂੰ ਕਹਿੰਦੇ ਆ ਮੁਨਸੀਪਲ ਕੌਂਸਲਰ। ਕੀ ਕਹਿੰਦੇ ਆ? ਕੌਂਸਲਰ। MC ਤੁਹਾਡਾ MC ਹੁੰਦਾ ਹੈ ਮੁਨਸੀਪਲ ਕੌਂਸਲਰ। ਹੁਣ ਡਿਪੈਂਡ ਕਰਦਾ ਹੈ ਕਿ ਤੁਸੀਂ ਜਿੱਥੇ ਰਹਿ ਰਹੇ ਹੋ ਉਹ ਜਾਂ ਤਾਂ ਹੋਊਗੀ ਨਗਰ ਪੰਚਾਇਤ, ਕੀ ਹੋਊਗੀ? ਨਗਰ ਪੰਚਾਇਤ, ਜਾਂ ਹੋਊਗੀ ਕੌਂਸਲ, ਤੇ ਜਾਂ ਹੋਊਗੀ ਕੀ ਭਲਾ? ਕਾਰਪੋਰੇਸ਼ਨ। ਜਾਂ ਕੀ ਹੋਊਗੀ? ਕਾਰਪੋਰੇਸ਼ਨ। ਚਾਹੇ ਤੁਸੀਂ ਨਗਰ ਪੰਚਾਇਤ ਚੋਂ ਤਾਂ ਵੀ ਤੁਸੀਂ ਆਪਣੇ MC ਚੁਣੋਗੇ। MC ਮਤਲਬ ਕੌਂਸਲਰ। ਇੱਥੇ ਵੀ MC ਕੌਂਸਲਰ, ਇੱਥੇ ਵੀ MC ਕੌਂਸਲਰ ਚੁਣਨਗੇ। ਹਾਂ ਜਦੋਂ ਇਹ ਚੁਣੇ ਗਏ ਇਹਨਾਂ ਦੇ ਵਿੱਚੋਂ ਇੱਕ ਬੰਦਾ ਬਣੂਗਾ ਪ੍ਰਧਾਨ। ਜੇ ਤਾਂ ਕਾਰਪੋਰੇਸ਼ਨ ਆ ਤੇ ਜਿਹੜਾ ਪ੍ਰਧਾਨ ਬਣੂਗਾ ਉਹਨੂੰ ਕਿਹਾ ਜਾਊਗਾ ਮੇਅਰ। ਤੇ ਜੇ ਉਹ ਮੁਨਸੀਪਲ ਕੌਂਸਲ ਆ, ਛੋਟੇ ਸ਼ਹਿਰ ਆ ਜਿਵੇਂ ਸੰਗਰੂਰ ਆ ਜਾਂ ਖਨੌਰੀ ਆ, ਜਮਾਂ ਹੀ ਛੋਟਾ ਪਿੰਡ ਤੋਂ ਸ਼ਹਿਰ ਬਣ ਰਿਹਾ ਹੈ, ਇੱਥੇ ਚੁਣੇ ਜਾਣਗੇ ਪ੍ਰਧਾਨ। ਮੇਰੀ ਗੱਲ ਸਮਝ ਗਏ? ਕਲੀਅਰ ਹੈ ਗੱਲ? ਕਿਸੇ ਨੂੰ ਕੋਈ ਡਾਊਟ? ਇਹਨਾਂ ਸਾਰਿਆਂ ਨੂੰ ਲੈਜਿਸਲੇਟਿਵ ਪਾਵਰਸ ਨੇ ਉੱਥੇ। ਉਸ ਸ਼ਹਿਰ ਦੇ 18 ਵਿਸ਼ਿਆਂ ਤੇ ਕਾਨੂੰਨ ਬਣਾਉਣੇ। 18 ਵਿਸ਼ੇ ਕਿਉਂ ਭਾਈ? ਕਨਸਟੀਟਿਊਸ਼ਨ 'ਚ 18 ਵਿਸ਼ੇ ਦਿੱਤੇ ਗਏ ਆ ਮੁਨਸੀਪੈਲਿਟੀਆਂ ਨੂੰ। ਉਹਨਾਂ ਨੂੰ ਐਗਜ਼ੀਕਿਊਟ ਕੌਣ ਕਰਾਉਂਦਾ ਹੈ? ਉਹਨਾਂ ਨੂੰ ਐਗਜ਼ੀਕਿਊਟ ਕੌਣ ਕਰਾਉਂਦਾ ਹੈ? ਲਾਗੂ ਕੌਣ ਕਰਾਉਂਦਾ ਹੈ? ਕਾਰਪੋਰੇਸ਼ਨ 'ਚ ਕੌਣ ਕਰਾਉਂਦਾ ਲਾਗੂ? ਕਮਿਸ਼ਨਰ। ਕੌਣ ਕਰਾਉਂਦਾ ਹੈ? ਕਮਿਸ਼ਨਰ। ਮੁਨਸੀਪੈਲਿਟੀਆਂ ਤੇ ਨਗਰ ਪੰਚਾਇਤਾਂ 'ਚ ਕੌਣ ਕਰਾਉਂਦਾ ਹੈ? ਉੱਥੋਂ ਦਾ ਕੋਈ ਅਫਸਰ। ਉਹ ਵੀ ਨਹੀਂ ਕਰਾਉਂਦਾ, ਇਹ ਆਪ ਹੀ ਕਰਾ ਕਰੂ ਲੈਂਦੇ ਆ, ਕਿਉਂਕਿ ਇੱਥੇ ਇਹਨਾਂ ਨੂੰ ਪਾਵਰ ਦੇ ਦਿੰਦੇ ਆ। ਛੋਟੇ ਸ਼ਹਿਰ ਦਾ ਪ੍ਰਧਾਨ ਬਣਨ ਦਾ ਫਾਇਦਾ ਕਿ ਵੱਡੇ ਸ਼ਹਿਰ ਦੇ ਮੇਅਰ? ਇਸ ਹਿਸਾਬ ਨਾਲ ਛੋਟੇ ਸ਼ਹਿਰ ਦੇ ਪ੍ਰਧਾਨ ਬਣਨ ਦਾ ਵੱਧ ਫਾਇਦਾ ਲੱਗ ਰਿਹਾ, ਕਿਉਂਕਿ ਮੇਅਰ ਕੋਲੋਂ ਸਿਰਫ ਲੈਜਿਸਲੇਟਿਵ ਪਾਵਰਸ ਰਹੇ, ਐਗਜ਼ੀਕਿਊਸ਼ਨ ਦੀਆਂ ਪਾਵਰ ਉਹਦੇ ਕੋਲ ਨਹੀਂ ਆ। ਕਿਹਦੇ ਕੋਲ ਆ ਭਲਾ? ਕਮਿਸ਼ਨਰ ਕੋਲ, ਕਿਉਂਕਿ ਉੱਥੇ ਇੱਕ ਵੱਖਰਾ ਅਫਸਰ ਅਪੁਆਇੰਟ ਹੋ ਜਾਂਦਾ ਹੈ। ਖੈਰਾ ਦੱਸੋ ਕਹਾਣੀ ਸਮਝ ਆ ਗਈ? ਇਹਦੇ ਨਾਲ ਕੰਪੋਜੀਸ਼ਨ ਸਮਝ ਆ ਗਈ? ਹਾਂ ਪਰ ਇੱਕ ਗੱਲ ਆ, ਹੁਣ ਪਟਿਆਲੇ ਦੀ ਕਾਰਪੋਰੇਸ਼ਨ ਆ, ਪਟਿਆਲੇ ਦੀ ਕਾਰਪੋਰੇਸ਼ਨ 'ਚ ਸਾਰੇ MC ਜਾਣ ਕੇ ਬਹਿਣਗੇ ਨਾ, ਓਬਵੀਅਸ ਜੀ ਗੱਲ ਆ। ਪਟਿਆਲਾ ਜਿਹੜੀ ਕਾਰਪੋਰੇਸ਼ਨ ਆ, ਠੀਕ ਆ, ਇੱਥੇ ਸਾਰੇ MC ਬਹਿਣਗੇ ਜਾ ਕੇ। ਪਰ ਜਿਹੜੀ ਪਟਿਆਲਾ ਕਾਰਪੋਰੇਸ਼ਨ ਆ ਇਹ ਕੱਲੀ ਪਟਿਆਲਾ ਸ਼ਹਿਰ ਥੋੜਾ ਹੈ। ਇਹ ਜਦੋਂ ਪੰਜਾਬ ਦੀ ਵਿਧਾਨ ਸਭਾ ਦੀਆਂ ਵੋਟਾਂ ਪਈਆਂ ਸੀ, ਇੱਥੋਂ ਇੱਕ ਬੰਦਾ MLA ਵੀ ਤਾਂ ਜਿੱਤਿਆ ਹੋਊਗਾ। ਜਦੋਂ ਪਾਰਲੀਮੈਂਟ ਦੀਆਂ ਵੋਟਾਂ ਪਈਆਂ ਸੀ, ਇਸ ਇਲਾਕੇ ਦਾ ਕੋਈ MP ਵੀ ਤਾਂ ਹੋਊਗਾ ਕਿ ਨਹੀਂ ਹੋਊਗਾ? ਕੀ ਉਹ ਬੰਦਾ ਆਪਣੀ ਕਾਰਪੋਰੇਸ਼ਨ ਵਾਸਤੇ ਕੁਝ ਨਹੀਂ ਕਰ ਸਕਦਾ? ਕਰ ਸਕਦਾ। ਉਹ ਜਿਹੜਾ MLA ਇੱਥੋਂ ਦਾ ਅਜੀਤਪਾਲ ਸਿੰਘ ਕੋਹਲੀ ਜੀ ਨੇ, ਪਟਿਆਲੇ ਦੇ MLA, ਉਹਨਾਂ ਦਾ ਵੀ ਕਾਰਪੋਰੇਸ਼ਨ 'ਚ ਇੱਕ ਰੋਲ ਆ ਕਿ ਉਹ ਪੰਜਾਬ ਸਰਕਾਰ ਨੂੰ ਕਹਿਣ ਕਿ ਪਟਿਆਲੇ 'ਚ ਇੱਕ ਨਾਲਾ ਪੱਕਾ ਹੋ ਰਿਹਾ ਹੈ, ਅਸੀਂ ਉੱਥੇ ਸਾਈਕਲ ਚਲਾਉਣੇ ਆ ਨਾਲ, ਠੀਕ ਆ, ਸਾਨੂੰ ਫੰਡ ਦਿਓ। ਤੇ ਜਿਹੜਾ ਇੱਥੋਂ ਦਾ MP ਆ ਉਹ ਮੋਦੀ ਜੀ ਨੂੰ ਕਹਿ ਸਕਦਾ ਜਾ ਕੇ। ਤਾਂ ਫਿਰ ਪਟਿਆਲੇ ਦੀ ਮੁਨਸੀਪਲ ਕਾਰਪੋਰੇਸ਼ਨ ਨੇ ਕੀ ਹੋਇਆ ਕਿ ਆ ਜਾਓ, ਤੁਹਾਨੂੰ ਵੀ ਅਸੀਂ ਆਪਣੀ ਕਾਰਪੋਰੇਸ਼ਨ ਦੇ ਮੈਂਬਰ ਬਣਾਈ ਲੈਂਦੇ ਆ। ਤੁਸੀਂ ਵੋਟਾਂ 'ਚ ਨਹੀਂ ਜਿੱਤੇ, ਪਰ ਤੁਸੀਂ ਸਾਡੇ ਵੱਡੇ ਪੱਧਰ ਤੇ ਨੁਮਾਇੰਦੇ ਹੋ। ਕੋਈ ਡਾਊਟ? ਨਹੀਂ ਸਮਝ ਆਈ? ਇਟ ਮੀਨਸ ਉਸ ਇਲਾਕੇ 'ਚੋਂ ਜਿਹੜਾ ਲੋਕ ਸਭਾ ਦਾ ਜਾਂ ਵਿਧਾਨ ਸਭਾ ਦੇ MLA MP ਹੁੰਦੇ ਆ, ਉਹ ਵੀ ਇਹਦੇ ਮੈਂਬਰ ਹੋ ਜਾਂਦੇ ਆ। ਰਾਜ ਸਭਾ ਵਾਲੇ ਵੀ ਇਹਦੇ ਮੁਨਸੀਪਲ ਜਿਹੜੇ ਏਰੀਏ 'ਚ ਫਿੱਟ ਹੁੰਦੇ ਆ ਉੱਥੋਂ ਦੇ ਮੈਂਬਰ ਬਣ ਜਾਂਦੇ ਆ। ਆਹ ਗੱਲ ਦੱਸੋ, ਸਮਝ ਆ ਗਈ? ਉਸ ਤੋਂ ਬਾਅਦ ਕਲੀਅਰ ਗੱਲ ਦੱਸੋ ਸਾਰੇ, ਕਿਸੇ ਨੂੰ ਕੋਈ ਡਾਊਟ ਕਿ ਇਕੱਲੇ MC ਹੀ, ਮੁਨਸੀਪਲ ਕੌਂਸਲਰ ਹੀ ਕਾਰਪੋਰੇਸ਼ਨ ਦੇ ਵਿੱਚ ਜਾਂ ਕੌਂਸਲ ਦੇ ਵਿੱਚ ਮੈਂਬਰ ਨਹੀਂ ਹੁੰਦੇ? ਜਿਹੜੇ ਉਸ ਹਲਕੇ ਤੋਂ MLA MP ਜਿੱਤੇ ਹੋਏ ਆ ਉਹ ਐਕਸ ਆਫੀਸ਼ੋ ਆਟੋਮੈਟਿਕਲੀ ਹੀ ਉਸ ਮੁਨਸੀਪੈਲਿਟੀ ਦੇ ਵਿੱਚ ਮੈਂਬਰ ਹੁੰਦੇ ਆ। ਕੋਈ ਡਾਊਟ? ਕੰਪੋਜੀਸ਼ਨ ਸਮਝ ਆ ਗਈ? ਆ 243 ਕਿਉਂ ਸਮਝ ਆ ਗਿਆ? ਹੁਣ ਇੱਕ ਗੱਲ ਦੱਸੋ, ਕਿੱਡੀ ਕੁ ਗੱਲ ਆ ਜੇ ਮੈਂ ਅੱਗੇ ਉਹਦਾ ਆਰਟੀਕਲ ਨਹੀਂ ਲਿਖਿਆ? ਆਰਟੀਕਲ ਲਿਖੇ ਭੇਜ ਦੂੰਗਾ। ਕਨਸੈਪਟ ਸਮਝ ਆਉਣਾ ਜ਼ਰੂਰੀ ਸੀ ਕਿ ਆਰਟੀਕਲ ਰੱਟਾ ਮਰਾਉਣਾ ਜ਼ਰੂਰੀ ਸੀ? ਆਰਟੀਕਲ ਤੁਸੀਂ ਯਾਦ ਕਰ ਲਿਓ। ਮੇਰਾ ਮਕਸਦ ਸੀ ਜਿਹੜੇ ਉਹ ਆਰਟੀਕਲ ਨੇ ਉਹਨਾਂ ਨੂੰ ਡੀਕੋਡ ਕਰ ਦੇਣਾ। ਆ ਜਾਓ ਅੱਗੇ। ਹੁਣ ਗੱਲ ਕਰਦੇ ਆ ਵਾਰਡ ਕਮੇਟੀਜ਼ ਦੀ। ਕਨਸਟੀਟਿਊਸ਼ਨ ਦੇ ਵਿੱਚ ਇੱਕ ਸ਼ਬਦ ਲਿਖਿਆ ਹੋਇਆ ਹੈ ਕਿ ਮੁਨਸੀਪੈਲਿਟੀਆਂ ਦੇ ਵਿੱਚ ਵਾਰਡ ਕਮੇਟੀਆਂ ਹੋਣਗੀਆਂ। ਤੁਹਾਡੇ ਪੇਪਰ 'ਚ ਇੱਕ ਸਵਾਲ ਪਤਾ ਕੀ ਆਊਗਾ ਕਿ ਵਾਰਡ ਕਮੇਟੀ ਵਰਡ ਹੈਜ਼ ਬੀਨ ਰਿਟਨ ਐਕਸਪਲਿਸਿਟਲੀ ਮੈਂਸ਼ਨਡ ਇਨ ਕਨਸਟੀਟਿਊਸ਼ਨ ਆਫ ਇੰਡੀਆ। ਕਿ ਕੀ ਵਾਰਡ ਕਮੇਟੀ ਸ਼ਬਦ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ? ਅਸੀਂ ਕਹਿੰਦੇ ਯਾਰ ਮੁਨਸੀਪੈਲਿਟੀ ਤਾਂ ਲਿਖਿਆ, ਵਾਰਡ ਕਮੇਟੀ ਕਿੱਥੇ ਲਿਖਿਆ ਹੋਣਾ? ਲਿਖਿਆ ਹੋਇਆ ਹੈ।
ਵਾਰਡ ਕਮੇਟੀਜ਼, ਇਹਦਾ ਮਤਲਬ ਇੱਥੋਂ ਤੁਹਾਨੂੰ ਇੱਕ ਪਰਸੈਪਸ਼ਨ ਜਾ ਰਹੀ ਹੈ ਕਿ ਹਰ ਵਾਰਡ ਦੀ ਇੱਕ ਕਮੇਟੀ ਹੋਊਗੀ। ਪੜ੍ਹਦੇ ਆ, ਮੈਨੂੰ ਹੀ ਆਪ ਨਹੀਂ ਪਤਾ ਕਿ ਵਟ ਇਜ਼ ਵਾਰਡ ਕਮੇਟੀ। ਗੌਰ ਕਰਿਓ, ਕਹਿੰਦਾ देयर शैल बी वार्ड कमेटीज़ फॉर वन और मोर दैन वन वार्ड। जे वार्ड वड्डी आ तां एक जां नहीं तां एक, उस मुनसिपैलिटी दे अंदर जिथे कि लख तो पॉपूलेशन ज़्यादा आ उत्थे एक कॉरपोरेशन जां कौंसल नहीं निगाह रख सकती, उत्थे 3-3 4-4 वार्डां दा एक वार्ड कमेटी बनूगी ते वो वार्ड कमेटी अपनियां वार्ड दीयां समस्यावां वक्खरे तौर ते सुनूगी। ये मैं नहीं कह रहा, कित्थे लिखिया होया है कॉन्स्टिट्यूशन च, तुहाडे सामने ही आ। अगला आर्टिकल यही है, कहंदा ये अपने उत्थों दे प्रबंध करूगी वार्ड कमेटी। इंपॉर्टेंट गल समझ आ गई, पेपर च आउंदा हुंदा कि कंसीडर द फॉलोइंग, PPSC वाले तो जलूस कड्ढण ते आए होए आ, कंसीडर द फॉलोइंग स्टेटमेंट्स अबाउट वार्ड कमेटीज़। एवें दा सवाल पाउणा कुछ नहीं, द वर्ड वार्ड कमेटी हैज़ नॉट बीन मैंशनड इन कॉन्स्टिट्यूशन ऑफ इंडिया। दूजी ऑप्शन पा देणगे कि वार्ड कमेटी जिहड़ी आ हर वार्ड दी एक कमेटी बनाउणी जरूरी कंपलसरी आ, दैट इज़ कॉल्ड वार्ड कमेटी। दोवें गलत हो गए, कोई डाउट ये मतलब कि मैंशन नहीं हैगा, ये भी गलत आ। ये हर एक वार्ड की एक कमेटी बनानी जरूरी है, भी जरूरी नहीं गा। बनाने भी उत्थे जरूरी है जित्थों की मुनसिपैलिटी च आबादी किन्ने तो वध आ, लख तो वध आ। कोई डाउट ये? खैर, उस तो बाद अगला आर्टिकल आ जाता है रिजर्वेशन नूं लैके कि इत्थे सीटां जिहड़ियां इन्हां दी रिजर्वेशन किवें आ। बड़ी इंपॉर्टेंट गल दस रहा रिजर्वेशन नूं लैके। मैं रिजर्वेशन नूं लैके इंपॉर्टेंट गल ये आ कि हर कॉरपोरेशन च SC ते ST दीयां सीटां उन्हां दी पॉपूलेशन दे अकॉर्डिंग रिजर्व होणगीਆਂ। किहदे अकॉर्डिंग? अकॉर्डिंग टू पॉपूलेशन। औरतां दीयां रिजर्वेशन घट्टो घट्ट 1/3 चाहिदी है। कितनी चाहिदी है? मतलब पंजाब दे विच मुनसिपैलिटियां दे विच 1/3 रिजर्वेशन हैगी आ। ट्रू और फॉल्स? 50% आ। कॉन्स्टिट्यूशन की कह के गया? घट्टो घट्ट 1/3। इस तो वध जे करनी आ तां डिसाइडिड बाय स्टेट लैजिस्लेचर। उस सूबे की विधान सभा जे इस तो वध वधाउणा चाहुंदी वधा दे, सानू कोई सरदर्दी नहीं। घट्टो घट्ट औरतां दी रिजर्वेशन 1/3 होनी चाहिए है। ST SC दी पॉपूलेशन, ST SC दी रिजर्वेशन अकॉर्डिंग टू पॉपूलेशन होनी चाहिए है, ना घटा सकती है स्टेट लैजिस्लेचर, ना वधा सकती है। कौन कह रहा भला? वह जो सामने लिखा है कौन कह रहा है? कॉन्स्टिट्यूशन ऑफ इंडिया। याद रखियो, आ आर्टिकल ने कॉन्स्टिट्यूशन दे, किते कह दो अच्छा है पार्लीमेंट का कोई लॉ है ना, ये सब कॉन्स्टिट्यूशन च लिखिया होया है। तो कॉन्स्टिट्यूशन ने पार्लीमेंट को कोई पावर नहीं दित्तियां। किहनूं दे रही पावर? जां तां कॉन्स्टिट्यूशन अपने च लिख गया तो 74वीं अमेंडमेंट च जो लिख गया, तो जो फ्लैक्सीबिलिटी दे के गया किहनूं दे के गया है? स्टेट दियां लैजिस्लेचरस नूं कि जे तुसीं तोड़ करना है कि स्टेट दियां लैजिस्लेचरस SC ST दी रिजर्वेशन नूं चेंज कर सकते हैं? नहीं। लिखता कि वो अकॉर्डिंग टू की होनी चाहिए है? पॉपूलेशन। ते औरतां दी घट्टो घट्ट 1/3, उस तो बाद जे वधाउणी है तो स्टेट लैजिस्लेचर वधा दे। एक रह गया रौला BC दी रिजर्वेशन कितनी होनी चाहिए है? एज डिसाइडिड बाय स्टेट लैजिस्लेचर। बैकवर्ड क्लासां नूं मुनसिपैलिटियां च रिजर्वेशन देनी है कि नहीं देनी, ये सारे दा सारा कुछ कॉन्स्टिट्यूशन किन्ना ते छड्ड गया? स्टेट दियां लैजिस्लेचरस ते। किसी नूं कोई डाउट? सो मैं रिजर्वेशन नूं लैके तां एक गल क्लीयर करती कि अच्छा औरतां दी रिजर्वेशन बारे की कहा गया है। ठीक है, नैक्सट उस तो बाद अगला कॉन्सैप्ट, एक कॉन्स्टिट्यूशन के कल्ले कल्ले आर्टिकल का जिक्र आ। जे कॉन्स्टिट्यूशन डाउनलोड करके पढ़ दोगे तो कुछ भी पता नहीं लगना। गल समझ आ रही है? अगला आ गया ड्यूरेशन ऑफ मुनसिपैलिटीज़, कि मुनसिपैलिटीज़ की ड्यूरेशन कितनी है। ये भी कॉन्स्टिट्यूशन च मैंशन आ। कहते एक्ट कहता कि 5 साल। ठीक है, हाँ 5 साल तो पहला जे बाई चांस नो कॉन्फिडेंस आ गया, कौंसलरां की गिणती जिहड़ी पार्टी जित्ती है उन्हां दी गिणती 50% तो घट गई तो नो कॉन्फिडेंस आ जाता ना, अविश्वास प्रस्ताव, तो फिर राह च डिग जाऊगी। फ्रैश इलैक्शन कराए जाणगे। ਜਿਹੜੇ फ्रैश इलैक्शन होणगे, मान लो 2 साल बाद फ्रैश इलैक्शन हो गए, नवीं कॉरपोरेशन बनी गई ਜਾਂ कौंसल नवीं बन गई। जिवें ਤਾਂ पार्लीमेंट का हिसाब हुंदा है कि ਜਿਹੜੀ नवीं स्टेट ਦੇ ਵਿੱਚ सरकार बनूगी वो अगले 5 साल ही ਚੱਲੂਗੀ। लोकल बॉडीज़ च एवें नहीं हैगा। लोकल बॉडीज़ च जे नवीं कॉरपोरेशन बन भी गई तो वह बची हुई टन्योर पूरी करूगी, ना कि उत्थों अगले 5 साल। गौर की गल? UPSC IAS च पुछ चुकी है सवाल प्री च। फ्रैश इलैक्शन होणगे तो वो जिहड़ी आ वो मतलब कि जिहड़ी आ एक्सपायरी, मतलब कि बची हुई टन्योर नूं पूरी करूगी। बाई चांस सरकार उदों डिग गई कॉरपोरेशन की जां पंचायतां की जां मुनसिपैलिटी की, हजे नवें इलैक्शन च सिर्फ 6 महीने रह गए, फिर दोबारा इलैक्शन की कोई लोड़ नहीं। जे साल पिया फिर लोड़ आ, पर जे साल पिया तो नवीं कॉरपोरेशन बन गई
ਭੰਗ ਹੋ ਕੇ ਪੁਰਾਣੀ, ਤੇ ਜਿਹੜੀ ਨਵੀਂ ਕਾਰਪੋਰੇਸ਼ਨ ਬਣੂਗੀ ਉਹ ਇਹ ਥੋੜਾ ਕਿ ਅਗਲੇ 5 ਸਾਲ ਪੂਰੇ ਕਰੂਗੀ ਨਾ, ਕਿੰਨੇ ਸਾਲ, ਸਿਰਫ ਬਚੀ ਹੋਈ ਟਨਿਓਰ। ਇਹ ਇੰਪੋਰਟੈਂਟ ਗੱਲ ਆ, ਡਿਊਰੇਸ਼ਨ ਬਾਰੇ ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਸਿਰਫ ਰਿਮਾਈਂਡਰ ਆਫ ਦੀ ਪੀਰੀਅਡ। ਸੋ ਇਹ ਬਹੁਤ ਇੰਪੋਰਟੈਂਟ ਗੱਲ ਸੀ। ਹੁਣ ਗੱਲ ਕਰਦੇ ਆ ਡਿਸਕੁਆਲੀਫਿਕੇਸ਼ਨ ਦੀ। ਆ ਜਿਹੜੇ MC ਨੇ, ਕਾਉਂਸਲਰ ਨੇ, ਮੇਅਰ ਨੇ, ਇਹਨਾਂ ਨੂੰ ਕਿਵੇਂ ਡਿਸਕੁਆਲੀਫਾਈ ਕੀਤਾ ਜਾ ਸਕਦਾ ਹੈ? ਪਹਿਲੀ ਗੱਲ ਕਹਿੰਦੇ ਇਹਨਾਂ ਨੂੰ ਇੱਕ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਕਿ ਜੇ ਜਿਹੜੀ ਸਟੇਟ ਦੇ ਵਿੱਚ ਮਿਊਨਿਸਪੈਲਿਟੀ ਹੈਗੀ ਆ, ਜੇ ਉੱਥੋਂ ਦੀ ਸਟੇਟ ਲੈਜਿਸਲੇਚਰ ਦੇ ਬਣਾਏ ਕਿਸੇ ਕਾਨੂੰਨ ਦੇ ਤਹਿਤ ਇਹ ਦੋਸ਼ੀ ਪਾਏ ਗਏ ਤਾਂ ਇਹ ਤਾਂ ਰਿਮੂਵ ਹੋ ਜਾਣਗੇ। ਜਾਂ ਅਗਲੀ ਗੱਲ, ਇਹਨਾਂ ਨੂੰ ਇਸ ਆਧਾਰ ਤੇ ਡਿਸਕੁਆਲੀਫਾਈ ਨਹੀਂ ਕੀਤਾ ਗਿਆ ਕਿ ਤੁਸੀਂ ਚੁਣੇ ਗਏ ਹੋ ਤੇ ਤੁਹਾਡੀ ਉਮਰ 25 ਸਾਲ ਤੋਂ ਘੱਟ ਆ, ਕਿਉਂਕਿ 25 ਸਾਲ ਤੋਂ ਘੱਟ ਉਮਰ ਦੇ ਤੌਰ ਤੇ ਡਿਸਕੁਆਲੀਫਾਈ ਤਾਂ ਕੀਤਾ ਜਾਂਦਾ ਜੇ ਤੁਸੀਂ ਲੋਕ ਸਭਾ ਦੇ ਇਲੈਕਸ਼ਨ ਲੜ ਰਹੇ ਹੋ ਜਾਂ ਵਿਧਾਨ ਸਭਾ ਦੇ। ਇੱਥੇ ਉਮਰ 25 ਸਾਲ ਨਹੀਂ ਹੁੰਦੀ, ਇੱਥੇ ਹੁੰਦੀ ਆ 21 ਸਾਲ। ਤੁਸੀਂ ਪਿੰਡ ਦਾ ਸਰਪੰਚ ਜਾਂ ਮਿਊਨਿਸਪੈਲਿਟੀ ਦਾ ਕੋਈ ਕਾਉਂਸਲਰ ਜਾਂ ਕੁਝ ਵੀ ਬਣਨਾ ਚਾਹੁੰਦੇ ਹੋ, ਮੇਅਰ ਬਣਨਾ ਚਾਹੁੰਦੇ ਹੋ, ਤਾਂ ਤੁਹਾਡੀ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਆ? 21 ਸਾਲ। ਤਾਂ 25 ਸਾਲ ਤੋਂ ਥੱਲੇ ਦਾ ਵਾਸਤਾ ਦੇ ਕੇ ਤੁਹਾਨੂੰ ਡਿਸਕੁਆਲੀਫਾਈ ਨਹੀਂ ਕੀਤਾ ਜਾ ਸਕਦਾ। ਹਾਂ, ਜੇ ਤੁਸੀਂ 21 ਤੋਂ ਥੱਲੇ ਹੋ ਤਾਂ ਵੀ ਤੁਹਾਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਊਗਾ, ਬਿਕੋਜ਼ ਉਹ ਤੁਸੀਂ ਮਿਨੀਮਮ ਏਜ ਪੂਰੀ ਨਹੀਂ ਕੀਤੀ। ਠੀਕ ਆ। ਤੇ ਹਾਂ, ਤੇ ਇੱਕ ਗੱਲ ਹੋਰ, ਬਾਈ ਚਾਂਸ ਤੁਹਾਡੀ ਡਿਸਕੁਆਲੀਫਿਕੇਸ਼ਨ ਹੋ ਗਈ, ਤੁਸੀਂ ਤੁਹਾਡੇ ਕਿਹੜੀ ਅਥਾਰਟੀ ਕੋਲ ਜਾ ਕੇ ਤੁਸੀਂ ਸ਼ਿਕਾਇਤ ਕਰੋਗੇ? ਜਿਹੜੀ ਅਥਾਰਟੀ ਕੋਲ ਜਾ ਕੇ ਤੁਸੀਂ ਸ਼ਿਕਾਇਤ ਕਰੋਗੇ ਉਹ ਕੌਣ ਆ? ਹਾਈ ਕੋਰਟ ਕਿ ਸੁਪਰੀਮ ਕੋਰਟ? ਬੜੇ ਗੌਰ ਨਾਲ ਸੁਣਿਓ। ਉਹ ਅਥਾਰਟੀ ਕੋਲ ਜਾਓਗੇ ਜਿਹੜੀ ਅਥਾਰਟੀ ਤੈਅ ਕੀਤੀ ਹੋਈ ਆ ਸਟੇਟ ਲੈਜਿਸਲੇਚਰ ਨੇ ਕਾਨੂੰਨ ਬਣਾ ਕੇ। ਕੀ ਪਤਾ ਕਿਹਨੂੰ ਪਾਵਰਾਂ ਦਿੱਤੀਆਂ ਹੈ, ਇਹ ਨਾ ਕਹਿ ਦਿਓ ਹਾਈ ਕੋਰਟ, ਨਾ 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 ਨਾ, ਸੰਵਿਧਾਨ ਨੂੰ ਸਮਝੋ। ਕਹਿੰਦੇ ਉਸ ਅਥਾਰਟੀ ਕੋਲ ਜਾ ਕੇ ਤੁਸੀਂ ਸ਼ਿਕਾਇਤ ਦਰਜ ਕਰਾਓਗੇ ਜਿਹੜੀ ਅਥਾਰਟੀ ਕਿੰਨੇ ਤੈਅ ਕੀਤੀ ਹੋਈ ਆ? ਸਟੇਟ ਲੈਜਿਸਲੇਚਰ ਨੇ ਕਾਨੂੰਨ ਬਣਾ ਕੇ ਕਿਹਾ ਹੋਇਆ ਕਿ ਜੀ ਇਹਨਾਂ ਕੋਲ ਜਾਣਾ ਤੁਸੀਂ ਆਪਣੀ ਸ਼ਿਕਾਇਤ ਲੈ ਕੇ। ਗੌਰ ਕਰਿਓ, ਆ ਗੱਲ ਸਮਝ ਆ ਗਈ? ਸੋ ਮੈਂ ਤੁਹਾਨੂੰ ਕੀ ਗੱਲ ਦਾ ਡਿਸਕੁਆਲੀਫਾਈ। ਨੈਕਸਟ ਉਸ ਤੋਂ ਬਾਅਦ ਆ ਗਿਆ ਸਟੇਟ ਇਲੈਕਸ਼ਨ ਕਮਿਸ਼ਨ। ਕਹਿੰਦੇ ਕਿ ਇਲੈਕਸ਼ਨਸ ਕੌਣ ਕਰਾਊਗਾ? ਦੇਸ਼ ਦਾ ਇਲੈਕਸ਼ਨ ਕਮਿਸ਼ਨ? ਨਾ ਨਾ ਨਾ, ਦੇਸ਼ ਦੇ ਇਲੈਕਸ਼ਨ ਕਮਿਸ਼ਨ ਕੋਲ ਪਹਿਲਾਂ ਹੀ ਬਹੁਤ ਜ਼ਿੰਮੇਵਾਰੀਆਂ ਹੈ। ਦੇਸ਼ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਲੋਕ ਸਭਾ, ਰਾਜ ਸਭਾ, ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਇਲੈਕਸ਼ਨਾਂ ਦੇਸ਼ ਦਾ ਇਲੈਕਸ਼ਨ ਕਮਿਸ਼ਨ ਕਰਾਉਂਦਾ ਹੈ। 73ਵੀਂ ਤੇ 74ਵੀਂ ਅਮੈਂਡਮੈਂਟ 'ਚ ਜਦੋਂ ਪੰਚਾਇਤਾਂ ਤੇ ਮਿਊਨਿਸਪੈਲਿਟੀਆਂ ਬਣੀਆਂ ਤਾਂ ਇੱਕ ਨਵੇਂ ਇਲੈਕਸ਼ਨ ਕਮਿਸ਼ਨ ਦਾ ਨਿਰਮਾਣ ਕਰਾਇਆ ਗਿਆ, ਉਹਨੂੰ ਕਿਹਾ ਗਿਆ ਸਟੇਟ ਇਲੈਕਸ਼ਨ ਕਮਿਸ਼ਨ। ਉਹ ਇੱਕ ਸਟੇਟ ਦੇ ਲੈਵਲ ਤੇ ਇਹ ਸਟੇਟ ਇਲੈਕਸ਼ਨ ਕਮਿਸ਼ਨ ਕਨਸਟੀਟਿਊਸ਼ਨਲ ਬੋਡੀ ਹੈ ਕਿ ਨਹੀਂ? ਤੁਸੀਂ ਇਹ ਦੱਸੋ, ਮੈਂ ਪੜ੍ਹਾ ਕੀ ਰਿਹਾ? ਕਨਸਟੀਟਿਊਸ਼ਨ। ਓਏ ਜਿਹੜੀ ਚੀਜ਼ ਦਾ ਜ਼ਿਕਰ ਕਨਸਟੀਟਿਊਸ਼ਨ 'ਚ ਆ ਗਿਆ ਉਹ ਕਨਸਟੀਟਿਊਸ਼ਨਲ ਬੋਡੀ ਹੋਈ ਆ। ਸਟੇਟ ਇਲੈਕਸ਼ਨ ਕਮਿਸ਼ਨ ਓਰੀਜਨਲ ਕਨਸਟੀਟਿਊਸ਼ਨ 'ਚ ਨਹੀਂ ਸੀ ਹੈਗਾ। ਇਹ ਕਦੋਂ ਆਇਆ ਹੈ? 73ਵੀਂ ਤੇ 74ਵੀਂ ਅਮੈਂਡਮੈਂਟ ਨਾਲ ਬਣੀ ਇੱਕ ਸੰਵਿਧਾਨਕ ਸੰਸਥਾ ਹੈ। ਸਟੇਟ ਇਲੈਕਸ਼ਨ ਕਮਿਸ਼ਨ ਬਣਾਉਣ ਦੀ ਜਿਹੜੀ ਪਾਵਰ ਹੈ ਨਾ, ਹੁਣ ਇੱਕ ਗੱਲ ਬਹੁਤ ਇੰਪੋਰਟੈਂਟ ਆ, ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਪੰਜਾਬ ਦੀਆਂ, ਉਦੋਂ ਇਹ ਥੋੜਾ ਵਿਚਰ, ਇਹ ਤਾਂ ਆਰਾਮ ਨਾਲ ਬੈਠੇ ਦੇਖਦੇ ਆ ਤਮਾਸ਼ਾ। ਕਿਉਂ? ਇਹਨਾਂ ਦਾ ਕੰਮ ਸਿਰਫ ਪੰਚਾਇਤਾਂ ਤੇ ਮਿਊਨਿਸਪੈਲਿਟੀ ਦੀਆਂ ਚੋਣਾਂ ਹੈ। ਉਦੋਂ ਵੋਟਾਂ ਕਿੰਨੇ ਪਵਾਉਣੀਆਂ ਹੁੰਦੀਆਂ? ਆਪਣੇ ਦੇਸ਼ ਦੇ ਇਲੈਕਸ਼ਨ ਕਮਿਸ਼ਨ ਨੇ। ਉਹਨਾਂ ਦਾ ਜਿਹੜਾ ਪੰਜਾਬ 'ਚ ਅਫਸਰ ਬੈਠਾ ਨਾ, ਉਹਨੂੰ CEO ਕਹਿੰਦੇ, ਚੀਫ ਇਲੈਕਟੋਰਲ ਅਫਸਰ। ਮੇਰੀ ਗੱਲ ਸਮਝ ਗਏ? ਉਹ ਇਹ ਡੱਕਾ ਨਹੀਂ ਤੋੜਦੇ, ਉਹ ਸਭ ਕੁਝ ਕਰਦਾ ਹੈ। ਜਦੋਂ ਸਟੇਟ ਦੇ ਵਿੱਚ ਪੰਚਾਇਤਾਂ ਤੇ ਮਿਊਨਿਸਪੈਲਿਟੀ ਦੀਆਂ ਚੋਣਾਂ, ਉਦੋਂ CEO ਕੁਝ ਨਹੀਂ ਕਰਦਾ, ਉਦੋਂ ਸਟੇਟ ਇਲੈਕਸ਼ਨ ਕਮਿਸ਼ਨ ਐਕਟੀਵੇਟ ਹੋ ਜਾਂਦਾ ਹੈ। ਇੰਨੇ ਪੰਚਾਇਤਾਂ ਤੇ ਮਿਊਨਿਸਪੈਲਿਟੀ ਦੀਆਂ ਵੋਟਾਂ ਪਵਾਉਣੀਆਂ ਹੁੰਦੀਆਂ। ਇਹ ਵੱਖਰੀ ਸੰਵਿਧਾਨਕ ਸੰਸਥਾ ਹੈ ਜਿਹਨੂੰ ਹੁਣ ਸਟੇਟਸ ਮਿਲਿਆ ਹੈ। ਇਹੀ ਜਾ ਕੇ ਸਟੇਟ ਲੈਜਿਸਲੇਚਰ ਪ੍ਰੋਵੀਜ਼ਨਸ ਬਣਾ ਕੇ ਇਲੈਕਸ਼ਨ ਨਾਲ ਰਿਲੇਟਡ ਹੱਕ ਇਹਨਾਂ ਨੂੰ ਦਊਗੀ, ਸਟੇਟ ਦੀ ਵਿਧਾਨ ਸਭਾ ਜਿਹੜੀ ਆ, ਕਿ ਤੁਸੀਂ ਐਵੇਂ ਵੋਟਾਂ ਪਵਾਉਣੀਆਂ। ਤੇ ਸਟੇਟ ਲੈਜਿਸਲੇਚਰ ਦੀ ਇਹ ਜ਼ਿੰਮੇਵਾਰੀ ਆ ਕਿ ਤੁਸੀਂ ਇਲੈਕਸ਼ਨ ਰੂਲਸ ਬਣਾਓਗੇ। ਕੀ ਬਣਾਓਗੇ? ਇਲੈਕਸ਼ਨ ਰੂਲਸ। ਉਹਨਾਂ ਰੂਲਸ ਦੇ ਤਹਿਤ ਸਟੇਟ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਰਵਾਊਗਾ। ਇਲੈਕਸ਼ਨ ਰੂਲਸ 1994 ਚ ਬਣੇ ਸੀਗੇ ਮਿਊਨਿਸਪੈਲਿਟੀਆਂ ਦੇ। ਪੰਜਾਬ 'ਚ ਪੰਚਾਇਤਾਂ ਤੇ ਮਿਊਨਿਸਪੈਲਿਟੀਆਂ ਦੇ ਇਲੈਕਸ਼ਨ ਰੂਲਸ ਕਦੋਂ ਬਣੇ ਸੀ? 94 ਚ। ਕਿਉਂ ਬਣੇ ਸੀ 94 ਚ ਬਈ? 93 ਚ ਤਾਂ ਕਨਸਟੀਟਿਊਸ਼ਨ 'ਚ ਲਿਖਿਆ ਹੀ ਗਿਆ ਸੀਗਾ ਕਿ ਸਟੇਟਾਂ ਦੇ ਵਿੱਚ ਹੁਣ ਸੰਵਿਧਾਨਕ ਬੋਡੀਜ਼ ਹੋਣਗੀਆਂ, ਪੰਚਾਇਤਾਂ ਤੇ ਮਿਊਨਿਸਪੈਲਿਟੀਆਂ, ਤੇ ਬੇਨਤੀ ਕੀਤੀ ਜਾਂਦੀ ਆ ਸਾਰੀਆਂ ਸਟੇਟਾਂ ਨੂੰ ਕਿ ਆਪੋ ਆਪਣੇ ਸਟੇਟਾਂ 'ਚ ਜਾ ਕੇ ਰੂਲਸ ਬਣਾ ਲਓ ਇਲੈਕਸ਼ਨ ਦੇ। ਹੁਣ ਤੇ ਇੱਕ ਗੱਲ ਹੋਰ, ਅੱਜ ਤੱਕ ਤੁਹਾਡੀਆਂ ਜਿਹੜੀਆਂ ਸੰਵਿਧਾਨਕ ਉਹ ਸੀਗੀਆਂ ਪੰਚਾਇਤਾਂ ਤੇ ਮਿਊਨਿਸਪੈਲਿਟੀਆਂ, ਕਨਸਟੀਟਿਊਸ਼ਨਲ ਨਹੀਂ ਗੀਆਂ। ਮਾਫ ਕਰਨਾ, ਜੇ ਕਿਸੇ ਸਟੇਟ 'ਚ ਪਹਿਲਾਂ ਤੋਂ ਹੀ ਇਲੈਕਸ਼ਨਸ ਦਾ ਪ੍ਰੋਸੀਜਰ ਆਪਣੇ ਰੂਲ ਦੇ ਅਕੋਰਡਿੰਗ ਚੱਲ ਰਿਹਾ ਹੈ, 1 ਸਾਲ ਦਿੰਦੇ ਉਹਨੂੰ ਭੰਗ ਕਰ ਦਿਓ। ਨਵੇਂ ਸਿਰਿਓਂ ਕਨਸਟੀਟਿਊਸ਼ਨ ਦੇ ਬਣਾਏ ਹੋਏ ਰੂਲਸ ਦੇ ਅਕੋਰਡਿੰਗ, ਤੁਸੀਂ ਕਨਸਟੀਟਿਊਸ਼ਨ ਦੇ ਬਣਾਏ ਹੋਏ ਐਕਟ ਦੇ ਅਕੋਰਡਿੰਗ, ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਅਕੋਰਡਿੰਗ ਹੁਣ ਆਪਣੀਆਂ ਪੰਚਾਇਤਾਂ ਤੇ ਮਿਊਨਿਸਪੈਲਿਟੀਆਂ ਚੁਣੋ। ਇਹਦੇ ਲਈ 1 ਸਾਲ ਦਾ ਸਮਾਂ ਸਾਰੀਆਂ ਸਟੇਟਾਂ ਨੂੰ ਦਿੱਤਾ ਜਾ ਰਿਹਾ ਹੈ। ਧਮਕੀ ਹੋਈ ਸੀ ਬਸ ਇੱਕ ਹਿਸਾਬ ਦੀ। ਤਾਂ ਆਹ ਦੱਸੋ, ਗੱਲ ਸਮਝ ਆ ਗਈ? ਤੇ ਹੁਣ ਤੁਹਾਡੀਆਂ ਵੋਟਾਂ ਕੋਈ ਨਹੀਂ ਕਰਾ ਸਕਦਾ। ਤੁਸੀਂ ਪਹਿਲਾਂ ਇੱਕ ਬੋਡੀ ਦਾ ਗਠਨ ਕਰੋ ਆਪੋ ਆਪਣੀ ਸਟੇਟ 'ਚ। ਕੀ ਨਾਮ ਰੱਖੋ? ਸਟੇਟ ਇਲੈਕਸ਼ਨ ਕਮਿਸ਼ਨ, ਜਿਹਨੂੰ ਕਿ ਦੇਸ਼ ਸਟੇਟ ਦਾ ਗਵਰਨਰ ਅਪਾਇੰਟ ਕਰੂਗਾ। ਐਨੀ ਡਾਊਟ? ਤੇ ਹਾਂ,
ਇਹਨੂੰ ਉਵੇਂ ਹੀ ਹਟਾਇਆ ਜਾ ਸਕਦਾ ਜਿਵੇਂ ਦੇਸ਼ ਦੇ ਇਲੈਕਸ਼ਨ ਕਮਿਸ਼ਨ ਨੂੰ ਹਟਾਇਆ ਜਾ ਸਕਦਾ ਹੈ। ਕਿਹਨੂੰ ਹਟਾਇਆ ਜਾ ਸਕਦਾ ਹੈ? ਦੇਸ਼ ਦੇ ਇਲੈਕਸ਼ਨ ਕਮਿਸ਼ਨ ਨੂੰ। ਤੇ ਦੇਸ਼ ਦੇ ਇਲੈਕਸ਼ਨ ਕਮਿਸ਼ਨ ਨੂੰ ਕੌਣ ਹਟਾਉਂਦਾ ਹੈ? ਦੇਸ਼ ਦੇ ਇਲੈਕਸ਼ਨ ਕਮਿਸ਼ਨ ਨੂੰ ਹਟਾਉਂਦੀ ਆ ਪਾਰਲੀਮੈਂਟ। ਇੰਟਰਸਟਿੰਗ ਗੱਲ ਆ, ਸਟੇਟ ਇਲੈਕਸ਼ਨ ਕਮਿਸ਼ਨ ਸਟੇਟ ਦੀ ਬਾਡੀ ਆ, ਪਰ ਲਾਅ 'ਚ ਲਿਖਤਾ ਕਿ ਹਟਾਇਆ ਇਹਨੂੰ ਉਵੇਂ ਜਾਊਗਾ ਜਿਵੇਂ ਕਿਹਨੂੰ ਹਟਾਇਆ ਜਾਂਦਾ ਹੈ? ਦੇਸ਼ ਦੇ ਇਲੈਕਸ਼ਨ ਕਮਿਸ਼ਨ ਨੂੰ। ਨਹੀਂ ਸਮਝ ਆਈ ਚੀਜ਼? ਤਾਂ ਇਹਦਾ ਮਤਲਬ ਇਹਨੂੰ ਹਟਾਉਣ ਦਾ ਸਟੇਟ ਕੋਲ ਪਾਵਰ ਨਹੀਂ ਹੈਗੀ, ਸਿਰਫ ਸਟੇਟ ਦਾ ਗਵਰਨਰ ਇਹਨੂੰ ਲਾ ਸਕਦਾ ਹੈ। ਮਤਲਬ ਮੁੱਖ ਮੰਤਰੀ ਦੇ ਕਹਿਣ ਤੇ ਹਟਾਊਗੀ ਇਹਨੂੰ ਪਾਰਲੀਮੈਂਟ, ਪਰ ਕਦੀ ਹਟਾਉਣ ਦੀ ਲੋੜ ਹੀ ਨਹੀਂ ਪੈਂਦੀ। ਦੱਸੋ ਠੀਕ ਆ? ਸਟੇਟ ਵਾਲੇ ਲਾਉਂਦੀ ਬਹੁਤ ਸੋਚ ਕੇ ਆ ਕਿ ਬੰਦਾ ਹੀ ਆਪਣਾ ਹੋਵੇ। ਠੀਕ ਆ, ਆ ਜਾਓ ਅੱਗੇ। ਹੁਣ ਅੱਗੇ ਆ ਜਾਓ। ਹਾਂ, ਮੁਨਸੀਪੈਲਿਟੀਜ਼ ਦੀਆਂ ਅਗਲਾ ਆਰਟੀਕਲ ਪਾਵਰਸ ਐਂਡ ਫੰਕਸ਼ਨਸ, ਕਿ ਮੁਨਸੀਪੈਲਿਟੀ ਦੇ ਕੀ ਕੰਮ ਨੇ ਤੇ ਕੀ ਤਾਕਤਾਂ ਨੇ। ਕਹਿੰਦੇ ਹਰ ਮੁਨਸੀਪੈਲਿਟੀ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ, ਕਿਉਂ? ਕਿ ਉਹ ਆਰਥਿਕ ਤੇ ਸਮਾਜਿਕ ਵਿਕਾਸ ਕਰ ਸਕੇ। ਤੇ ਹਾਂ, ਕਹਿੰਦੇ ਕਿ ਜਿਹੜਾ ਆਰਟੀਕਲ ਆ ਨਾ, ਤੁਸੀਂ ਦੱਸ ਸਕਦੇ ਹੋ ਪਾਵਰ ਐਂਡ ਫੰਕਸ਼ਨਸ ਕਿਹੜੇ ਆਰਟੀਕਲ ਤੇ ਪਹੁੰਚਾਤਾ? ਮੈਂ ਤੁਹਾਨੂੰ ਪਹੁੰਚਾਤਾ 243 W ਤੇ। ਪਹੁੰਚ ਗਏ ਨਾ ਆਪਾਂ 243 W ਤੇ। ਕਿਵੇਂ ਪਹੁੰਚ ਗਏ ਭਲਾ? ਕਿਉਂਕਿ ਇਹੀ ਉਹ ਆਰਟੀਕਲ ਆ ਜਿਹਦਾ ਜ਼ਿਕਰ ਕਨਸਟੀਟਿਊਸ਼ਨ ਦੇ ਕਿੱਥੇ ਆ ਭਲਾ? 12ਵੇਂ ਸ਼ਡਿਊਲ 'ਚ ਆ। ਇਹ 'ਚ ਲਿਖਿਆ ਹੋਇਆ ਹੈ ਕਿ ਸਾਰੇ ਕੰਮ, ਜਿਵੇਂ ਵੀ ਜੋ ਵੀ ਜਸਟਿਸ, ਜੋ ਵੀ ਕੰਮ ਨੇ, 18 ਮੈਟਰਸ ਨੇ ਜਿਹੜੇ ਇਹਦੇ 'ਚ ਦਰਜ ਨੇ, ਤੇ ਇਹਨਾਂ ਨੂੰ ਜ਼ਿੰਮੇਵਾਰੀਆਂ ਦੇ ਤੌਰ ਤੇ ਮੁਨਸੀਪੈਲਿਟੀਆਂ ਕਰਨਗੀਆਂ ਹੀ ਕਰਨਗੀਆਂ। ਪੱਲੇ ਪੈ ਗਈ ਗੱਲ? ਸੋ ਆਹ ਕਹਾਣੀ ਸਮਝ ਆਓ। ਹੁਣ ਸਿਨੈਰੀਓ ਸਮਝ ਆਉਣਾ ਚਾਹੀਦਾ ਤੁਹਾਨੂੰ ਕਿ 12ਵਾਂ ਸ਼ਡਿਊਲ ਕੀ ਆ। ਸੰਵਿਧਾਨ ਦਾ 12ਵਾਂ ਸ਼ਡਿਊਲ ਕੱਲਾ ਮੁਨਸੀਪੈਲਿਟੀ ਨਹੀਂ, ਮੁਨਸੀਪੈਲਿਟੀ ਦਾ ਇੱਕੋ ਹੀ ਕੰਮ ਆ, ਪਾਵਰਸ ਐਂਡ ਫੰਕਸ਼ਨਸ ਆਫ ਮੁਨਸੀਪੈਲਿਟੀਜ਼। ਕਿੰਨੇ ਨੇ ਭਲਾ ਉਹ ਕੰਮ? 18 ਕੰਮ, 243 W। ਸੋ ਇਹ ਹੋ ਗਿਆ। ਉਸ ਤੋਂ ਬਾਅਦ ਫਾਈਨਾਂਸ, 243 W ਤੋਂ ਬਾਅਦ ਸ਼ਾਇਦ Y ਹੈ, ਚੈੱਕ ਕਰ ਲਿਓ ਜਿਹੜਾ ਵੀ ਆਰਟੀਕਲ ਆ। ਮੈਂ ਲਿਖੂੰਗਾ ਨਾ ਅੱਗੇ, ਤਾਂ ਤੁਹਾਨੂੰ ਨਾ ਆਰਟੀਕਲ ਵਾਈਜ਼ ਰਟੇ ਹੋਣੇ ਚਾਹੀਦੇ ਆ, ਪੂਰੇ ਤੋਤੇ ਵਾਂਗ ਰਟੇ ਹੋਣੇ ਚਾਹੀਦੇ ਆ। ਮੁਨਸੀਪੈਲਿਟੀ ਤੇ ਪੰਚਾਇਤਾਂ ਦੇ ਤਾਂ ਜਿਹੜੇ ਆਰਟੀਕਲ ਆ ਨਾ, ਕਈ ਵਿਚਾਰੇ ਬੱਚੇ ਪੁਲਿਸ ਦੇ ਪੇਪਰ ਦੇ ਰਹੇ ਆ, ਉਹ ਵੀ ਬਹੁਤ ਸ਼ਿਕਾਇਤ ਕਰਦੇ ਆ ਕਿ ਸਰ ਸਾਨੂੰ ਨਾ ਸਮਝ ਨਹੀਂ ਆ ਰਿਹਾ ਮੁਨਸੀਪੈਲਿਟੀ, ਸਮਝ ਕਿਵੇਂ ਆਊਗਾ? ਕਿਸੇ ਨੇ ਕਨਸੈਪਚੁਅਲੀ ਕਲੀਅਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਠੀਕ ਆ, ਸੋ ਆਹ ਚੀਜ਼ ਰੱਟਾ ਮਾਰ ਦਿਓ ਪੂਰਾ। ਹੁਣ ਤੁਸੀਂ ਆ ਜਾਓ ਅੱਗੇ। 200 ਫਾਈਨਾਂਸ, ਸੂਬਿਆਂ ਦੀ ਵਿਧਾਨ ਸਭਾ ਨੂੰ ਸੂਬਿਆਂ ਦੀ ਵਿਧਾਨ ਸਭਾ ਕਿਸੇ ਮੁਨਸੀਪੈਲਿਟੀ ਨੂੰ ਪਾਵਰ ਵੀ ਦੇ ਸਕਦੀ ਆ ਕਿ ਜੇ ਮੰਨ ਲਓ ਪਟਿਆਲਾ ਕਾਰਪੋਰੇਸ਼ਨ ਜਾ ਕੇ ਵਿਧਾਨ ਸਭਾ ਨੂੰ ਕਵੇ ਕਿ ਸਰ ਅਸੀਂ ਬੜਾ ਪੈਸਾ ਦੇਵਾਂਗੇ ਪੰਜਾਬ ਨੂੰ ਕਮਾ ਕੇ, ਸਾਨੂੰ ਨਾ ਚੁੰਗੀ ਲਾਉਣ ਦੀ ਪਾਵਰ ਦੇ ਦਿਓ ਸ਼ਹਿਰ ਦੇ ਬਾਹਰਲੇ ਪਾਸੇ, ਤਾਂ ਸਟੇਟ ਵਿਧਾਨ ਸਭਾ ਕਿਸੇ ਵੀ ਇੱਕ ਮੁਨਸੀਪੈਲਿਟੀ ਨੂੰ ਜਾਂ ਸਾਰੀਆਂ ਮੁਨਸੀਪੈਲਿਟੀਆਂ ਨੂੰ ਇੱਕ ਪਾਵਰ ਦੇ ਸਕਦੀ ਹੈ ਕਿ ਤੁਸੀਂ ਟੈਕਸ ਇਕੱਠਾ ਕਰ ਸਕਦੇ ਹੋ ਬਾਰਡਰਾਂ ਤੇ, ਆਪਣੇ ਸ਼ਹਿਰ ਦੇ ਬਾਰਡਰਾਂ ਤੇ, ਜਾਂ ਕੋਈ ਤੁਸੀਂ ਇੰਟਰਟੇਨਮੈਂਟ ਫੀਸ ਲੈ ਸਕਦੇ ਹੋ ਆਪਣੇ ਸ਼ਹਿਰ ਦੇ ਵਿੱਚ ਪਾਏ ਜਾਣ ਵਾਲੇ ਥੀਏਟਰਾਂ ਤੋਂ। ਠੀਕ ਆ, ਜਾਂ ਹੋਰ ਤਰੀਕੇ ਦੀ। ਤੇ ਇਹ ਸਾਰਾ ਪੈਸਾ ਜਿਹੜਾ ਹੈ ਇਹ ਸਾਰਾ ਕੰਸੋਲੀਡੇਟਡ ਫੰਡ ਆਫ ਸਟੇਟ 'ਚ ਜਾਊਗਾ, ਤੁਹਾਨੂੰ ਗਰਾਂਟਾਂ ਵੀ ਉੱਥੋਂ ਮਿਲਣਗੀਆਂ। ਤੇ ਇਹ ਸਾਰੇ ਫਾਈਨਾਂਸਿਸ ਜਿਹੜੇ ਆ ਇੱਕ ਮੁਨਸੀਪੈਲਿਟੀ ਨੂੰ ਕੀ ਦੇਣਾ ਹੈ ਤੇ ਉਹਦੇ ਤੋਂ ਕੀ ਲੈਣਾ ਹੈ, ਦਿਸ ਇਜ਼ ਕਾਲਡ ਫਾਈਨਾਂਸ। ਇਹ ਕਿੰਨਾ ਦੇਣਾ ਤੇ ਕਿੰਨਾ ਨਹੀਂ ਦੇਣਾ ਇਹ ਸਭ ਤੈਅ ਕਰੂਗੀ ਸੂਬਿਆਂ ਦੀ ਵਿਧਾਨ ਸਭਾ। ਕਨਸਟੀਟਿਊਸ਼ਨ ਪਹਿਲਾਂ ਹੀ ਕਹਿ ਕੇ ਗਿਆ ਕਿ ਸੂਬਿਆਂ ਦੀ ਵਿਧਾਨ ਸਭਾ ਤੈਅ ਕਰ ਲੂਗੀ, ਮਤਲਬ ਮੁੱਕ ਦੀ ਗੱਲ ਆ ਜੋ ਉਸ ਸਟੇਟ ਦੀ ਸਰਕਾਰ ਆ। ਉਸ ਤੋਂ ਬਾਅਦ ਆ ਗਿਆ ਆਡਿਟ। ਇਹ ਸਟੇਟ ਲੈਜਿਸਲੇਚਰ ਕਿਸੇ ਵੀ ਅਥਾਰਟੀ ਨੂੰ, ਜਿਵੇਂ ਸਪੋਜ਼ ਕਰੋ ਪੰਜਾਬ 'ਚ ਕੋਆਪਰੇਟਿਵ ਸੁਸਾਇਟੀਆਂ ਦੇ ਇੰਸਪੈਕਟਰ ਆ ਤੇ ਸਟੇਟ ਗਵਰਨਮੈਂਟ ਨੂੰ ਪਤਾ ਲੱਗ ਗਿਆ ਵਿਹਲੇ ਤੁਰੇ ਫਿਰਦੇ ਆ, ਕੀ ਪਤਾ ਮਹੀਨੇ ਵਾਸਤੇ ਨੋਟੀਫਿਕੇਸ਼ਨ ਕੱਢ ਦੇਣ ਕਿ ਪੰਜਾਬ ਦੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਇੰਸਪੈਕਟਰ ਜਾਓ ਜਾ ਕੇ ਮੁਨਸੀਪੈਲਿਟੀਆਂ ਦਾ ਆਡਿਟ ਕਰਕੇ ਆਓ, ਭੇਜ ਸਕਦੇ ਆ। ਜਾਂ ਫਾਈਨਾਂਸ ਮਹਿਕਮੇ ਦੇ ਕਈ ਆਡਿਟ ਅਫਸਰ ਹੁੰਦੇ ਆ, ਉਹਨਾਂ ਨੂੰ ਭੇਜਦਾ ਕਿ ਜਾਓ ਇੱਕ ਮੁਨਸੀਪੈਲਿਟੀ 'ਚ ਜਾ ਕੇ ਆਡਿਟ ਕਰਕੇ ਆਓ। ਤਾਂ ਸਟੇਟ ਲੈਜਿਸਲੇਚਰ ਕਿਸੇ ਵੀ ਸਟੇਟ ਗਵਰਨਮੈਂਟ ਦੇ ਮੁਲਾਜ਼ਮ ਦੀ ਡਿਊਟੀ ਲਾ ਸਕਦੀ ਹੈ ਇਹਨਾਂ ਦਾ ਆਡਿਟ ਕਰਨ ਦੀ। ਇਹ ਵੀ ਕਨਸਟੀਟਿਊਸ਼ਨ 'ਚ। ਐਪਲੀਕੇਸ਼ਨ ਟੂ ਯੂਨੀਅਨ ਟੈਰੀਟਰੀਜ਼, ਸਭ ਤੋਂ ਵੱਡਾ ਰੌਲਾ ਸਾਡੇ ਦੇਸ਼ 'ਚ ਉਹ ਮੁਨਸੀਪੈਲਿਟੀਜ਼ ਜਿਹੜੀਆਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਆ ਜਾਂਦੀਆਂ ਉਹਨਾਂ ਦਾ ਕੀ ਬਣੂਗਾ। ਕਹਿੰਦਾ ਦੇਸ਼ ਦੇ ਰਾਸ਼ਟਰਪਤੀ ਨੂੰ ਹੱਕ ਆ ਉਹਨਾਂ ਸ਼ਹਿਰਾਂ 'ਚ, ਉਹਨਾਂ ਮੁਨਸੀਪੈਲਿਟੀਆਂ 'ਚ ਕਾਨੂੰਨ ਬਣਾਉਣ ਦਾ ਜਿਹੜੀਆਂ ਕਿਸੇ ਸਟੇਟ ਦੇ ਡੋਮੇਨ 'ਚ ਨਹੀਂ ਆਉਂਦੀਆਂ, ਜਿਹੜੀਆਂ ਯੂਨੀਅਨ ਟੈਰੀਟਰੀਜ਼ ਨੇ, ਜਿਹੜੀਆਂ ਕੇਂਦਰ ਦੁਆਰਾ ਸ਼ਾਸਿਤ ਪ੍ਰਦੇਸ਼ ਨੇ ਨਾ, ਉੱਥੇ ਲਾਅ ਮੇਕਿੰਗ ਕਿਹਦੇ ਕੋਲ ਜਾਊਗੀ ਭਲਾ? ਦੇਸ਼ ਦੇ ਰਾਸ਼ਟਰਪਤੀ ਕੋਲ, ਇਨਡਾਇਰੈਕਟਲੀ ਦੇਸ਼ ਦੀ ਕੇਂਦਰ ਸਰਕਾਰ ਕੋਲ, ਨਾ ਕਿ ਕਿਸੇ ਸਟੇਟ ਕੋਲ। ਐਨੀ ਡਾਊਟ? ਉਸ ਤੋਂ ਬਾਅਦ ਐਗਜ਼ੈਂਪਟਡ ਏਰੀਆਜ਼, ਕਹਿੰਦੇ ਭਾਰਤ ਦੇ ਵਿੱਚ ਉਹ ਏਰੀਆਜ਼ ਜਿਹੜੇ ਸ਼ਡਿਊਲਡ ਤੇ ਟਰਾਈਬਲ ਏਰੀਆ ਹੈ ਉੱਥੇ ਇਹ ਮੁਨਸੀਪੈਲਿਟੀ ਦਾ ਐਕਟ ਲਾਗੂ ਨਹੀਂ ਹੋਊਗਾ। ਜੇ ਹੋਇਆ ਤਾਂ ਉੱਥੇ ਕੁਝ ਸ਼ਰਤਾਂ ਦੇ ਨਾਲ ਹੋਊਗਾ, ਉੱਥੇ ਐਕਸੈਪਸ਼ਨਸ ਦਿੱਤੇ ਜਾਣਗੇ। ਉੱਥੇ ਪੰਚਾਇਤੀ ਰਾਜ ਤੇ ਮੁਨਸੀਪੈਲਿਟੀ ਐਕਟ ਜਿਹੜਾ ਹੈ ਉਹ ਐਕਸੈਪਸ਼ਨਸ ਦੇ ਨਾਲ ਲਾਗੂ ਹੋਊਗਾ, ਡਾਇਰੈਕਟ ਲਾਗੂ ਨਹੀਂ ਹੋਊਗਾ। ਡਾਰਜਲਿੰਗ, ਗੋਰਖਾ ਹਿਲਸ ਵਗੈਰਾ ਇਹ ਆਪਣੇ ਹਿਸਾਬ ਨਾਲ ਚੱਲਣਗੇ। ਐਨੀ ਡਾਊਟ? ਅੱਗੇ ਆ ਗਿਆ
डिस्ट्रिक्ट प्लैनिंग कमेटी, शायद मैं सही होवां तो मैं पहुंच गया ZA या ZB ते पेपर च आउंदा हुंदा कि डिस्ट्रिक्ट प्लैनिंग कमेटी कॉन्स्टिट्यूशन दे विच लिखिया होया एक शब्द आ, दसो ये कॉन्स्टिट्यूशन च कित्थे लिखिया है, स्टेट्स वाले को पार्ट दे विच, मुनसिपैलिटीज़ के पंचायतां च के कित्थे, तां तुहानूं पता ही नहीं लगदा। डिस्ट्रिक्ट प्लैनिंग कमेटी ते मैट्रोपोलिटन प्लैनिंग कमेटी ये दो शब्द ने, एक दा आर्टिकल ZA है ते एक दा ZB है। मैं सही होवां तां की पता ZB ते ZC होवे, गड़बड़ भी हो सकती है क्योंकि लिखिया नहीं ना सामने आर्टिकल, तो लिखने भुल भी गया मैं। तां ये मुनसिपैलिटी वाले आर्टिकल टॉपिक च तां वट इज़ डिस्ट्रिक्ट प्लैनिंग कमेटी, हर एक डिस्ट्रिक्ट ऑलदो ਉਹਦੇ ਚ ਪੰਚਾਇਤਾਂ ਨੇ, ऑलदो ਉਹਦੇ ਚ ਮੁਨਸਿਪੈਲਿਟੀਜ਼ ਵੀ ਨੇ। ਯਾਰ ਇੱਕ ਪਟਿਆਲਾ ਜ਼ਿਲ੍ਹਾ ਹੈ, ਇਹ ਚ ਕੀ ਕਾਰਪੋਰੇਸ਼ਨ ਹੈਗੀ ਹੈ ਕੋਈ, ਪਟਿਆਲਾ ਕਾਰਪੋਰੇਸ਼ਨ, ਕੀ ਇਹਦੇ ਚ ਕੋਈ ਮੁਨਸੀਪਲ ਕੌਂਸਲ ਹੈਗੀ ਆ, ਸਮਾਣਾ ਪਾਤਣਾ, ਕੀ ਇਹਦੇ ਚ ਕੋਈ ਨਗਰ ਪੰਚਾਇਤ ਹੈਗੀ ਆ, ਖਨੌਰੀ, ਕੀ ਇਹਦੇ ਚ ਕੋਈ ਪੰਚਾਇਤ ਹੈਗੀ ਆ। ਪਟਿਆਲੇ ਤੋਂ ਲੈ ਕੇ ਸਾਡੇ ਪਿੰਡ ਤੱਕ ਜਿੰਨੇ ਪਿੰਡ ਆ ਸਭ ਦੀਆਂ ਪੰਚਾਇਤਾਂ ਵੀ ਆ। ਤਾਂ ਇੱਕ ਡਿਸਟ੍ਰਿਕਟ ਦੇ ਵਿੱਚ ਕੀ ਹੋ ਸਕਦਾ, ਕੈਨ ਯੂ ਇਮੈਜਿਨ, ਕਾਰਪੋਰੇਸ਼ਨ ਹੋ ਸਕਦੀ, ਕੌਂਸਲ ਹੋ ਸਕਦੀ, ਨਗਰ ਪੰਚਾਇਤ ਤੇ ਪਿੰਡਾਂ ਦੀਆਂ ਪੰਚਾਇਤਾਂ, आई मीन टू से कौंसल, कॉरपोरेशन, नगर पंचायत एज वैल एज पंचायती राज भी है। तो जे डिस्ट्रिक्ट की प्लैनिंग कमेटी बननी है तो कल्लियां मुनसिपैलिटियां ही सार लीए कि कॉरपोरेशन उन्होंने भी पंचायतों भी बुला लीए, सारिਆਂ ਨੂੰ बुलाओ। तो डिस्ट्रिक्ट प्लैनिंग कमेटी च पंचायतां भी होंदियां, कॉरपोरेशनां भी होंदियां, पर डिस्ट्रिक्ट प्लैनिंग कमेटी शब्द का जिक्र मुनसिपैलिटी वाले चैप्टर च ना कि किहदे च, पंचायती राज वाले च। फिर कहोगे दसिया नहीं, ਇਹ ਮੋਟਿਵ ਸੀਗਾ ਇਸ ਚੈਪਟਰ ਨੂੰ ਇੰਨਾ ਜ਼ੋਰ ਦੇ ਕੇ ਪੜਾਉਣ ਦਾ ਕਿਉਂਕਿ ਸੀਰੀਅਸ ਹੀ ਨਹੀਂ ਲੈਂਦੇ ਤੇ ਪੇਪਰ 'ਚ ਠਾਠਾ ਸਵਾਲ ਆਏ ਹੋਏ ਆ ਬਾਲੇ। ਇੱਕ ਮੈਂ PCS ਦਾ ਪੇਪਰ ਦੇਖ ਰਿਹਾ ਸੀਗਾ, ਉਹਦਾ ਰਜਿਸਟਰ ਦਾ ਪੇਪਰ, ਜਿਹੜਾ ਆਪਣਾ ਨੋਮੀਨੇਸ਼ਨ ਦਾ ਪੇਪਰ ਆਉਂਦਾ PCS ਦਾ 2018 ਦਾ ਕਿ 19 ਦਾ, ਉਹ ਮੁਨਸਿਪੈਲਿਟੀ ਦੇ ਸਵਾਲ ਪਾਏ ਅਗਲਿਆਂ ਨੇ, ਰੀਜਨਲ ਪਾਏ ਆ। तो फिर रीजनल ही करना पैना, PCS आ कभी भी किसी भी पासे हो सकता है। तो हर स्टेट के डिस्ट्रिक्ट लैवल ते एक डिस्ट्रिक्ट प्लैनिंग कमेटी होगी जी पूरी डिस्ट्रिक्ट के अंदर आने वाली पंचायतां ते मुनसिपैलिटियां के विकास की गल करूगी, जिहदे च की स्टेट लैजिसलेचर उन्होंने लैके लॉ बनाऊगी, ये कंपोजिशन नूं लैके ये किन्ने मैंबर होणगे सब कुछ ठीक है। पर इंपॉर्टेंट गल 80% ये मैंबर जिहड़े आ ना वो इलैक्ट किए जाणगे ठीक है। कित्थों 80% जिहड़े आ चुने जाणगे पिंडां दीयां पंचायतां ते मुनसिपैलिटियां चों ठीक है ना। तो जिहड़े 20% ने वो नॉमीनेट किए जाणगे, 20% स्टेट की लैजिसलेचर जिहड़ी आ वो नॉमीनेट करूगी। तो चेयरपर्सन जिहड़ा होगा इस कमेटी का वो स्टेट गौरमेंट नूं अपनियां सारियां प्लैनिंग्स दसूगा। 80% पंचायतां ते मुनसिपैलिटियां च चुने जाणगे। गौर करियो किवें भला, पंचायतां च 3 टायर सिस्टम अगे, जिला परिषद, ब्लॉक समिति ते पिंड दीयां पंचायतां, कितों भी चुन लो, भावें ब्लॉक लैवल चों कढ लियाओ, भावें जिला परिषद चों कढ लियाओ। 80% पंचायतां जमा मुनसिपैलिटियां चों, की पता 3-4 कौंसलरां नूं मौका मिल जे डिस्ट्रिक्ट प्लैनिंग कमेटी च जाण दा, ते बाकी नॉमीनेट करूगी स्टेट लैजिसलेचर मिल के। 100% लोग जिन्ने भी ने वो उस डिस्ट्रिक्ट प्लैन, किन्नी कंपोजिशन आ दस्या, कहते स्टेट लैजिसलेचर डिसाइड करूगी, जो भी आ वो फिर उस डिस्ट्रिक्ट के प्लैनिंग कमेटी का काम करूगी। सेम ਜਿਹੜੇ ਵੱਡੇ ਸ਼ਹਿਰ ਨੇ ਜਿਨ੍ਹਾਂ ਦੀ ਆਬਾਦੀ 10 ਲੱਖ ਤੋਂ ਵੱਧ ਆ, ਪਟਿਆਲਾ ਆਪਣਾ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ, ਉੱਥੇ ਡਿਸਟ੍ਰਿਕਟ ਪਲੈਨਿੰਗ ਕਮੇਟੀਆਂ ਦੇ ਨਾਲ ਇੱਕ ਮੈਟਰੋਪੋਲੀਟਨ ਕਮੇਟੀ ਵੀ ਬਣੂਗੀ। ਕਿਉਂ, ਉਹ ਸ਼ਹਿਰ ਹੀ ਬੜੇ ਵੱਡੇ, ਉਹ ਮੈਟਰੋਪੋਲੀਟਨ ਆਪਣੇ ਮੈਟਰੋਪੋਲੀਟਨ ਦਾ ਵਿਕਾਸ ਕਰ ਲਿਓ ਨਹੀਂ ਬਹੁਤ। ਉਹਦੇ 'ਚ ਉਹਦੀ ਕੰਪੋਜੀਸ਼ਨ ਵਗੈਰਾ ਵੀ ਸਾਰੀ ਸਟੇਟ ਗਵਰਨਮੈਂਟ ਡਿਸਾਈਡ ਕਰੂਗੀ। ਮੈਟਰੋਪੋਲੀਟਨ ਪਲੈਨਿੰਗ ਕਮੇਟੀ ਦਾ ਜ਼ਿਕਰ ਵੀ ਕਨਸਟੀਟਿਊਸ਼ਨ 'ਚ ਹੈ ਨਾ, ਇੰਟਰਸਟਿੰਗ ਗੱਲ। ਤੇ ਇਹਦੇ 'ਚ 66% ਬੰਦੇ ਜਿਹੜੇ ਆ, ਕਿੰਨੇ ਪਰਸੈਂਟ ਲਿਖਿਆ ਇੱਥੇ ਕਿਤੇ, 2/3 ਬੰਦੇ ਜਿਹੜੇ ਆ ਉਹ ਮੁਨਸਿਪੈਲਿਟੀਆਂ 'ਚ ਚੁਣੇ ਜਾਣਗੇ ਠੀਕ ਆ, ਮੁਨਸਿਪੈਲਿਟੀਆਂ 'ਚੋਂ ਤੇ ਸਰਪੰਚਾਂ 'ਚੋਂ। ਯਾਰ ਮੈਟਰੋਪੋਲੀਟਨ ਪਲੈਨਿੰਗ ਕਮੇਟੀ ਤਾਂ ਹੈਗੀ ਆ ਲੁਧਿਆਣੇ ਦੀ, ਉਹਦੇ 'ਚ ਪੰਚਾਇਤਾਂ ਕਿੱਥੋਂ ਆ ਗਈਆਂ, ਲੁਧਿਆਣੇ ਦੇ ਵਿੱਚ ਜਿੰਨੇ ਪੰਚਾਇਤ ਲੁਧਿਆਣੇ 'ਚ ਜਿੰਨੇ ਨੇੜੇ ਪਿੰਡ ਨੇ ਉਹਨਾਂ ਸਾਰਿਆਂ ਦੇ ਪੰਚਾਇਤਾਂ ਦੇ ਜਿਹੜੇ ਚੇਅਰਪਰਸਨ ਨੇ ਉਹਨਾਂ ਦੇ ਵਿੱਚੋਂ ਤੇ ਮੁਨਸਿਪੈਲਿਟੀ ਵਾਲਿਆਂ 'ਚੋਂ ਬੰਦੇ ਚੁਣੇ ਜਾਣਗੇ ਠੀਕ ਆ। ਉਹ 2/3 ਚੁਣੇ ਜਾਣਗੇ, ਉਹ 'ਚ ਕਿੰਨੇ ਪਰਸੈਂਟ ਚੁਣੇ ਗਏ ਸੀ, 4/5 80%। ਇਹਦੇ 'ਚ ਕਿੰਨੇ ਚੁਣੇ ਜਾਣਗੇ, 2/3 ਤੇ 1/3 ਸਰਕਾਰ ਨੋਮੀਨੇਟ ਕਰੂਗੀ। ਤੇ ਇੱਥੋਂ ਦਾ ਜਿਹੜਾ ਚੇਅਰਮੈਨ ਹੋਊਗਾ ਉਹ ਆਪਣੀ ਸਾਰੀ ਡਿਵੈਲਪਮੈਂਟ ਪਲਾਨ ਸਟੇਟ ਲੈਜਿਸਲੇਚਰ ਅੱਗੇ ਸਟੇਟ ਗੌਰਮੈਂਟ ਅੱਗੇ ਰੱਖੂਗਾ, ਪੰਜਾਬ ਸਰਕਾਰ ਅੱਗੇ ਰੱਖੂਗਾ। ਇਸ ਤਰੀਕੇ ਨਾਲ ਮੈਟਰੋਪੋਲੀਟਨਸ ਦੀ ਡਿਵੈਲਪਮੈਂਟ ਅੱਡ ਤਰੀਕੇ ਨਾਲ ਹੋ ਰਹੀ ਆ, ਡਿਸਟ੍ਰਿਕਟ ਦੀ ਡਿਵੈਲਪਮੈਂਟ ਅੱਡ ਤਰੀਕੇ ਨਾਲ ਹੋ ਰਹੀ ਆ। ਕਲੌਜ਼ ਸਮਝ ਆ ਰਹੇ ਆ, ਇਹ ਕਨਸਟੀਟਿਊਸ਼ਨ ਆ ਜੋ ਮੈਂ ਪੜ੍ਹਾ ਰਿਹਾ, ਬਸ ਫਰਕ ਇੰਨਾ ਕਿ ਉਹਨੂੰ ਸਿੱਧਾ ਕਰਕੇ ਲਿਖ ਲਿਆ ਤਾਂ जो समझ आ सके। उस तो बाद कॉन्टीन्यूएंस ऑफ एग्जिस्टिंग लॉज एंड मुनसिपैलिटीज़,
ਜਿਸ ਦਿਨ ਇਹ ਲਾਅ ਲਾਗੂ ਹੋਇਆ ਕਿ ਉਸ ਤੋਂ ਪਹਿਲਾਂ ਭਾਰਤ ਦੀਆਂ ਸਟੇਟਾਂ ਦੇ ਵਿੱਚ ਮਿਊਨਿਸਪੈਲਿਟੀਆਂ ਤੇ ਪੰਚਾਇਤਾਂ ਸੀਗੀਆਂ ਨਹੀਂ, ਸਟੇਟਾਂ ਦੇ ਆਪਣੇ ਬਣਾਏ ਹੋਏ ਲਾਅ ਦੇ ਅਕੋਰਡਿੰਗ, ਆਪਣੇ ਬਣਾਏ ਹੋਏ ਐਕਟਸ ਦੇ ਅਕੋਰਡਿੰਗ ਚੱਲ ਰਹੀਆਂ ਸੀ। ਜਿਸ ਦਿਨ ਇਹ ਐਕਟ ਲਾਗੂ ਹੋਏ, ਕਨਸਟੀਟਿਊਸ਼ਨਲ ਅਮੈਂਡਮੈਂਟ ਹੋਈ, ਉਦੋਂ ਹੀ ਕੀ ਕਹਿਤਾ ਕਿ 1 ਸਾਲ ਦਿੱਤਾ, ਪੁਰਾਣੇ ਲਾਅ ਖਤਮ, ਪੁਰਾਣੀਆਂ ਮਿਊਨਿਸਪੈਲਿਟੀਜ਼ ਖਤਮ, ਤੁਹਾਡਾ ਸਭ ਕੁਝ 1 ਸਾਲ ਚੱਲੂਗਾ, ਤੁਹਾਡੇ ਜਿਹੜੇ ਐਗਜ਼ਿਸਟਿੰਗ ਲਾਅ ਨੇ ਉਹ 1 ਸਾਲ ਕੰਟੀਨਿਊ ਰਹਿਣਗੇ, ਤੁਹਾਡੀਆਂ ਮਿਊਨਿਸਪੈਲਿਟੀਆਂ ਜਿਹੜੀਆਂ ਪੁਰਾਣੇ ਤੁਹਾਡੇ ਆਪਣੇ ਹਿਸਾਬ ਨਾਲ ਚੱਲ ਰਹੀਆਂ 1 ਸਾਲ ਕੰਟੀਨਿਊ ਰਹਿਣਗੀਆਂ, 1 ਸਾਲ ਦੇ ਅੰਦਰ ਅੰਦਰ ਖਤਮ ਕਰੋ, ਨਵੇਂ ਸਿਰੇ ਤੋਂ ਸਾਰਾ ਕੁਝ ਨਵੇਂ ਐਕਟ ਦੇ ਅਕੋਰਡਿੰਗ ਇਲੈਕਸ਼ਨ ਕਮਿਸ਼ਨ ਬਣਾਓ, ਆਪੋ ਆਪਣੀ ਸਟੇਟ ਦੇ ਵਿੱਚ ਸਟੇਟ ਫਾਈਨਾਂਸ ਕਮਿਸ਼ਨ ਬਣਾਓ, ਜਿਹੜਾ ਕਿ ਤੁਹਾਨੂੰ ਇਹ ਦੱਸ ਸਕੇ, ਸਟੇਟ ਫਾਈਨਾਂਸ ਕਮਿਸ਼ਨ ਵੀ ਬਣਾਓ ਕਹਿੰਦੇ, ਜਿਹਨੂੰ ਗਵਰਨਰ ਅਪਾਇੰਟ ਕਰੂਗਾ ਤੁਹਾਡਾ, ਜਿਹੜਾ ਜਿਵੇਂ ਦੇਸ਼ ਦਾ ਫਾਈਨਾਂਸ ਕਮਿਸ਼ਨ ਕੀ ਕਰਦਾ ਭਲਾ ਕਿ ਦੇਸ਼ ਦੀ ਸਰਕਾਰ ਸਟੇਟਾਂ ਨੂੰ ਕਮਾਈ ਦਾ ਕਿੰਨਾ ਹਿੱਸਾ ਵੰਡੇ, ਉਵੇਂ ਸਟੇਟ ਫਾਈਨਾਂਸ ਕਮਿਸ਼ਨ ਹੋਵੇ ਇਸ ਐਕਟ ਦੇ ਅਕੋਰਡਿੰਗ, 73ਵੇਂ ਤੇ 74ਵੇਂ ਐਕਟ ਦੇ ਅਕੋਰਡਿੰਗ, ਕਿ ਸਟੇਟਾਂ ਆਪਣੀ ਕਮਾਈ ਦਾ ਕਿੰਨਾ ਹਿੱਸਾ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਰੂਪ 'ਚ ਦੇਣ। ਸਾਨੂੰ ਜਿਹੜੀਆਂ ਗ੍ਰਾਂਟਾਂ ਮਿਲਦੀਆਂ ਨੇ ਨਾ, ਉਹ ਸਟੇਟ ਫਾਈਨਾਂਸ ਕਮਿਸ਼ਨ ਰਿਕਮੈਂਡ ਕਰਦਾ ਹੈ ਕਿ ਫਲਾਣੇ ਪਿੰਡ ਨੂੰ ਇੰਨੀ ਪੰਚਾਇਤ ਗ੍ਰਾਂਟ, ਉਹ ਤਾਂ ਪੁਰਾਣੀਆਂ ਸਰਕਾਰਾਂ ਵੇਲੇ ਤਾਂ ਪਤਾ ਹੀ ਨਹੀਂ ਸੀ ਹੁੰਦਾ, ਜਦੋਂ ਕੋਈ ਗਏ ਬਾਦਲ ਸਾਹਿਬ ਜੀ ਇੰਨੀ ਗ੍ਰਾਂਟ ਚਾਹੀਦੀ, ਚੱਕ ਦੇ ਦਿਓ ਵੀ, ਠੀਕ ਆ, ਉਹ ਫਲਾਣਾ ਇੰਨੀ ਚਾਹੀਦੀ ਹੈ, ਇੰਨੀ ਦੇ ਦਿਓ, ਠੀਕ ਆ। ਉਹਦੇ 'ਚ ਵੀ ਸਰਕਾਰ ਜਿਹੜੀ ਆ ਫਾਈਨਾਂਸ ਕਮਿਸ਼ਨ ਦੀਆਂ ਫਿਰ ਜੋ ਦੇ ਦਿੰਦੇ ਸੀ, ਫਿਰ ਸਿਰਫ ਫਾਈਨਾਂਸ ਕਮਿਸ਼ਨ ਨੂੰ ਕਹਿ ਦਿੰਦੇ ਸੀ ਨਾ ਕਿ ਇਹਨੂੰ ਸਿਫਾਰਿਸ਼ ਕਰਦੇ ਹੁਣ ਸਾਨੂੰ ਕਿ ਦੇਤੀ ਗ੍ਰਾਂਟ, ਤਾਂ ਕੀ ਤਾਂ ਆਪਣੇ ਪਿੰਡ ਆ, ਇਹ ਜੇ ਇਹਨਾਂ ਨੂੰ ਨਾ ਦਿੱਤੀ ਤਾਂ ਵੋਟਾਂ ਟੁੱਟ ਜਾਣਗੀਆਂ ਸਾਡੀਆਂ। ਕੀ ਪਤਾ ਹੁਣ ਵਾਲੀਆਂ ਸਰਕਾਰਾਂ ਵੀ ਐਵੇਂ ਕਰਨ। ਇਹ ਪੋਲੀਟੀਕਲ ਸਟੰਟ ਤਾਂ ਸਾਰੀਆਂ ਸਰਕਾਰਾਂ ਦੀ ਮਜਬੂਰੀ ਹੋ ਜਾਂਦੇ ਆ, ਇਹ ਤਾਂ ਜ਼ਰੂਰੀ ਵੀ ਆ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ, ਠੀਕ ਆ। ਸੋ ਆਹ ਗੱਲ ਕਹਿਤੀ ਕਿ 1 ਜੂਨ ਤੋਂ 1 ਸਾਲ ਦਿੱਤਾ ਜਿੱਦਣ ਤੋਂ ਇਹ ਲਾਗੂ ਹੋਇਆ, ਉਸ ਤੋਂ ਬਾਅਦ ਆਪਣੇ ਪੁਰਾਣੇ ਐਕਟ ਜਿਹੜੇ ਆ ਬੋਰੀ ਬਿਸਤਰਾ ਚੱਕੋ ਤੇ ਕਹਾਣੀ ਖਤਮ, ਠੀਕ ਆ। ਉਸ ਤੋਂ ਬਾਅਦ ਬਾਹਰ ਟੂ ਇੰਟਰਫੇਰੈਂਸ ਬਾਈ ਕੋਰਟ, ਇਹ ਗੱਲ ਬੜੀ ਕਲੀਅਰ ਆ। ਕਿਸੇ ਵੀ ਅਦਾਲਤ 'ਚ ਇਲੈਕਸ਼ਨ ਪਟੀਸ਼ਨ, ਤੁਸੀਂ ਕਿਸੇ ਵੀ ਅਦਾਲਤ 'ਚ ਜੇ ਤੁਹਾਡੀ ਨੋਮੀਨੇਸ਼ਨ ਖਾਰਜ ਹੋ ਗਈ ਆ ਜਾਂ ਤੁਹਾਨੂੰ ਕੋਈ ਇਲੈਕਸ਼ਨ ਨੂੰ ਲੈ ਕੇ, ਇਹਦੀਆਂ ਮਿਊਨਿਸਪੈਲਿਟੀ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਰੌਲਾ ਹੈ, ਤੁਸੀਂ ਹਾਈ ਕੋਰਟ ਲਿਜਾ ਕੇ ਸਟੇ ਨਹੀਂ ਲਵਾ ਸਕਦੇ। ਤੁਸੀਂ ਕਹੋਗੇ ਇਹ ਤਾਂ ਬੜੇ ਮਾੜੀ ਗੱਲ ਆ ਕਿ ਮੇਰੇ ਨਾਲ ਧੱਕਾ ਹੋ ਗਿਆ, ਮੈਂ ਹਾਈ ਕੋਰਟ ਜਾ ਕੇ ਸਟੇ ਨਹੀਂ ਲਵਾ ਸਕਦਾ ਫੰਡਾਮੈਂਟਲ ਰਾਈਟ ਕਿ ਮੇਰਾ ਹੱਕ ਹੋਇਆ ਗਿਆ ਵੋਟਾਂ 'ਚ ਖੜਨ ਦਾ। ਕਹਿੰਦੇ ਇਹਦੇ 'ਚ ਲਿਖਿਆ ਗਿਆ ਕਿ ਐਵੇਂ ਕੋਈ ਵੀ ਬੰਦਾ ਇਹਨੂੰ ਮਿਸਯੂਜ਼ ਕਰੂਗਾ। ਹਾਂ, ਇਹ ਕਹਿ ਦਿੱਤਾ ਗਿਆ ਕਿ ਇੱਕ ਇਲੈਕਸ਼ਨ ਪਟੀਸ਼ਨ ਬਣੂਗੀ ਹਾਈ ਕੋਰਟ 'ਚ, ਚੱਲੀ ਜਾਊਗੀ ਤੁਹਾਡੀ ਇਲੈਕਸ਼ਨ ਪਟੀਸ਼ਨ, ਪਰ ਵੋਟਾਂ ਤੇ ਸਟੇ ਨਹੀਂ ਹੋਊਗਾ ਉਹਦੇ ਨਾਲ ਕਦੇ ਵੀ। ਇਲੈਕਸ਼ਨ ਚੱਲਦੇ ਰਹਿਣਗੇ, ਜਿਸ ਦਿਨ ਉਹਦੇ ਫੇਵਰ 'ਚ ਫੈਸਲਾ ਆ ਗਿਆ ਸਾਰੇ ਪੁਰਾਣੇ ਹੱਕ ਉਹਨੂੰ ਦਿੱਤੇ ਜਾਣਗੇ। ਕੋਰਟ ਇੰਟਰਫੇਅਰ ਨਹੀਂ ਕਰ ਸਕਦੀ, ਸਿਰਫ ਇੱਕ ਐਕਸੈਪਸ਼ਨ ਕਿ ਇਲੈਕਸ਼ਨ ਪਟੀਸ਼ਨ ਬਣਾ ਕੇ ਇਹਨੂੰ ਚਲਾਇਆ ਜਾਊਗਾ ਤੇ ਉਹਦੇ ਕੋਰਟ ਸਟੇ ਨਹੀਂ ਦੇ ਸਕਦੀ ਉਸ ਇਲੈਕਸ਼ਨ ਪਟੀਸ਼ਨ ਨੂੰ ਆਧਾਰ ਮੰਨ ਕੇ, ਤਾਂ ਕਿ ਇਹਨਾਂ ਦੇ ਇਲੈਕਸ਼ਨ ਦੇ ਪ੍ਰੋਸੀਜਰ ਨੂੰ ਕੋਈ ਆਬਸਟੈਕਲ ਨਾ ਬਣ ਸਕੇ, ਰੁਕਾਵਟ ਨਾ ਬਣ ਸਕੇ। ਐਨੀ ਡਾਊਟ? ਸਾਰੇ ਐਕਟ ਦੱਸਦੇ ਤੁਹਾਨੂੰ ਮੈਂ। ਹੁਣ ਦੇਖੋ ਸਿੰਪਲ ਜੀ ਗੱਲ ਆ, ਕੋਈ ਮੈਨੂੰ ਪੁੱਛੇ ਕਿ ਸਰ ਭਾਰਤ 'ਚ ਕਿੰਨੇ ਪ੍ਰਕਾਰ ਦੀਆਂ ਸਥਾਨਕ ਸ਼ਹਿਰੀ ਸਰਕਾਰਾਂ ਨੇ, ਟਾਈਪ ਆਫ ਅਰਬਨ ਸੈਲਫ ਗਵਰਨਮੈਂਟਸ ਕਿੰਨੀਆਂ ਨੇ, ਮੈਂ ਕਹੂੰਗਾ 8 ਪ੍ਰਕਾਰ ਦੀਆਂ। ਤੁਸੀਂ ਕਹੋਗੇ ਪੜ੍ਹਾਈਆਂ? ਬਿਲਕੁਲ ਪੜ੍ਹਾਈਆਂ ਜੀ, ਪਹਿਲਾਂ ਹੀ ਦੱਸ ਚੁੱਕਿਆ ਮੈਂ। ਮਿਊਨਿਸਪਲ ਕਾਰਪੋਰੇਸ਼ਨ ਦੱਸਣ ਦੀ ਲੋੜ ਆ ਕਿ ਇਹਦੇ 'ਚ ਮੇਅਰ ਹੁੰਦਾ ਜਾਂ ਕੀ ਕਹਾਣੀ ਹੁੰਦੀ ਹੈ ਸਾਰੀ। ਮੇਅਰ ਹੁੰਦਾ ਹੈ, ਮੇਅਰ ਦੇ ਕੰਮ ਕੀ ਹੁੰਦੇ ਆ, ਇੱਕ ਮਿਊਨਿਸਪਲ ਕਮਿਸ਼ਨਰ ਹੁੰਦਾ ਹੈ, ਠੀਕ ਆ। ਫਿਰ ਮਿਊਨਿਸਪਲ ਕੌਂਸਲ ਦੂਜੇ ਨੰਬਰ 'ਤੇ ਆਉਂਦੀ ਹੈ, ਛੋਟੇ ਸ਼ਹਿਰਾਂ ਦੀ, ਜਿਵੇਂ ਸਮਾਣਾ ਟਾਈਪ, ਠੀਕ ਆ। ਇੱਥੇ ਕਾਰਪੋਰੇਸ਼ਨ 'ਚ ਇੱਥੇ ਵੀ ਸਾਰਾ ਕੁਝ ਹੁੰਦਾ ਹੈ, ਠੀਕ ਆ। ਪਰ ਹਾਂ, ਇੱਥੇ ਸਭ ਤੋਂ ਵੱਡੀ ਗੱਲ ਆ, ਇੱਥੇ ਪ੍ਰਧਾਨ ਕਿਹਾ ਜਾਂਦਾ, ਮੇਅਰ ਨਹੀਂ ਕਿਹਾ ਜਾਂਦਾ, ਠੀਕ ਆ। ਤੇ ਜਿਹੜਾ ਅਨਲਾਈਕ ਦੀ ਮੇਅਰ, ਪ੍ਰੈਜ਼ੀਡੈਂਟ ਪਲੇਸ ਸਿਗਨੀਫਿਕੈਂਟ ਰੋਲ, ਕਿਉਂਕਿ ਇੱਥੇ ਪ੍ਰਧਾਨ ਬਣਨਾ ਜ਼ਿਆਦਾ ਵਧੀਆ। ਗੱਲਾਂ 'ਚ ਸਾਰੀ ਕਹਾਣੀ ਸੁਣਾਈ ਸੀ ਨਾ ਕਿ ਇੱਥੇ ਪ੍ਰਧਾਨ ਬਣਨਾ ਕਿਉਂ ਜ਼ਿਆਦਾ ਸੁਖਾਲੀ ਚੀਜ਼ ਆ, ਠੀਕ ਆ। ਕਿਉਂਕਿ ਉੱਥੇ ਤਾਂ ਸਪੈਸ਼ਲ ਇੱਕ ਕਮਿਸ਼ਨਰ ਮਿਲ ਜਾਂਦਾ, ਇੱਥੇ ਤਾਂ ਮਿਲਦਾ ਨਹੀਂ। ਨਗਰ ਪੰਚਾਇਤ ਕਾਪੀ ਪੇਸਟ ਆਫ ਕੌਂਸਲ, ਠੀਕ ਹੈ। ਇਹ ਪਿੰਡਾਂ ਤੋਂ ਸ਼ਹਿਰ ਬਣ ਰਹੇ। ਨੋਟੀਫਾਈਡ ਏਰੀਆ ਦੱਸ ਹੀ ਦਿੱਤਾ ਹੈ, ਜਿਵੇਂ ਮੋਹਾਲੀ ਆਪਣੇ ਆਪ ਨੂੰ ਵਿਕਾਸ ਕਰਨ ਵਾਸਤੇ ਪੰਜਾਬ ਨੇ ਵੱਖਰਾ ਇੱਕ ਐਕਟ ਬਣਾਇਆ, ਨੋਟੀਫਾਈਡ ਏਰੀਆ ਕਮੇਟੀ, ਉਹਦੇ ਅੰਦਰ ਉਹਦਾ ਸਪੈਸ਼ਲ ਵਿਕਾਸ ਕੀਤਾ। ਫਿਰ ਇੱਥੇ ਅਲਟੀਮੇਟ ਪਾਵਰਸ ਦੇਣੀਆਂ ਪੈਂਦੀਆਂ ਸਟੇਟ ਸਰਕਾਰ ਨੂੰ, ਉੱਥੋਂ ਦੀ ਅਥਾਰਟੀ ਨੂੰ, ਕਿ ਖਿੱਚ ਦੋ ਕੰਮ, ਪਰ ਸ਼ਹਿਰ ਸਿਰਾ ਲੱਗਣਾ ਚਾਹੀਦਾ ਫਿਰ, ਠੀਕ ਆ। ਨੋਟੀਫਾਈਡ ਏਰੀਆ ਕਮੇਟੀ, ਇੱਕ ਏਰੀਆ ਨੋਟੀਫਾਈ ਕਰਕੇ ਉਹਦੇ 'ਚ ਟਾਊਨਸ਼ਿਪ ਅਰਬਨ ਸ਼ਹਿਰ 'ਚ ਉਹ ਹੁੰਦਾ ਹੈ ਜਦੋਂ ਨਾ ਇੱਕ ਵੱਖਰੀ ਕਲੋਨੀ ਵਸਾਉਣੀ ਪੈ ਜੇ। ਜਿਵੇਂ ਪਟਿਆਲੇ ਦੇ ਵਿੱਚ ਇੱਕ ਜਗ੍ਹਾ ਹੈ ਜਿੱਥੇ ਰੇਲਵੇ ਵਾਸਤੇ ਵੱਖਰੀ ਕਲੋਨੀ ਬਣੀ ਹੋਈ ਆ, ਉਹ ਟਾਊਨਸ਼ਿਪ ਆ, ਉੱਥੋਂ ਦੇ ਆਪਣੇ ਰੂਲਸ ਨੇ। ਜੇ ਕੋਈ ਸ਼ੂਗਰ ਮਿਲ ਆ, ਸ਼ੂਗਰ ਮਿਲ ਦੇ ਅੰਦਰ ਜਿਹੜੀ ਕਲੋਨੀ ਵਸੀ ਹੋਈ ਆ, ਉਹ ਆਪਣੇ ਆਪ 'ਚ ਇੱਕ ਟਾਊਨਸ਼ਿਪ ਆ। ਸੋ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆਪਣਾ ਹੀ ਹੁੰਦਾ ਹੈ, ਉੱਥੇ ਇੰਜੀਨੀਅਰ, ਟੈਕਨੀਸ਼ੀਅਨ, ਆਪਣਾ ਸਟਾਫ ਹੁੰਦਾ ਉਹਨਾਂ ਦਾ, ਠੀਕ ਆ। ਪੋਰਟ ਟਰਸਟ,
ਉਹ ਏਰੀਏ ਜਿਹੜੇ ਹੁੰਦੇ ਤਾਂ ਬਾਰਡਰ ਤੇ ਆ, ਸਾਡੇ ਕੋਸਟ ਲਾਈਨ ਤੇ ਆ, ਹੁੰਦੇ ਤਾਂ ਸਟੇਟਾਂ ਦੇ ਅੰਡਰ ਹੀ ਆ, ਪਰ ਇੱਥੇ ਜ਼ਿਆਦਾ ਕੰਟਰੋਲ ਕਿਹਨਾਂ ਨੂੰ ਚਾਹੀਦਾ ਹੈ? ਸੈਂਟਰ ਸਰਕਾਰ ਨੂੰ। ਉੱਥੇ ਜਿਹੜੀ ਵਿਕਾਸ ਹੁੰਦਾ ਦੈਟ ਇਜ਼ ਪੋਰਟ ਟਰਸਟ, ਠੀਕ ਆ। ਉਸ ਤੋਂ ਬਾਅਦ ਸਪੈਸ਼ਲ ਪਰਪਸ ਏਜੰਸੀ, ਪੁੱਡਾ, ਗਲਾਡਾ, ਗਮਾਡਾ, ਸ਼ਹਿਰਾਂ ਦੇ ਵਿਕਾਸ ਲਈ ਜਿਹੜੀਆਂ ਵੱਖਰੀਆਂ ਏਜੰਸੀਆਂ ਬਣੀਆਂ, ਇਹਨਾਂ ਦੇ ਵੀ ਥੋੜੀ ਜਿਹੀ ਐਕਸੈਪਸ਼ਨਸ ਹੁੰਦੀਆਂ, ਕਈਆਂ 'ਚ ਵੋਟਾਂ ਪੈਂਦੀਆਂ, ਕਈਆਂ 'ਚ ਨਹੀਂ ਪੈਂਦੀਆਂ, ਵੋਟਾਂ ਵੀ ਨਹੀਂ ਪੈਂਦੀਆਂ, ਜਿਵੇਂ ਹੁਣ ਪੁੱਡਾ 'ਚ ਨਹੀਂ ਪੈ ਰਹੀਆਂ ਵੋਟਾਂ, ਤਾਂ ਇਹ ਆਪਣੇ ਹਿਸਾਬ ਨਾਲ ਚੱਲਣ ਵਾਸਤੇ ਜਿਹੜੇ ਆ ਇਹ ਹੁੰਦੇ ਆ, ਠੀਕ ਆ। ਆ ਲਓ ਜੀ, ਸਾਰੇ ਸਮਝ ਆ ਗਏ। ਉਸ ਤੋਂ ਬਾਅਦ ਆ ਗਿਆ ਆਰਟੀਕਲ ਸਾਰੇ ਕਿ 243 ਪੀ 'ਚ ਡੈਫੀਨੇਸ਼ਨ, ਤੁਹਾਡੀ ਰੀਜ ਵੀ ਪੂਰੀ ਹੋ ਗਈ। 243 ਕਿਉ 'ਚ ਕੰਪੋਜੀਸ਼ਨ ਆਫ ਮਿਊਨਿਸਪੈਲਿਟੀਜ਼, ਕਨਸਟੀਟਿਊਸ਼ਨ ਮਿਊਨਿਸਪੈਲਿਟੀਜ਼ ਕੀ ਹੋਣਗੀਆਂ, ਆਰ ਦੇ ਵਿੱਚ ਕੰਪੋਜੀਸ਼ਨ ਮਿਊਨਿਸਪੈਲਿਟੀਜ਼ ਦੀ, ਵਾਰਡ ਕਮੇਟੀਜ਼ 243 ਐਸ, ਸੀਟਾਂ ਦੀ ਰਿਜ਼ਰਵੇਸ਼ਨ ਟੀ, ਡਿਊਰੇਸ਼ਨ ਆਫ ਮਿਊਨਿਸਪੈਲਿਟੀਜ਼ ਯੂ, ਡਿਸਕੁਆਲੀਫਿਕੇਸ਼ਨ ਆਫ ਮੈਂਬਰਸ਼ਿਪ ਵੀ, powers and functions of municipalities, responsibilities 18 W, powers to impose tax by municipalities X, फाइनांस कमीशन, हर म्यूनसिपैलिटी एक फाइनांस, हर स्टेट च एक फाइनांस कमीशन होगा, स्टेट फाइनांस कमीशन, जिहदी जिम्मेवारी आ कि स्टेट ने अपने फंड्स का कितना हिस्सा म्यूनसिपैलिटीज़ नाल शेयर करना है, दैट इज़ WY। ऑडिट होगा म्यूनसिपैलिटीज़ का, स्टेट लैजिसलेचर तय करूगी Z, इलैक्शन टू म्यूनसिपैलिटीज़ ZA। यूनियन टैरेटरीज़ दे विच जिहड़ियां म्यूनसिपैलिटीज़ चंडीगढ़ वर्गियां ट्रैप हो गई, उत्थे कानून कौन बनाऊगा? प्रेजिडेंट ZB। कित्थे ये म्यूनसिपैलिटी के कानून लागू नहीं होणगे? ZC। डिस्ट्रिक्ट प्लैनिंग कमेटी, मैं ZA ते ZB कहता सी, सॉरी फॉर दैट, डिस्ट्रिक्ट प्लैनिंग कमेटी ZD, मैट्रोपोलिटन प्लैनिंग कमेटी ZE। ते पुराने कानून किवें चलणगे? ZE ZF। ते कोर्ट इन्हां दे इलैक्शनस च इंटरफेयर नहीं कर सकती Z जी। समझ आ गई गल? सो कहानी बेसिकली ये सीगी कि असल च जिहड़ा म्यूनसिपैलिटीज़ का किस्सा ना वो की है। देखो एक गल बड़ी क्लीयर आ, कॉन्स्टिट्यूशन होवे, सिविक्स होवे, पॉलिटी होवे, रीच नाल पढ़ो, ठीक आ। औखा औखा कुछ नहीं इहदे च। तुसीं हिसाब ला के देखो कि जे मैं तुहानूं ये चैप्टर मान लो कोई पहले दिन पढ़ रहा, किसी नूं पता ही नहीं सी कि कॉन्स्टिट्यूशन की हुंदा, उन्होंने भी समझ आ गया होगा, ठीक है। सो उम्मीद करो कि आपां नूं हर एक चीज़ समझ आनी चाहिए, किवें आनी चाहिए है, की हिसाब आ, वो बाद दीयां गल्लां ने, ठीक है। पर कोई बहुती औखी चीज़ है नहीं। जे कोई मैनूं कह दे जी पॉलिटी बहुत औखी है ना, एवें दा कुछ नहीं गा, थॉरली करो, सब कुछ होने वाली चीज़ है, ठीक है। उम्मीद करदा कि अज दा लैक्चर समझ आ गया होगा। अज वास्ते इन्ना ही बहुत आ। धन्नवाद।